Friends, I hope you all will be fine and in good health. So, in the continuation of IDP web series, today with us is Shri Avtar Singh Ratolji, a well-known personality in dairy sector. मैं इन्हां बारे कुछ ਤੁਹਾਨੂੰ ਜ਼ਿਆਦਾ ਨਹੀਂ ਦੱਸਾਂਗਾ, ਇਹ ਤੁਹਾਨੂੰ ਆਪਦੇ ਬਾਰੇ ਆਪ ਸ਼ੇਅਰ ਕਰਨਗੇ ਵੀ ਇਹਨਾਂ ਨੇ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੇ ਤੱਕ ਪਹੁੰਚ ਗਏ ਨੇ। So, now I request Shri Avtar Singh ji to please share his experience with the student, please. Shri Avtar Singh ji. Thank you, Rasa. Good afternoon, all to participants. Sat Sri Akal. जो अज का विषय है कॉर्पोरेट कैरियर फैलो विल्ड बिजनेस, उस संबंधी आप गलबात करांगे। सो इस बिजनेस दे विच मैं ऐड करना चाहना एडमन की आग्ञा नाल सक्सैस इन डेयरिंग एंड प्रॉफिटेबल डेयरी ऑपरेशन वर्क। सो डेयरी फार्म दे विच डेयरी फार्म दा सक्सैस होने लई ਤੇ ਉਹਨੂੰ ਪ੍ਰੋਫਿਟ ਦੇ ਵਿੱਚ ਲਿਆਉਣ ਲਈ ਆਪਾਂ ਨੂੰ ਕੀ ਕੁਝ ਕਰਨਾ ਚਾਹੀਦਾ ਤੇ ਕੀ ਕੁਝ ਹੋਣਾ ਚਾਹੀਦਾ, ਫਾਰਮਰ ਕੀ ਕਰ ਰਿਹਾ ਤੇ ਯੂਨੀਵਰਸਿਟੀ ਕੀ ਕਹਿੰਦੀ ਆ, ਐਕਸਪਰਟ ਕੀ ਕਹਿੰਦੀ ਆ, ਉਹਦਾ ਵਿੱਚ ਜੋ ਗੈਪ ਆ ਉਸ ਨੂੰ ਘਟਾਉਣ ਦੇ ਵਿੱਚ ਮੈਂ ਜੋ ਪ੍ਰੈਜੈਂਟੇਸ਼ਨ ਤੁਹਾਨੂੰ ਦੇ ਰਿਹਾ ਇਹ ਸ਼ਾਇਦ ਕਾਰਗਰ ਸਿੱਧ ਹੋਵੇਗੀ। ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਮੈਂ ਸੰਨ 2000 ਦੇ ਵਿੱਚ ਟ੍ਰੇਨਿੰਗ ਕੀਤੀ ਕਮਰਸ਼ੀਅਲ ਡੇਅਰੀ ਫਾਰਮ ਦੇ ਵਿੱਚ। ਉਸ ਤੋਂ ਬਾਅਦ ਇੱਕ AI ਦਾ ਵੀ ਟ੍ਰੇਨਿੰਗ ਕੀਤੀ, ਆਰਟੀਫਿਸ਼ਲ ਇਨਸੈਮੀਨੇਸ਼ਨ ਦੀ। 3 ਮਹੀਨੇ ਦਾ ਯੰਗ ਫਰੰਟ ਟ੍ਰੇਨਿੰਗ ਕੋਰਸ ਵੀ ਕੀਤਾ। 2000 ਮੈਂ ਲਗਾਤਾਰ ਇਸ ਪਵਿੱਤਰ ਮੰਦਰ ਦੇ ਨਾਲ ਜੁੜਿਆ ਹੋਇਆ, ਇਸ ਦੀ ਬਦੌਲਤ ਹੀ ਜਿਹੜਾ ਹੈਗਾ ਇਸ ਮੁਕਾਮ ਤੇ ਮੈਂ ਪਹੁੰਚਿਆ ਹੋਇਆ। ਸੋ ਆਫਟਰ ਟ੍ਰੇਨਿੰਗ ਮੈਂ ਜਿਹੜਾ ਘਰੇ ਡੇਅਰੀ ਫਾਰਮ ਖੋਲ੍ਹਿਆ ਤੇ ਨਾਲ ਨਾਲ ਮੈਂ ਤਾਰਾ ਹੈਲਥ ਫੂਡ ਲਿਮਟਿਡ ਜਿਹੜਾ ਹੈਗਾ ਸੰਨ 2001 ਦੇ ਵਿੱਚ ਜੁਆਇਨ ਕੀਤੀ। 20 ਸਾਲ ਮੈਂ ਇਸ ਵਿੱਚ ਸਰਵਿਸ ਕੀਤੀ, ਜਿਸ ਦੇ ਵਿੱਚ ਮੈਂ ਡਾਇਰੈਕਟਰ ਰਿਸਰਚ ਤੇ ਡਾਇਰੈਕਟਰ ਮਾਰਕੀਟਿੰਗ ਦੀ ਪੋਸਟ ਤੋਂ ਮੈਂ ਜਿਹੜਾ ਹੈਗਾ ਰਿਟਾਇਰ ਹੋਇਆ। ਇਹ ਜਦੋਂ ਤਾਰਾ ਹੈਲਥ ਫੂਡ ਮੈਂ ਜੁਆਇਨ ਕੀਤੀ, ਇਹ ਬੜੀ ਛੋਟੀ ਕੰਪਨੀ ਸੀ। ਅਸੀਂ ਇਹਦੇ ਵਿੱਚ ਬੜੀ ਮਿਹਨਤ ਕੀਤੀ ਹੈ ਤੇ ਤਕਰੀਬਨ 350 ਕਰੋੜ ਦੀ ਟਰਨਓਵਰ ਤੇ ਅਸੀਂ ਉਹਨੂੰ ਲੈ ਗਏ ਸੀ। ਸੋ ਇੰਡੀਆ ਵਿੱਚ ਤੇ ਕੰਪਨੀ ਅਸੀਂ ਕੰਮ ਕਰਨ ਲਾ ਦਿੱਤੀ ਸੀ। ਸਾਰੇ ਇੰਡੀਆ ਦੇ ਵਿੱਚ ਸਾਡੇ ਜਿਹੜੇ ਨੈਟਵਰਕ ਸੀ, 9 ਸਾਡੇ ਕੈਟਲ ਫੀਡ ਪਲਾਂਟ ਸੀਗੇ। ਇਸ ਕਰਕੇ ਅਸੀਂ ਫਾਰਮਰ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਸ ਫੀਡ ਇੰਡਸਟਰੀ ਦੇ ਨਾਲ। ਸੋ ਉਸ ਤੋਂ ਬਾਅਦ ਮੈਂ ਇਜ਼ਰਾਈਲ ਵੀ ਗਿਆ, ਉੱਥੋਂ ਵੀ ਮੈਂ 4 ਦਿਨ ਮੈਂ ਲਾ ਗਿਆ ਟ੍ਰੇਨਿੰਗ ਲਈ ਡੇਅਰੀ ਫਾਰਮ ਦੇ ਵਿੱਚ। ਉੱਥੋਂ ਦਾ ਜੋ ਸਿਸਟਮ ਸੀ ਉਹ ਕਿਸ ਤਰ੍ਹਾਂ ਕੰਮ ਕਰਦੇ ਸੀ, ਜਾਨਵਰ ਦੀ ਕਿਸ ਤਰ੍ਹਾਂ ਰਿਕੁਆਇਰਮੈਂਟ ਪੂਰੀ ਕਰਦੇ ਸੀ, ਉਹਨਾਂ ਦੀ ਜਿਹੜੀ ਪੈਕੇਜਿੰਗ ਪ੍ਰੈਕਟਿਸ ਆਫ ਕਿਸ ਤਰ੍ਹਾਂ ਸੀ, ਮੈਂ ਉਹ ਸਾਰੀ ਜਾਂਚ ਕੇ ਉਹਨੂੰ ਆ ਕੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਐਕਟੀਵੇਟ ਕੀਤਾ ਪੰਜਾਬ ਦੇ ਫਾਰਮਾਂ ਤੇ। ਉਸ ਨੂੰ ਅਸੀਂ ਜਿਹੜਾ ਹੈਗਾ ਐਕਟੀਵੇਟ ਕਰਨ ਦੇ ਨਾਲ ਪੰਜਾਬ ਦੇ ਵਿੱਚ ਫਾਰਮਾਂ ਦੇ ਵਿੱਚ ਵੀ ਕ੍ਰਾਂਤੀ ਆਈ। ਉਸ ਤੋਂ ਬਾਅਦ ਮੈਂ ਕੈਨੇਡਾ ਵੀ ਗਿਆ, ਉੱਥੋਂ ਵੀ ਅਸੀਂ ਜਦੋਂ ਫਾਰਮਸ ਵਿੱਚ ਵਿਜ਼ਿਟ ਕੀਤੇ, ਤਕਰੀਬਨ 2 ਮਹੀਨੇ ਮੈਂ ਉੱਥੇ ਰਿਹਾ। ਫਾਰਮਾਂ ਦੇ ਵਿੱਚ ਉੱਥੇ ਕਿਸ ਤਰ੍ਹਾਂ ਉਹ TMR ਨੂੰ ਤਿਆਰ ਕਰਦੇ ਆ, TMR ਦੀ ਕੀ ਕੁਆਲਿਟੀ ਨੂੰ ਟੈਸਟ ਕਰਦੇ ਆ, ਜਾਨਵਰ ਦੀ ਕਿਸ ਤਰ੍ਹਾਂ ਰਿਕੁਆਇਰਮੈਂਟ ਪੂਰੀ ਕਰਦੇ ਆ, ਸੈਲੇਜ ਨੂੰ ਕਿਸ ਤਰ੍ਹਾਂ ਬਣਾਉਂਦੇ ਆ, ਇਹ ਕਿਸ ਤਰ੍ਹਾਂ ਬਣਾਉਂਦੇ ਆ, DNA ਕਿਸ ਤਰ੍ਹਾਂ ਟੈਸਟ ਕਰਦੇ ਆ। ਸੋ ਕਾਫ ਕੇਅਰ ਦੇ ਵਿੱਚ ਵੀ ਉੱਥੇ ਬੜੀ ਮਹਾਰਤ ਮੈਂ ਹਾਸਲ ਕੀਤੀ, ਕਾਫੀ ਉੱਥੇ ਮੈਂ ਇਹਨਾਂ ਤੋਂ ਸਿੱਖਿਆ। ਤੇ ਉਹ ਆ ਕੇ ਵੀ ਪੰਜਾਬ ਦੇ ਵਿੱਚ ਅਸੀਂ ਜਿਹੜੇ ਡੇਅਰੀ ਫਾਰਮਾਂ ਤੇ ਉਹੀ ਜਿਹੜੀ ਉਹਨਾਂ ਦੀਆਂ ਕੀਤੇ ਹੋਏ ਰਿਸਰਚ ਸੀ ਉਹਨੂੰ ਐਕਟੀਵੇਟ ਕੀਤਾ। ਬੜਾ ਵੱਡਾ ਫਾਇਦਾ ਸਾਨੂੰ ਇੱਥੇ ਹੋਇਆ। ਪਰ 1/9/2020 ਦੇ ਵਿੱਚ ਮੈਂ ਕੰਪਨੀ ਤੋਂ ਰਿਟਾਇਰਮੈਂਟ ਲਈ ਤੇ ਖੁਦ ਆ ਜਿਹੜਾ ਵੈਂਚਰ ਆ ਮੈਪਰੀ ਡੇਅਰੀ ਸੋਲਿਊਸ਼ਨ ਮੈਂ ਸਟਾਰਟ ਕੀਤਾ। 3 ਮਹੀਨੇ ਤਕਰੀਬਨ ਹੋਏ ਨੇ ਮੈਨੂੰ ਇਸ ਨਵੇਂ ਵੈਂਚਰ ਸ਼ੁਰੂ ਕੀਤੇ ਨੂੰ। ਅਸੀਂ ਇਸ ਦੇ ਅੰਡਰ ਪੰਜਾਬ ਦੇ ਜਿਹੜੇ ਵੱਡੇ ਡੇਅਰੀ ਫਾਰਮ ਨੇ ਜਾਂ ਹਰਿਆਣਾ ਦੇ, ਰਾਜਸਥਾਨ ਦੇ, ਉਹਨਾਂ ਨੂੰ ਅਸੀਂ ਆਡਿਟ ਕਰਦੇ ਹਾਂ। ਆਡਿਟ ਕਿਵੇਂ ਕਰਦੇ ਹਾਂ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਪ੍ਰੈਕਟਿਸ, ਜੋ ਸਾਇੰਟੀਫਿਕ ਪ੍ਰੈਕਟਿਸ ਹੋਣੀ ਚਾਹੀਦੀ ਫਾਰਮ ਦੇ ਵਿੱਚ, ਉਹ ਫਾਰਮਰ ਬੇਸਿਕਲੀ ਨਹੀਂ ਕਰਦੇ, ਜਿਹਦੇ ਵਿੱਚ ਕਾਸਟ ਆਫ ਪ੍ਰੋਡਕਸ਼ਨ ਦੇ ਵਿੱਚ ਬਹੁਤ ਵੱਡਾ ਵੇਰੀਏਸ਼ਨ ਹੈਗਾ। ਸੋ ਦੁੱਧ ਮਹਿੰਗਾ ਤਾਂ ਨਹੀਂ ਵੇਚ ਸਕਦੇ, ਪਰ ਦੁੱਧ ਨੂੰ ਸਸਤਾ ਜ਼ਰੂਰ ਪੈਦਾ ਕਰ ਸਕਦੇ ਹਾਂ। ਇਸ ਦੇ ਉੱਤੇ ਅਸੀਂ ਜਿਹੜੀ ਸਾਡੀ ਕੰਪਨੀ ਹੈ ਮੈਪਰੀ ਡੇਅਰੀ ਸੋਲਿਊਸ਼ਨ, ਉਹ ਬਾਖੂਬੀ ਕੰਮ ਕਰ ਰਹੀ ਹੈ। ਕਾਸਟ ਆਫ ਪ੍ਰੋਡਕਸ਼ਨ ਮੈਂ ਪੰਜਾਬ ਦੇ ਵਿੱਚ ਜਿਹੜੇ ਤਕਰੀਬਨ 32 ਫਾਰਮ ਮੇਰੇ ਅੰਡਰ ਚੱਲ ਰਹੇ ਨੇ,
ਅਸੀਂ 2 ਰੁਪਏ ਤੋਂ ਲੈ ਕੇ 6 ਰੁਪਏ ਲੀਟਰ ਜਿਹੜਾ ਹੈਗਾ ਪਰ ਲੀਟਰ ਦੁੱਧ ਦਾ ਖਰਚਾ ਘਟਾ ਕੇ ਫਾਰਮਰ ਨੂੰ ਦਿਖਾਇਆ ਹੈਗਾ। ਜਿੱਥੇ ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਵੱਧ ਰਹੀ ਸੀ, ਅਸੀਂ 2 ਰੁਪਏ ਤੋਂ ਲੈ ਕੇ 6 ਰੁਪਏ ਤੱਕ ਲੀਟਰ ਪਰ ਲੀਟਰ ਦੁੱਧ ਸਸਤਾ ਪੈਦਾ ਕਰਨ ਦੇ ਵਿੱਚ ਉਹਨਾਂ ਨੂੰ ਜਿਹੜੀ ਉਹਨਾਂ ਦੀ ਸਹਾਇਤਾ ਕੀਤੀ ਹੈ। ਸੋ ਇਸ ਦੇ ਵਿੱਚ ਕੀ ਹੈ ਸੀ ਕਿ ਪਿੰਡ ਜਾ ਕੇ ਸਾਡੀ ਕੰਪਨੀ ਦੇ ਥਰੂ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਅਵੇਅਰਨੈਸ ਕਰਦੇ ਹਾਂ ਕਿ ਤੁਸੀਂ ਪੱਠੇ ਕਿਸ ਤਰ੍ਹਾਂ ਬੀਜਣੇ ਆ, ਜਾਨਵਰ ਕਿਸ ਤਰ੍ਹਾਂ ਰੱਖਣੇ ਆ, ਸੈੱਡ ਕਿਸ ਤਰ੍ਹਾਂ ਬਣਾਉਣੇ ਆ, ਫੀਡ ਕਿਸ ਤਰ੍ਹਾਂ ਪਾਉਣੀ ਹੈ ਤੇ ਫਿਰ ਕਿਹੜੀ ਪਾਉਣੀ ਆ, ਕਿੰਨੀ ਪਾਉਣੀ ਆ, ਕਦੋਂ ਪਾਉਣੀ ਆ। ਉਸ ਸੰਬੰਧੀ ਅਸੀਂ ਪਿੰਡ ਜਾ ਕੇ ਸਾਡੀ ਕੰਪਨੀ ਜਿਹੜੀ ਆ ਫਾਰਮਰ ਨੂੰ ਅਵੇਅਰਨੈਸ ਕੈਂਪ ਕਰਦੀ ਅਵੇਅਰਨੈਸ ਦਿੰਦੀ ਹੈ ਤਾਂ ਜੋ ਫਾਰਮਰ ਦੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਆ ਉਹ ਘਟ ਜਾਵੇ। ਕਾਫੀ ਰੇਡੀਓ ਤੇ ਟਾਕਸ ਹੁੰਦੀਆਂ ਨੇ ਸਾਡੀਆਂ, ਅਸੀਂ ਰੇਡੀਓ ਤੇ ਜਾ ਕੇ ਵੀ ਫਾਰਮਰ ਨੂੰ ਅਵੇਅਰ ਕਰਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਆਪਦੇ ਫਾਰਮਰ ਨੂੰ ਖੇਤੀਬਾੜੀ ਨੂੰ ਅਤੇ ਪਸ਼ੂ ਪਾਲਣ ਧੰਦੇ ਦੇ ਵਿੱਚ ਕਿਸ ਤਰ੍ਹਾਂ ਪ੍ਰੋਫਿਟ ਜਿਹੜਾ ਹੈਗਾ ਕਮਾ ਸਕਦੇ ਹੋ। ਹੁਣ ਫਾਰਮ ਨੂੰ ਆਡਿਟ ਕਰਨ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਆਫਟਰ ਡਿਗਰੀ ਜਾਣਾ ਫੀਲਡ ਦੇ ਵਿੱਚ, ਤਾਂ ਜੋ ਆਪਾਂ ਸਿੱਖਿਆ ਉਹਨੂੰ ਗ੍ਰਾਸ ਰੂਟ ਤੇ ਜਿਹੜਾ ਹੈਗਾ ਐਕਟੀਵੇਟ ਕਰਨਾ ਬਹੁਤ ਹੀ ਜ਼ਰੂਰੀ ਹੈ। ਅਸੀਂ ਜਦੋਂ ਫਾਰਮ ਦੇ ਵਿੱਚ ਜਾਂਦੇ ਹਾਂ ਆਡਿਟ ਕਰਨ ਲਈ, ਪਹਿਲੀ ਗੱਲ ਤਾਂ ਉੱਥੇ ਗੈਪ ਦੇਖਦੇ ਹਾਂ ਕਿ ਜੋ ਫਾਰਮ ਦੀ ਜਿਹਦੀ ਜਾਨਵਰ ਦੀ ਰਿਕੁਆਇਰਮੈਂਟ ਆ ਅਤੇ ਉਹ ਦੇ ਕੀ ਰਿਹਾ, ਕਿੰਨਾ ਗੈਪ ਆ, ਉਹਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਤਰ੍ਹਾਂ ਉਹਦੀ TMR ਮਸ਼ੀਨ ਆ, TMR ਮਸ਼ੀਨ ਅੱਜ ਕੱਲ ਬੜਾ ਰਿਵਾਜ ਆ ਗਿਆ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਵੀ, ਪਰ ਮਸ਼ੀਨ ਦੇ ਵਿੱਚ ਜਿਹੜੇ ਬਲੇਡ ਨੇ ਜਾਂ ਉਹਦੀ ਵਰਕਿੰਗ ਕੁਆਲਿਟੀ ਆ ਉਹ ਬਹੁਤ ਪੂਅਰ ਆ, ਉਨੀ ਵਧੀਆ ਢੰਗ ਨਾਲ ਉਹ ਨਹੀਂ ਚਲਾਉਂਦੇ ਜਿੰਨੀ ਢੰਗ ਨਾਲ ਚਲਾਉਣਾ ਚਾਹੀਦਾ। ਕਈ ਤਾਂ ਜ਼ਿਮੀਦਾਰ ਦੇਖੇ ਨੇ ਮੈਂ ਕਿ ਜਦੋਂ TMR ਮਸ਼ੀਨ ਆ ਇਹ 18 19 ਮਿੰਟ ਉਹਨੂੰ ਘੁਮਾਉਂਦੇ ਨੇ, ਜਿਹਦੇ ਨਾਲ ਉਹਦਾ ਫਰ ਦੀ ਲੈਂਥ ਜਿਹੜੀ ਉਹ ਘਟਦੀ ਆ ਤੇ ਜਾਨਵਰ ਨੂੰ ਜਿਹੜਾ ਸਲੈਬਾ ਪੂਰਾ ਨਹੀਂ ਬਣਦਾ। ਇਸ ਕਰਕੇ TMR ਦੀ ਜਿਹੜੀ ਵਰਕਿੰਗ ਆ ਉਹ ਅਸੀਂ ਫਾਰਮਰ ਨੂੰ ਸਿਖਾਇਆ ਜਾਂਦਾ, ਅਤੇ ਜਿਹੜਾ ਉਹਦਾ ਸੈਲਜ ਆ ਉਸ ਦੇ ਵਿੱਚ ਕਿੰਨਾ ਮੋਇਸਚਰ ਆ ਉਹ ਅਸੀਂ ਮੇਰੇ ਕੋਲ ਜਿਹੜਾ ਮੋਇਸਚਰ ਮੀਟਰ ਹੈਗਾ, ਅਸੀਂ ਉੱਥੇ ਤੇ ਫਾਰਮ ਤੇ ਜਾ ਕੇ ਹੀ ਦੱਸ ਦਿੰਦੇ ਆ ਕਿ ਤੇਰੇ ਸੈੱਲ ਦੇ ਵਿੱਚ ਜਿਹੜਾ ਕਿੰਨੇ % ਮੋਇਸਚਰ ਹੈਗਾ। ਉਸ ਤੋਂ ਬਾਅਦ ਉਹਦਾ TMR ਦਾ ਮੋਇਸਚਰ ਨੂੰ ਮੇਨਟੇਨ ਕਰਨਾ ਬਹੁਤ ਹੀ ਜ਼ਰੂਰੀ ਹੈ। TMR ਦਾ ਮੋਇਸਚਰ ਜਿਹੜਾ ਆਮ ਤੌਰ ਤੇ ਮੈਂ ਦੇਖਿਆ ਜਿੰਨੇ ਫਾਰਮ ਚ ਟੈਸਟ ਕੀਤੇ ਅਸੀਂ, ਉਹ ਤਕਰੀਬਨ 70 to 75% ਮੋਇਸਚਰ ਆ ਰਿਹਾ TMR ਦਾ, ਜੋ ਕਿ ਸਾਇੰਸ ਜੋ ਆਪਣੀ ਕਹਿੰਦੀ ਆ ਉਹ ਦਾ ਮੋਇਸਚਰ ਜਿਹੜਾ ਹੈਗਾ ਉਹ 58 ਤੋਂ ਉੱਤੇ ਨਹੀਂ ਜਾਣਾ ਚਾਹੀਦਾ। ਜਿੰਨਾ ਮੋਇਸਚਰ ਉੱਤੇ ਜਾਏਗਾ ਤਾਂ ਉਨਾ ਹੀ ਜਾਨਵਰ ਦਾ ਡਰਾਈ ਇਨਟੇਕ ਘਟਦਾ। ਸੋ ਜਾਨਵਰ ਨੂੰ ਪਾਣੀ ਨਾਲ ਫਾਰਮਰ ਰਜਾ ਰਹੇ ਨੇ ਥਰੂ ਫਾਊਡਰ, ਲੇਕਿਨ ਡਰਾਈ ਮੈਟਰ ਪੂਰਾ ਨਹੀਂ ਕਰਦੇ, ਜਿਸ ਕਰਕੇ ਜਾਨਵਰ ਦਾ ਪੋਟੈਂਸ਼ੀਅਲ ਜੀਲਡ ਤੇ ਨਹੀਂ ਜਾਂਦਾ ਅਤੇ ਜਾਨਵਰ ਦਾ ਦੁੱਧ ਜਿਹੜਾ ਹੈਗਾ ਉਹ ਮਹਿੰਗਾ ਪੈਦਾ ਹੁੰਦਾ। ਉਸ ਤੋਂ ਬਾਅਦ ਜਿਹੜਾ ਹੈਗਾ ਸੈਲਜ ਦਾ ਜਿਹੜਾ ਸਾਈਜ਼ ਆ, ਉਹਦੀ ਲੈਂਥ ਆ ਫਾਊਡਰ ਦੀ ਫਾਈਬਰ ਦੀ, ਉਹਨੂੰ ਵੀ ਮੇਜ਼ਰ ਕਰਨਾ ਬਹੁਤ ਜ਼ਰੂਰੀ ਆ। ਇਹ ਖੁਦ ਹੀ ਅਸੀਂ ਤਿਆਰ ਕੀਤੀ ਆ ਜਿਹੜੀ ਆ ਸਟੇਨਰ। ਇਹਦੇ ਨਾਲ ਅਸੀਂ ਜਿਹੜਾ 18 mm ਦਾ ਕਿੰਨਾ ਸਾਈਜ਼ ਆ, 8 mm ਦਾ ਕਿੰਨਾ ਸਾਈਜ਼ ਆ ਅਤੇ 4 mm ਦਾ ਕਿੰਨਾ ਸਾਈਜ਼ ਆ ਤੇ 1.18 ਦਾ ਕਿੰਨਾ ਸਾਈਜ਼ ਆ, ਜੇ ਉਹ ਸਾਈਜ਼ ਵਿੱਚ ਫਰਕ ਆ ਤਾਂ ਜਾਨਵਰ ਦੀ ਪਰਫਾਰਮੈਂਸ ਤੇ ਬਹੁਤ ਮਾੜਾ ਅਸਰ ਪੈਂਦਾ ਹੈਗਾ। ਸੋ ਇਸ ਕਰਕੇ ਜਿਹੜਾ ਸੈਲਜ ਆ ਉਹ ਕਿਸ ਤਰ੍ਹਾਂ ਅਤੇ ਉਹਦੀ ਕਟਿੰਗ ਕਿਸ ਤਰ੍ਹਾਂ ਕਰਾਉਣੀ ਆ, ਮਸ਼ੀਨ ਦੀ ਸੈਟਿੰਗ ਕਿਸ ਤਰ੍ਹਾਂ ਕਰਾਉਣੀ ਆ, ਇਹ ਵੀ ਅਸੀਂ ਫਾਰਮਰ ਨੂੰ ਜਾ ਕੇ ਦੱਸਦੇ ਹਾਂ। ਇਹ ਬਹੁਤ ਵੱਡਾ ਗੈਪ ਆ ਇੰਡੀਆ ਦੇ ਵਿੱਚ ਕਿ ਫਾਊਡਰ ਦੀ ਜਿਹੜੀ ਫਾਈਬਰ ਦੀ ਲੈਂਥ ਆ ਯੂਨੀਵਰਸਿਟੀ ਕੀ ਕਹਿੰਦੀ ਆ ਤੇ ਫਾਰਮਰ ਕਿੰਨਾ ਕੁ ਉਹਨੂੰ ਕੱਟ ਕੇ ਪਾਉਂਦਾ, ਉਹ ਨੀਅਰ ਅਬਾਊਟ ਬਹੁਤ ਜ਼ਿਆਦਾ ਡਿਫਰੈਂਸ ਹੈ। ਜੋ ਤੁਹਾਡੀ ਰਿਕਮੈਂਡੇਸ਼ਨ ਆ ਯੂਨੀਵਰਸਿਟੀ ਦੀ ਉਹ ਉੱਥੇ ਤੱਕ ਨਹੀਂ ਪਹੁੰਚਦੀ। ਸੋ ਇਸ ਕਰਕੇ ਜਾਨਵਰ ਦੀ ਜੁਗਾਲੀ ਪੂਰੀ ਨਹੀਂ ਹੁੰਦੀ, ਜਾਨਵਰ ਦਾ ਜਿਹੜਾ ਸਲੈਬਾ ਪੂਰਾ ਨਹੀਂ ਬਣਦਾ, ਜਾਨਵਰ ਦਾ ਬਫਰ ਪੂਰਾ ਨਹੀਂ ਬਣਦਾ, ਜਾਨਵਰ ਨੂੰ ਮੈਸਟੈਟਿਸ ਇੰਸੀਡੈਂਸ ਆਉਂਦਾ ਹੈ, ਲੋਕੋਮੋਸ਼ਨ ਆਉਂਦਾ ਹੈ, ਜਾਨਵਰ ਲੰਗੜਾਪਣ ਚਾਹੁੰਦਾ ਹੈ। ਸੋ ਇਸ ਕਰਕੇ ਫਾਈਬਰ ਦੀ ਲੈਂਥ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਅਸੀਂ ਫਾਰਮ ਨੂੰ ਜਾ ਕੇ ਇਹ ਗੱਲਾਂ ਵੀ ਦੱਸਦੇ ਹਾਂ। ਸੋ ਤੁਹਾਡੀ ਜੋ ਰਿਕਮੈਂਡੇਸ਼ਨ ਆ, ਤੁਹਾਡੀ ਜੋ ਰਿਸਰਚ ਹੈ, ਜਿੰਨਾ ਚਿਰ ਤੁਸੀਂ ਉਹ ਫਾਰਮ ਤੇ ਜਾ ਕੇ ਉਹਨੂੰ ਇੰਪਲੀਮੈਂਟ ਨਹੀਂ ਕਰਦੇ ਉਹਨਾਂ ਚਿਰ ਆਪਣੀ ਰਿਸਰਚ ਦਾ ਕੋਈ ਬਹੁਤਾ ਬੈਨੀਫਿਟ ਨਹੀਂ ਹੈਗਾ। ਸੋ ਰਿਸਰਚ ਨੂੰ ਜਿਹੜਾ ਹੈਗਾ ਆਪਾਂ ਇੰਪਲੀਮੈਂਟ ਕਰਨਾ ਉਹ ਬਹੁਤ ਜ਼ਰੂਰੀ ਹੈ, ਜੋ ਤੁਹਾਡੀ ਰਿਸਰਚ ਹੁੰਦੀ ਹੈ ਜਾਂ ਤੁਸੀਂ ਸਟੱਡੀ ਕੀਤੀ ਹੈ। ਉਸ ਤੋਂ ਬਾਅਦ ਸੈਲਜ ਦੇ ਵਿੱਚ ਅਲੱਗ-ਅਲੱਗ ਪਾਰਟਸ ਨੇ, ਜਿਸ ਤਰ੍ਹਾਂ ਦੇ ਵਿੱਚ ਜਿਹੜਾ ਹੈਗਾ 18 mm ਦਾ ਸਾਈਜ਼ ਆ ਉਹ ਕਿੰਨਾ ਹੋਗਾ, ਇਸ ਤਰ੍ਹਾਂ ਜਿਹੜਾ ਹੈਗਾ 8 mm ਦਾ ਸਾਈਜ਼ ਆ, ਇਹ ਜਿਹੜਾ ਹੈਗਾ 4 mm ਦਾ ਸਾਈਜ਼ ਆ, ਇਹ ਜਿਹੜਾ ਹੈਗਾ 1.18। ਸੋ 4 ਪਾਰਟ ਜਿਹੜੇ ਨੇ ਇਹ ਸੈਲਜ ਦੇ ਬਣਦੇ ਨੇ ਤੇ ਇਹਨਾਂ ਦੀ ਅਲੱਗ-ਅਲੱਗ ਜਿਹੜੀ ਆ ਰੇਸ਼ੋ ਹੁੰਦੀ ਹੈ। ਮੈਂ ਅੱਗੇ ਜਾ ਕੇ ਤੁਹਾਨੂੰ ਉਹ ਦੱਸਣ ਦੀ ਕੋਸ਼ਿਸ਼ ਕਰਾਂਗਾ। ਸੋ ਸੈਲਜ ਦਾ ਜੋ TMR ਦਾ ਮੋਇਸਚਰ ਕੰਟੈਂਟ ਵੱਧ ਜਾਂਦਾ ਸੀ, ਫਾਰਮਰ ਨੂੰ ਕਹਿੰਦੇ ਕਿ ਘੱਟਾ ਪਾ ਤਾਂ ਜੋ ਜਾਨਵਰ ਨੂੰ ਜਿਹੜਾ ਡਰਾਈ ਮੈਟਰ ਇਨਟੇਕ ਆ ਉਹਦਾ ਪੂਰਾ ਹੋਵੇ ਤੇ ਜਾਨਵਰ ਪੋਟੈਂਸ਼ੀਅਲ ਜੀਲਡ ਤੇ ਜਾਵੇ। ਸੋ ਇਸ ਕਰਕੇ ਸੈਲਜ ਨੂੰ ਅਸੀਂ 4 ਤੋਂ 5 ਘੰਟੇ ਕਹਿੰਦੇ ਕਿ ਜਦੋਂ TMR ਬਣ ਗਿਆ ਉਹਨੂੰ ਜੋ ਤੁਹਾਡਾ ਵਾਰਨਾ ਦੇ ਵਿੱਚ ਸਪੇਸ ਆ
ਉਹਦੇ ਵਿੱਚ ਸੈਲਜ ਨੂੰ ਪਾ ਕੇ ਤੂੰ ਉਹਨੂੰ ਸੁਕਾ ਦੇ ਤਾਂ ਜੋ ਜਾਨਵਰ ਨੂੰ ਜਿਹੜਾ ਡਰਾਈ ਮੈਟਰ ਆ ਉਹ ਪੂਰਾ ਹੋਵੇ। ਇਹ ਆਪਾਂ ਇਹ ਜਦ ਆਪਾਂ ਫਾਰਮਰ ਨੂੰ ਇਹ ਇੰਪਲੀਮੈਂਟ ਨਹੀਂ ਕਰਾਵਾਂਗੇ ਤਾਂ ਉਹਦਾ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਆ ਨਹੀਂ ਘਟੇਗੀ। ਜਾਨਵਰ ਦੀ ਆਮ ਤੌਰ ਤੇ ਦੇਖਿਆ ਕਿ ਜੋ ਅਸੀਂ ਫਾਰਮ ਚੈੱਕ ਕੀਤੇ ਆ ਤਕਰੀਬਨ ਅਸੀਂ 188 ਸੈਂਪਲ ਟੈਸਟ ਕੀਤੇ ਯੂਰਿਨ ਦੇ, ਜਿਹਦੇ ਵਿੱਚੋਂ ਸਾਨੂੰ 70% ਜਾਨਵਰ ਕੀਟੋਨ ਬਾਡੀ ਪੋਜ਼ਿਟਿਵ ਆਏ ਨੇ। ਸੋ ਇਹ ਬਹੁਤ ਵੱਡਾ ਇਹ ਵੀ ਡਿਫਰੈਂਸ ਹੈਗਾ ਕਿ ਜਾਨਵਰ ਦੀ ਜੋ એનર્ਜੀ ਦੀ ਰਿਕੁਆਇਰਮੈਂਟ ਆ ਅਰਲੀ ਲੈਕਟੇਸ਼ਨ ਦੀ ਉਹ ਫਾਰਮਰ ਪੂਰੀ ਨਹੀਂ ਕਰਦਾ। ਤੁਹਾਡੀ ਜੋ ਸਟੱਡੀ ਆ, ਤੁਹਾਡੀ ਜੋ ਰਿਸਰਚ ਆ ਯੂਨੀਵਰਸਿਟੀ ਦੀ, ਉਹ ਫਾਰਮਰ ਕੋਲ ਜਾ ਕੇ ਉਹ ਪੂਰੀ ਨਹੀਂ ਬੈਠਦੀ। ਫਾਰਮਰ ਦੀ ਜਿਹੜੀ ਪ੍ਰੈਕਟਿਸ ਆ ਉਹ ਆਪਣੇ ਤੁਹਾਡੇ ਦੱਸੇ ਅਨੁਸਾਰ ਬਹੁਤ ਡਿਫਰੈਂਸ ਆ, ਜਿਹਦੇ ਕਰਕੇ ਜਾਨਵਰ ਜਿਹੜਾ ਹੈਗਾ ਉਹ ਪੋਟੈਂਸ਼ੀਅਲ ਜੀਡ ਤੇ ਨਹੀਂ ਜਾਂਦਾ, ਉਹ ਨੈਗੇਟਿਵ એનર્ਜੀ ਬੈਲੈਂਸ ਜਾਂਦਾ। ਕੀਟੋਨ ਬਾਡੀ ਪੋਜ਼ਿਟਿਵ ਹੈ, ਜਿੱਥੇ ਕੀਟੋਨ ਬਾਡੀ ਪੋਜ਼ਿਟਿਵ ਆ ਤੁਸੀਂ ਦੇਖਿਆ ਹੋਣਾ ਉੱਥੇ ਜਾਨਵਰ ਦਾ ਦੁੱਧ ਪੂਰਾ ਨਹੀਂ ਆਉਂਦਾ ਤੇ ਜਾਨਵਰ ਦਾ ਮੈਸਟੈਟਿਸ ਇੰਸੀਡੈਂਸ ਵੀ ਹੋ ਸਕਦਾ, ਰਿਪੀਟਰ ਦੀ ਪ੍ਰੋਬਲਮ ਹੋ ਸਕਦੀ ਹੈ, ਹੋਰ ਵੀ ਪ੍ਰੋਬਲਮਾਂ ਜਾਨਵਰ ਨੂੰ ਆ ਸਕਦੀਆਂ ਨੇ। ਇਸ ਕਰਕੇ ਇਹ ਆਪਾਂ ਨੂੰ ਜਦੋਂ ਫਾਰਮਰ ਨੂੰ ਅਸੀਂ ਆਡਿਟ ਕਰਦੇ ਹਾਂ ਤਾਂ ਜਦੋਂ ਨੂੰ ਅਸੀਂ ਇਹਦੀ ਫੀਡ ਬੈਲੈਂਸ ਕਰਦੇ ਹਾਂ ਤਾਂ ਪਹਿਲਾਂ ਜਾਨਵਰ ਨੂੰ ਅਸੀਂ ਪ੍ਰੋਪਰ ਉਹਦਾ ਚੈੱਕਅਪ ਕਰਦੇ ਹਾਂ, ਉਹਦਾ ਫੋਡਰ ਟੈਸਟ ਕਰਦੇ ਹਾਂ, ਉਹਦਾ ਯੂਰਿਨ ਟੈਸਟ ਕਰਦੇ ਹਾਂ, ਉਹਦੇ ਪਾਣੀ ਦੀ ਪੀਐਚ ਕਿੰਨੀ ਆ, ਪਾਣੀ ਦੀ ਈਸੀ ਕਿੰਨੀ ਆ, ਪਾਣੀ ਦੀ TDS ਕਿੰਨੀ ਆ, ਪ੍ਰੋਪਰ ਟੈਸਟ ਕਰਦੇ ਹਾਂ। ਸੈੱਲ ਦੇ ਵਿੱਚ ਜਿਹੜੀ ਉਹ ਫਾਈਬਰ ਦੀ ਲੈਂਥ ਆ ਉਹ ਕਿੰਨੀ ਆ, ਪ੍ਰੋਪਰ ਟੈਸਟ ਕਰਦੇ ਹਾਂ, ਯੂਰਿਨ ਟੈਸਟ ਕਰਦੇ ਹਾਂ। ਫਿਰ ਜਾ ਕੇ ਜਿਹੜਾ ਹੈਗਾ ਉਸ ਨੂੰ ਜਿਹੜੀ ਉਹਦੀ ਫੀਡ ਦੀ ਬੈਲੈਂਸਿੰਗ ਕਰਕੇ ਉਹਨੂੰ ਮੇਨਟੇਨ ਕਰਕੇ ਫਿਰ ਉਹਨੂੰ ਜਿਹੜਾ ਹੈਗਾ TMR ਨੂੰ ਬੈਲੈਂਸ ਕਰਕੇ ਅੱਗੇ ਅਸੀਂ ਉਹਨੂੰ ਰਿਕਮੈਂਡੇਸ਼ਨ ਕਰਦੇ ਹਾਂ। ਤੋ ਜਦੋਂ ਅਸੀਂ ਫਾਰਮ ਤੇ ਇੰਟਰ ਕਰਦੇ ਹਾਂ, ਇਹ ਵੀ ਤੁਸੀਂ ਕਰਨਾ ਪੈਣਾ ਕਿ ਫਾਰਮਰ ਤੁਹਾਡੇ ਜਾਣ ਤੋਂ ਪਹਿਲਾਂ ਕੀ ਕਰ ਰਿਹਾ ਸੀ। ਉਹਦਾ ਗੋਹਾ ਲਿਆ, 1 ਕਿਲੋ ਗੋਹਾ ਲਿਆ, ਉਸ ਨੂੰ ਅਸੀਂ ਜਿਹੜਾ ਹੈਗਾ ਡਾਈਜੈਸਟਰ ਐਨਾਲਾਈਜ਼ਰ ਦੇ ਵਿੱਚ ਪਾਇਆ, ਜਦੋਂ ਉਹਨੂੰ ਛਾਣ ਕੇ ਗਰਮ ਪਾਣੀ ਦੇ ਵਿੱਚ ਇੱਕ ਪ੍ਰੋਸੈਸਰ ਵੀ ਦੇਖਿਆ ਹੋਣਾ ਤੁਸੀਂ ਕਰਦੇ ਹੋਵੋਗੇ, ਉਸ ਤੋਂ ਪਹਿਲਾਂ ਉਹਦੀ ਡਾਈਜੈਸਟੀਬਿਲਿਟੀ ਕਿੰਨੀ ਆ ਆਪ ਦੇਖਿਆ ਜਾਂਦਾ ਕਿ ਸਾਡੀ ਜਿਹੜੀ ਫੀਡ ਫਾਰਮੂਲੇਸ਼ਨ ਤੋਂ ਪਹਿਲਾਂ ਉਹਦੀ ਜਿਹੜੀ ਅਨਡਾਈਜੈਸਟ ਪਾਰਟ ਸੀਗਾ ਉਹ ਤਕਰੀਬਨ ਬਹੁਤ ਜ਼ਿਆਦਾ ਸੀ। ਜਦੋਂ ਅਸੀਂ ਇਹਨੂੰ ਫੀਡ ਬੈਲੈਂਸ ਕੀਤਾ ਕਿ ਉਹਦਾ ਜਿਹੜਾ ਅਨਡਾਈਜੈਸਟ ਪਾਰਟ ਆ ਉਹ ਘਟ ਗਿਆ, ਨੀਅਰ ਅਬਾਊਟ ਅਸੀਂ ਦੇਖਿਆ 38% ਜਿਹੜਾ ਹੈਗਾ ਡਾਈਜੈਸਟੀਬਿਲਿਟੀ ਉਹਦੀ ਵਧਾ ਦਿੱਤੀ ਗਈ ਹੈ। ਸੋ ਜਦੋਂ ਤੁਸੀਂ ਡਾਈਜੈਸਟੀਬਿਲਿਟੀ ਵਧਾ ਦੇਵਾਂਗੇ ਅਸੀਂ ਜਾਂ ਤੁਸੀਂ ਵਧਾ ਦੇਵੋਗੇ ਤਾਂ ਨੇਚਰਲੀ ਆ ਕਿ ਉਹ ਜਾਨਵਰ ਦਾ ਕਾਸਟ ਆਫ ਪ੍ਰੋਡਕਸ਼ਨ ਘਟ ਜਾਣੀ ਹੈ। ਸੋ ਮੈਂ ਦੁਬਾਰੇ ਫਿਰ ਇਹ ਰਿਵਾਈਜ਼ ਕਰਦਾ ਕਿ ਦੁੱਧ ਦਾ ਰੇਟ ਨਹੀਂ ਮਿਲਣਾ, ਕੰਪੀਟੀਸ਼ਨ ਇਹਨਾਂ ਹਾਰਡ ਆ ਵਰਲਡ ਦੇ ਵਿੱਚ। ਆਪਾਂ ਦੁੱਧ ਦਾ ਪੈਦਾਵਾਰੀ ਖਰਚਾ ਹੀ ਘਟਾ ਲਈਏ 3 ਤੋਂ 4 ਰੁਪਏ ਤਾਂ ਦੁੱਧ ਦਾ ਵੈਸੀਕਲੀ ਰੇਟ ਵਧ ਗਿਆ, ਫਾਰਮਰ ਜਿਹੜਾ ਹੈਗਾ ਪ੍ਰੋਫਿਟ ਚਲਾ ਜਾਵੇਗਾ। ਇੱਥੇ ਗੱਲ ਯਾਦ ਰੱਖਣ ਦੇ ਯੋਗ ਹੈਗੀ ਆ ਕਿ ਜੇ ਫਾਰਮਰ ਦੇ ਕੋਲ ਜਾਨਵਰ ਨਾ ਰਹੇ ਤੇ ਨਾ ਆਪਣੀ ਡਿਗਰੀ ਕੰਮ ਆਉਣੀ ਹੈ ਤੇ ਨਾ ਹੀ ਸਾਡੀ ਫੀਡ ਕੰਮ ਆਉਣੀ ਹੈ। ਸੋ ਆਪਣੀ ਜੋ ਡਿਗਰੀ ਆ, ਆਪਣਾ ਜੋ ਵਰਕ ਆ, ਆਪਣਾ ਜੋ ਬਿਜ਼ਨਸ ਆ ਉਹ ਜਾਨਵਰਾਂ ਤੋਂ ਉੱਤੋਂ ਆਉਣਾ ਤੇ ਜਾਨਵਰ ਨੂੰ ਬਚਾਉਣਾ ਤੇ ਉਹਦਾ ਕਾਸਟ ਆਫ ਪ੍ਰੋਡਕਸ਼ਨ ਘਟਾਉਣੀ ਬਹੁਤ ਮੁੱਢਲਾ ਫਰਜ਼ ਆ। ਫਿਰ ਹੀ ਆਪਾਂ ਜਾਨਵਰ ਤੋਂ ਪੂਰਾ ਦੁੱਧ ਲੈ ਕੇ, ਸਸਤਾ ਦੁੱਧ ਲੈ ਕੇ ਫਾਰਮਰ ਨੂੰ ਪ੍ਰੋਫਿਟ ਲਿਆ ਕੇ ਤਦੇ ਆਪਾਂ ਆਪਣੇ ਬਿਜ਼ਨਸ ਦੇ ਵਿੱਚ ਵੱਧ ਸਕਦੇ ਹਾਂ। ਸੋ ਮੱਝਾਂ ਦੇ ਵਿੱਚ ਵੀ ਇਹੀ ਸਿਸਟਮ ਆ, ਗਾਵਾਂ ਦੇ ਵੀ ਇਹੀ ਸਿਸਟਮ ਆ। ਸੋ ਆਪਾਂ ਦੋਨਾਂ ਦੀ ਜਿਹੜੀ TMR ਆ, ਉਹਦੀ ਰਿਕੁਆਇਰਮੈਂਟ ਜਿਹੜੀ ਜਾਨਵਰ ਦੀ ਆ ਉਹਨੂੰ ਪੂਰਾ ਕਰਨਾ ਬਹੁਤ ਵੱਡਾ ਰੋਲ ਹੈ। ਸੋ ਇਸ ਕਰਕੇ ਅਸੀਂ ਸਾਬਤ ਕਰਕੇ ਦਿਖਾਇਆ ਕਿ ਜਾਨਵਰ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਅਸੀਂ ਪੂਰੀ ਕੀਤੀ ਹੈ। ਸਾਡੇ ਕੋਲ ਪੂਰੇ ਡਾਟੇ ਨੇ, ਅਸੀਂ ਤੁਹਾਨੂੰ ਡਾਟੇ ਵੀ ਦੇਣ ਨੂੰ ਤਿਆਰ ਆ। 2 ਲੀਟਰ ਤੋਂ ਲੈ ਕੇ 10 ਲੀਟਰ ਤੱਕ ਦੁੱਧ ਡੇਲੀ ਅਸੀਂ ਉਸੇ ਫਾਰਮ ਦਾ ਵਧਾਇਆ ਜਿਹੜਾ ਕਿ ਜਾਨਵਰ ਦੁੱਧ ਉੱਥੇ ਖੜਾ ਸੀ। ਵਿਦਨ ਵੀਕ, ਇੱਕ ਹਫ਼ਤੇ ਦੇ ਵਿੱਚ ਉਹਦਾ 10 ਲੀਟਰ ਦੁੱਧ ਵਧਾਤਾ ਉਨੀ ਹੀ ਕਾਸਟ ਤੇ। ਸੋ ਜੇ ਆਪਾਂ 10 ਲੀਟਰ ਦੁੱਧ ਵੀ ਵੱਧ ਗਿਆ, ਫਾਰ ਐਗਜ਼ਾਮਪਲ ਸਾਰਿਆਂ ਦਾ ਨਹੀਂ ਵੱਧਦਾ, 2 ਤੋਂ ਲੈ ਕੇ 10 ਲੀਟਰ ਤੇ ਮੈਂ ਗੈਪ ਦੱਸਿਆ, ਤਾਂ ਤਕਰੀਬਨ ਜਾਨਵਰ ਦਾ ਜੇ 600 ਕਿਲੋ ਦਾ ਜਾਨਵਰ ਆ, ਅਸੀਂ ਫਾਰਮਰ ਨੂੰ ਇਹ ਗੱਲ ਵੀ ਐਡਵਾਈਜ਼ ਕਰਦੇ ਹਾਂ ਕਿ ਜੇ ਤੁਹਾਡੇ ਕੋਲ ਇੱਕ ਜਾਨਵਰ 600 ਕਿਲੋ ਦਾ ਉਹ 20 ਲੀਟਰ ਦੁੱਧ ਦੇ ਰਿਹਾ, ਇੱਕ ਤੁਹਾਡੇ ਕੋਲ 600 ਕਿਲੋ ਜਾਨਵਰ ਆ ਉਹ 40 ਲੀਟਰ ਦੁੱਧ ਦੇ ਰਿਹਾ, ਹੁਣ ਦੋਨਾਂ ਦਾ ਜਿਹੜਾ 600 ਕਿਲੋ ਬੋਡੀ weight ਆ ਉਹਦੇ ਨਾਲ ਤਾਂ ਉਹਨੇ ਡਰਾਈ ਮੈਟਰ ਉਹਦੇ ਖਾਣਾ ਹੀ ਖਾਣਾ, ਲੇਕਿਨ 20 ਲੀਟਰ ਦੁੱਧ ਜਿਹੜਾ ਉਹ ਐਕਸੈਸ ਪੈਦਾ ਕਰੇਗਾ ਉਹਦੇ ਨਾਲ ਉਹਦੀ ਕਾਸਟ ਆਫ ਪ੍ਰੋਡਕਸ਼ਨ ਘਟ ਜਾਣੀ ਆ। ਸੋ ਇਸ ਕਰਕੇ 600 ਕਿਲੋ ਦੋਨੋਂ ਗਾਵਾਂ ਜਿਹੜੀਆਂ ਹੈਗੇ ਨੇ ਉਹਨਾਂ ਦਾ ਜਿਹੜਾ ਡਰਾਈ ਮੈਟਰ ਆ ਉਹ ਸੇਮ ਆ, ਪਰ ਦੁੱਧ ਜਿਹੜਾ ਵੱਧ ਦੇ ਰਿਹਾ, ਇਸ ਕਰਕੇ ਦੁੱਧ ਲਈ ਥੋੜਾ ਜਿਹਾ ਫੀਡ ਵੱਧ ਖਾਏਗਾ ਲੇਕਿਨ ਦੁੱਧ ਉਹ ਸਸਤਾ ਪੈਦਾ ਕਰੇਗਾ। ਅਸੀਂ ਪੰਜਾਬ ਦੇ ਵਿੱਚ ਜਿੰਨੇ ਵੀ ਫਾਰਮ ਨੇ ਅਸੀਂ ਆਡਿਟ ਕੀਤੇ ਆ, ਅਸੀਂ ਕੱਲੇ ਜਾਨਵਰ ਦਾ ਬੋਡੀ weight ਲੈਨੇ ਆ, ਉਹਦੇ ਟੇਪ ਸਾਡੇ ਕੋਲ ਹੈਗੀ ਆ, ਅਸੀਂ ਉਹ ਟੇਪ ਵੀ ਉਹਨੂੰ ਅਸੀਂ ਜਿਹੜੀ ਪ੍ਰੋਵਾਈਡ ਕਰਵਾ ਦਿੰਨੇ ਆ। ਉਹਦੇ ਨਾਲ ਜਾਨਵਰ ਦਾ ਬੋਡੀ weight ਚੈੱਕ ਕੀਤਾ ਜਾਂਦਾ, ਫਿਰ ਜਾਨਵਰ ਕਿੰਨੇ ਦਿਨਾਂ ਦਾ ਸੋਇਆ ਹੋਇਆ ਉਹ ਦੇਖਿਆ ਜਾਂਦਾ, ਜਾਨਵਰ ਦਾ ਦੁੱਧ ਕਿੰਨਾ ਉਹ ਦੇਖਿਆ ਜਾਂਦਾ, ਜਾਨਵਰ ਦੇ ਦੁੱਧ ਵਿੱਚ ਫੈਟ ਕਿੰਨੀ ਆ ਉਹ ਦੇਖਿਆ ਜਾਂਦਾ, ਫਿਰ ਉਹਦਾ ਜਾ ਕੇ ਡਰਾਈ ਮੈਟਰ ਬਣਦਾ। ਫਿਰ ਅਸੀਂ ਉਹਨੂੰ ਦਿੰਦੇ ਆ ਕਿ ਤੁਹਾਡੇ ਜਾਨਵਰ ਅਰਲੀ, ਮਿਡ, ਲੇਟ ਤੇ ਟ੍ਰਾਂਜੈਕਸ਼ਨ ਜਿਹੜੇ ਹੈਗੇ ਨੇ ਤੇ ਡਰਾਈ ਹਫਤੇ ਤੇ ਜਾਂ ਟ੍ਰਾਂਜੈਕਸ਼ਨ ਦੇ ਵਿੱਚ ਜਿਹੜੇ ਜਾਨਵਰ ਨੇ ਉਹਨਾਂ ਦਾ ਇੰਨਾ ਸੈਲਜ ਬਣਦਾ ਤੇ ਇੰਨੇ ਕਿਲੋ ਫੀਡ ਬਣੇਗੀ, ਇੰਨਾ ਉਹਨੂੰ ਸਟਾਪ ਪਾਉਣਾ, ਉਹ ਬਿਲਕੁਲ ਜੋ ਕੇ ਪਾਉਂਦੇ ਨੇ ਤੇ ਉੱਥੇ ਰਿਜ਼ਲਟ ਜਿਹੜੇ ਨੇ ਬਹੁਤ ਵਧੀਆ ਆਉਂਦੇ ਨੇ। ਕਿਉਂਕਿ
ਕਈ ਫਾਰਮਰ ਦੇਖੇ ਨੇ ਉਹ ਸੈਲੇ ਜ਼ਿਆਦਾ ਪਾਉਂਦੇ ਨੇ, ਫੀਡ ਘੱਟ ਪਾਉਂਦੇ ਨੇ, ਕਈ ਜਾਨਵਰ ਤੂੜੀ ਜ਼ਿਆਦਾ ਪਾਉਂਦੇ ਨੇ ਫਾਰਮਰ, ਸੌਰੀ, ਤੇ ਉਹ ਫਾਡਰ ਘੱਟ ਪਾਉਂਦੇ ਨੇ। ਸੋ ਇਸ ਕਰਕੇ ਅਸੀਂ ਉਹਨੂੰ ਬੈਲੈਂਸ ਕਰਕੇ ਦਿੰਦੇ ਆ। ਇਹ ਜਿਹੜਾ ਬਹੁਤ ਵੱਡਾ ਕਨਸੈਪਟ ਜਿਹੜਾ ਅਸੀਂ ਲੈ ਕੇ ਆਏ ਆ, ਸ਼ਾਇਦ ਇੰਡੀਆ 'ਚ ਪਹਿਲੀ ਵਾਰ ਅਸੀਂ ਇਹ ਕੰਮ ਸ਼ੁਰੂ ਕੀਤਾ। ਇੰਡੀਵਿਜੂਅਲ ਫਾਰਮਰ ਤੇ ਉਹਦਾ ਟੈਸਟ ਕਰਕੇ, ਸਾਰਾ ਆਡਿਟ ਕਰਕੇ, ਉਹਦੇ ਹਿਸਾਬ ਨਾਲ ਹੀ ਪ੍ਰੀਮਿਕਸ ਤਿਆਰ ਕੀਤਾ ਜਾਂਦਾ, ਉਹਦੇ ਹਿਸਾਬ ਨਾਲ ਹੀ ਉਹਨੂੰ ਫੀਡ ਦਾ ਚਾਰਟ ਦਿੱਤਾ ਜਾਂਦਾ। ਜਾਨਵਰ ਦੀ ਜਿਹੜੀ ਪਰਫਾਰਮੈਂਸ ਆ ਉਹ ਬਹੁਤ ਵਧੀਆ ਆ ਰਹੀ ਹੈ ਤੇ ਜਿਹੜੇ ਫਾਰਮਰ ਨੇ ਉਹ ਬਹੁਤ ਖੁਸ਼ ਨੇ। ਸੋ ਗਾਵਾਂ ਜਿਹੜੀਆਂ ਨੇ ਤਕਰੀਬਨ ਰਿਕਾਰਡ ਜੋ ਏਸ਼ੀਆ ਦਾ ਰਿਕਾਰਡ ਹੈਗਾ 70.136 ਲੀਟਰ ਦਾ, ਉਹ ਮੇਰੀ ਦੇਖ ਰੇਖ 'ਚ ਹੋਇਆ ਸੀਗਾ ਨੂਰਪੁਰ ਹਕੀਮਾ ਹਰਪ੍ਰੀਤ ਦੀ ਗਾਂ ਦਾ। ਉਹ ਦੁੱਧ ਜਿਹੜਾ ਹੈਗਾ 70 ਲੀਟਰ ਅਸੀਂ ਜਗਰਾਵਾਂ ਮੇਲੇ ਦੇ ਵਿੱਚ ਕੱਢਿਆ ਸੀ। ਉਸੇ ਫਾਰਮ ਤੇ 86 ਲੀਟਰ ਦੁੱਧ ਵੀ ਅਸੀਂ ਕਢਾਇਆ ਗਿਆ। ਉਹ ਸਾਡੇ ਕੋਲ ਗਾਂ ਦਾ ਜਿਹੜਾ ਹੈਗਾ ਡਾਟਾ ਹੈਗਾ। ਸੋ ਇਸ ਕਰਕੇ ਗਾਵਾਂ ਪੰਜਾਬ ਦੇ ਵਿੱਚ ਇੱਕ ਗੱਲ ਸੋਚਣ ਵਾਲੀ ਹੈ, ਬਹੁਤ ਫਿਊਚਰ ਸ਼ਾਰਪ ਆ ਆਪਣਾ, ਕਿ ਗਾਵਾਂ ਪੰਜਾਬ ਦੇ ਵਿੱਚ 3rd ਜਨਰੇਸ਼ਨ 4th ਜਨਰੇਸ਼ਨ ਤੇ ਆ ਚੁੱਕੀਆਂ ਨੇ। ਪਰ ਦੁੱਧ ਫਾਰਮਰ ਜਿਹੜੇ ਨੇ, ਕਿਉਂਕਿ ਲੈਕ ਆਫ ਨੌਲੇਜ, ਉਹ ਦੁੱਧ ਜਿਹੜਾ 30 35 40 ਲੀਟਰ ਦਾ ਲੈ ਰਹੇ ਨੇ। ਪਰ ਜਿਹੜੇ 3rd ਜਨਰੇਸ਼ਨ ਤੇ ਗਾਵਾਂ ਆ ਚੁੱਕੀਆਂ ਨੇ, ਉਹ ਜਾਨਵਰ 55 60 65 ਲੀਟਰ ਤੱਕ ਆਰਾਮ ਨਾਲ ਪਹੁੰਚ ਸਕਦੀਆਂ ਨੇ। ਸੋ ਜਿਹੜੇ ਫਾਰਮਰ ਆਪਣੀ ਗਾਂ ਨੂੰ 30 35 ਲੀਟਰ ਤੇ ਖੜੇ ਨੇ, ਜੇ ਆਪਾਂ ਨੂੰ ਬੈਲੈਂਸ ਡਾਈਟ ਦੇ ਕੇ ਤੁਹਾਡੀ ਜਿਹੜੀ ਰਿਸਰਚ ਆ ਉਹਨੂੰ ਉੱਥੇ ਇੰਪਲੀਮੈਂਟ ਕਰਕੇ ਉਹ ਜਾਨਵਰ ਦਾ ਦੁੱਧ ਆਪਾਂ 45 50 ਤੇ ਕਰ ਦੇਵਾਂਗੇ, ਆਟੋਮੈਟਿਕਲੀ ਉਹਦਾ ਕਾਸਟ ਆਫ ਪ੍ਰੋਡਕਸ਼ਨ ਬਹੁਤ ਘਟ ਜਾਣੀ ਹੈ। ਸੋ ਇਸ ਕਰਕੇ ਕਾਸਟ ਆਫ ਪ੍ਰੋਡਕਸ਼ਨ ਤਦ ਘਟੇਗੀ ਜਿਹੜੀਆਂ ਗਾਵਾਂ ਦਾ ਦੁੱਧ ਆਪਾਂ ਪਰ ਈਅਰ ਜੀਲਡ ਉਹਦਾ ਵਧਾਵਾਂਗੇ। ਸੋ ਇਸ ਕਰਕੇ ਜਿੰਨੀਆਂ ਵੀ ਗਾਵਾਂ ਅਸੀਂ ਡੀਲ ਕਰ ਰਹੇ ਹਾਂ, ਆਡਿਟ ਕਰ ਰਹੇ ਹਾਂ, ਉੱਥੇ ਜੀਲਡ ਜਿਹੜਾ ਹੈਗਾ 10 ਤੋਂ ਲੈ ਕੇ 15% ਜੀਲਡ ਅਸੀਂ ਉਹ ਜਾਨਵਰ ਫਾਰਮ ਦਾ ਵਧਾਇਆ ਹੈਗਾ। ਸੋ ਦੂਸਰੀ ਜਿਹੜੀ ਗੱਲ ਹੈਗੀ ਆ, ਗੋਲ ਦੇ ਵਿੱਚ ਆਪਾਂ ਗੱਲ ਕਰੀਏ ਫਾਰਮ ਦੇ ਵਿੱਚ ਮੈਕਸਿਮਮ ਰਿਟਰਨ ਅਤੇ ਹਾਈ ਪ੍ਰੋਡਕਸ਼ਨ, ਗੁੱਡ ਹੈਲਥ ਤੇ ਸਕਸੈਸਫੁਲ ਰਿਪਰੋਡਕਸ਼ਨ, ਇਹ 4 ਜਿਹੜੇ ਗੋਲ ਨੇ ਫਾਰਮ ਲਈ। ਜੇ 4 ਚੀਜ਼ਾਂ ਪੂਰੀਆਂ ਕਰੇਗਾ ਤਦੇ ਫਾਰਮ ਜਿਹੜਾ ਹੈਗਾ ਉਹ ਸਕਸੈਸ ਹੋਊਗਾ। ਸੋ ਇਸ ਦੇ ਵਿੱਚ ਜੇ ਦੇਖਿਆ ਜਾਵੇ ਕਿ ਆਪਾਂ ਰਿਸਰਚ ਤੇ ਪ੍ਰੈਕਟਿਸ ਸੁਣ ਕੇ ਕਿ ਲੈਕਟੇਸ਼ਨ ਮੈਨੇਜਮੈਂਟ ਜਿਹੜਾ ਹੈਗਾ ਉਹ ਆਪਾਂ ਡਰਾਈ ਪੀਰੀਅਡ ਦੇ ਵਿੱਚ ਫਾਰਮ ਨੂੰ ਸ਼ੁਰੂ ਕਰਾਵਾਂਗੇ ਤਾਂ ਫਾਰਮਰ ਜਿਹੜਾ ਹੈਗਾ ਉਹ ਆਟੋਮੈਟਿਕਲੀ ਉਹ ਪ੍ਰੋਫਿਟ ਵੱਲ ਜਾਏਗਾ। ਜੇ ਫਾਰਮਰ ਸੇਵਾ ਸੂਣ ਤੋਂ ਬਾਅਦ ਜਾਨਵਰ ਦੀ ਕਰੇਗਾ, ਉੱਥੇ ਪ੍ਰੋਫਿਟ ਨਹੀਂ ਆਏਗਾ, ਉੱਥੇ ਪ੍ਰੋਬਲਮ ਆਏਗੀ। ਸੋ ਡਰਾਈ ਪੀਰੀਅਡ ਦੇ ਵਿੱਚ ਜਾਨਵਰ ਦੀ ਜਿਹੜੀ ਸੇਵਾ ਕਰਨੀ ਆ, ਉਸ ਦੀ ਰਿਕੁਆਇਰਮੈਂਟ ਪੂਰੀ ਕਰਨਾ ਜਾਂ ਤੁਹਾਡੇ ਵੱਲੋਂ ਕਰਵਾਉਣੀ ਬਹੁਤ ਹੀ ਜ਼ਰੂਰੀ ਆ। ਇੱਥੇ ਤੁਹਾਡਾ ਜਿਹੜਾ ਫਿਊਚਰ ਆ ਉਹ ਸਾਰਪ ਆ। ਜੇ ਤੁਸੀਂ ਫਾਰਮਰ ਨੂੰ ਜਿਹੜਾ ਹੈਗਾ ਡਰਾਈ ਪੀਰੀਅਡ ਦੇ ਵਿੱਚੋਂ ਸਾਂਭ ਕੇ ਉਹਦੀ ਰਿਕੁਆਇਰਮੈਂਟ ਪੂਰੀ ਕਰਕੇ ਚਲਾਵੋਗੇ ਤਾਂ ਨੈਚੁਰਲੀ ਉਹ ਆਫਟਰ ਡਿਲੀਵਰੀ ਜਾਂ ਜਿਹੜਾ ਪਰਚੁਰੇਸ਼ਨ ਉਹ ਜਾਨਵਰ ਹੈਗਾ ਪੀਕ ਤੇ ਪਹੁੰਚ ਸਕਦਾ। ਇਹਦੇ ਵਿੱਚ ਕਾਫੀ ਲਿਮਿਟੇਸ਼ਨ ਫਾਰਮ ਦੇ ਵਿੱਚ ਕਾਫੀ ਉਹ ਦੇਖਿਆ ਕਿ 60 ਦਿਨ ਤੋਂ ਪਹਿਲਾਂ ਉਹ ਡਰਾਈ ਕਰ ਦਿੰਦੇ ਨੇ, 70 80 90 ਦਿਨ 100 ਦਿਨ ਪਹਿਲਾਂ ਹੀ ਜਾਨਵਰ ਨੂੰ ਡਰਾਈ ਕਰ ਦਿੰਦੇ ਨੇ, ਜਾਨਵਰ ਦੁੱਧ ਘੱਟ ਦਿੰਦਾ। ਜਾਂ ਕਈ ਫਾਰਮਰ ਅਸੀਂ ਦੇਖੇ ਆ ਕਿ ਉਹ 45 ਦਿਨ ਜਾਂ 40 ਦਿਨ ਹੀ ਛੱਡਦੇ ਨੇ। ਇਹ ਬਹੁਤ ਵੱਡਾ ਗੈਪ ਆ ਤੁਹਾਡੀ ਰਿਸਰਚ ਦੇ ਵਿੱਚ ਅਤੇ ਫਾਰਮਰ ਦੀ ਪ੍ਰੈਕਟਿਸ ਦੇ ਵਿੱਚ। ਸੋ ਇਸ ਕਰਕੇ ਇਹ ਆਪਾਂ ਫਾਰਮਰ ਨੂੰ ਸਮਝਾਉਣ ਦੀ ਬਹੁਤ ਲੋੜ ਆ ਕਿ ਤੁਸੀਂ ਜਿਹੜਾ ਡਰਾਈ ਪੀਰੀਅਡ ਆ ਉਹ 60 ਦਿਨ ਤੋਂ ਘੱਟ ਨਹੀਂ ਰੱਖਣਾ ਅਤੇ 70 ਦਿਨ ਤੋਂ ਵੱਧ ਵੀ ਨਹੀਂ ਰੱਖਣਾ। ਜਿਵੇਂ ਦੇਖਿਆ ਗਿਆ ਕਿ ਡਰਾਈ ਕਾਉ ਦੇ ਵਿੱਚ ਉਹ ਫਾਰਮਰ ਆਮ ਤੌਰ ਤੇ ਪੰਜਾਬ 'ਚ ਦੇਖਿਆ ਹੋਣਾ ਕਿ ਉਹ ਬੰਨ੍ਹ ਕੇ ਰੱਖਦੇ ਨੇ। ਜਿੱਥੇ ਜਾਨਵਰ ਬੰਨ੍ਹਿਆ ਰੱਖਦਾ ਉਹਦੀ ਐਕਸਰਸਾਈਜ਼ ਨਹੀਂ ਹੁੰਦੀ ਤਾਂ ਉਹਦੇ ਮਸਲ ਜਿਹੜੇ ਨੇ ਉਹ ਉਹਨੇ ਜਿਹੜੇ ਐਕਸੈਪਟ ਨਹੀਂ ਕਰਦੇ, ਮਸਲ ਠੀਕ ਨਹੀਂ ਬਣਦੇ। ਅਤੇ ਨੌਨ ਐਕਸਰਸਾਈਜ਼ ਕਾਉ ਨੇ ਜਿਹੜੀਆਂ ਉਹਨਾਂ ਦੇ ਵਿੱਚ ਕਾਵਰ ਰਿਲੇਟਡ ਪ੍ਰੋਬਲਮ ਆਉਂਦੀ ਆ। ਤੁਸੀਂ ਰਿਸਰਚ ਕੀਤੀ ਆ, ਉਹਨਾਂ ਦੇ ਵਿੱਚ ਮੈਸਟੈਟਿਸ ਦਾ ਜਾਂ ਲੈਗ ਪ੍ਰੋਬਲਮ ਦੀ ਵੀ ਪ੍ਰੋਬਲਮ ਆਉਂਦੀ ਆ ਨੌਨ ਐਕਸਰਸਾਈਜ਼ ਕਾਉ ਦੇ ਵਿੱਚ। ਸੋ ਉਹਨਾਂ ਦਾ ਜਿਹੜੀ ਵਰਜਿਸ਼ ਕਰਾਉਣੀ, ਐਕਸਰਸਾਈਜ਼ ਕਰਾਉਣੀ ਬਹੁਤ ਹੀ ਜ਼ਰੂਰੀ ਆ। ਇਹ ਵੀ ਇੱਕ ਆਪਾਂ ਨੂੰ ਜ਼ਰੂਰ ਤੁਹਾਨੂੰ ਫੋਰਸ ਕਰਨਾ ਪੈਣਾ ਫਾਰਮ ਨੂੰ ਜਾ ਕੇ ਕਿ ਜੋ ਡਰਾਈ ਫੀਡ ਆ ਜਾਂ ਜਿਹੜੀ ਉਸਦੀ ਹੈਗੀ ਆ ਕਲੋਜ਼ਅਪ ਦੇ ਵਿੱਚ ਟ੍ਰਾਂਜੈਕਸ਼ਨ ਫੇਸ ਦੇ ਵਿੱਚ ਉਹਦੀ ਵਰਜਿਸ਼ ਕਰਾਉਣਾ, ਐਕਸਰਸਾਈਜ਼ ਕਰਾਉਣਾ ਬਹੁਤ ਹੀ ਜ਼ਰੂਰੀ ਆ। ਖੁੱਲੇ ਜਾਨਵਰ ਰੱਖਣੇ ਨੇ। ਜੇ ਆਪਾਂ ਇਹਨਾਂ ਤੋਂ ਪੂਰਾ ਦੁੱਧ ਲੈਣਾ ਤੇ ਉਹਦੀ ਕਾਸਟ ਆਫ ਪ੍ਰੋਡਕਸ਼ਨ ਘਟਾਣੀ ਹੈਗੀ ਆ, ਨਹੀਂ ਤੇ ਬਿਮਾਰੀਆਂ ਦਾ ਬਹੁਤ ਜ਼ਿਆਦਾ ਵਾਧਾ ਆਉਂਦਾ ਅਤੇ ਜਿਹੜੀ ਕਾਸਟ ਆ ਉਹ ਵੀ ਮਹਿੰਗੀ ਹੁੰਦੀ ਆ ਪ੍ਰੋਡਕਸ਼ਨ ਦੁੱਧ ਦੀ। ਉਸ ਕਰਕੇ ਐਕਸਰਸਾਈਜ਼, ਖੁੱਲੀਆਂ ਗਾਵਾਂ ਰੱਖਣੀਆਂ ਜਾਂ ਮੱਝਾਂ ਉਹ ਆਪਾਂ ਲਈ ਬਹੁਤ ਲੋੜਵੰਦ ਹੈਗੀ ਆ। ਦੂਜੀ ਗੱਲ ਦੇਖਿਆ ਜਾਵੇ, ਜੇ ਗੁੱਡ ਡਰਾਈ ਪ੍ਰੋਗਰਾਮ ਦਾ ਆਪਾਂ ਅਪਣਾ ਲਈਏ ਜਿਹਦੇ ਵਿੱਚ ਜਾਨਵਰ ਨੂੰ 2 ਮਹੀਨੇ ਡਰਾਈ ਕਰਨਾ ਅਤੇ ਉਹਦੀ ਐਕਸਰਸਾਈਜ਼ ਪੂਰੀ ਕਰਾਣੀ ਆ ਅਤੇ ਉਹਨੂੰ ਪਾਣੀ ਪੂਰਾ ਮਿਲੇ, ਜਾਨਵਰ ਨੂੰ ਜਗ੍ਹਾ ਪੂਰੀ ਮਿਲੇ ਤਾਂ 450 ਤੋਂ ਲੈ ਕੇ 500 ਲੀਟਰ ਦੁੱਧ ਸਾਲਾਨਾ ਵੱਧ ਪੈਦਾ ਕਰਦੀ ਹੈ। ਇਹੀ ਇੱਕ ਵੱਡਾ ਫਰਕ ਆ ਜਿੱਥੇ ਆਪਾਂ ਕਾਸਟ ਆਫ ਪ੍ਰੋਡਕਸ਼ਨ ਘਟਾ ਸਕਦੇ ਹਾਂ ਕਿ ਜਾਨਵਰ ਨੂੰ ਆਪਾਂ ਮੈਨੇਜਿੰਗ ਜਿਹੜੀ ਡਰਾਈ ਕਾਉ ਦੇ ਵਿੱਚ ਕਰਕੇ ਵਧੀਆ ਮੈਨੇਜ ਕਰਕੇ ਆਪਾਂ ਉਹਦਾ ਸਾਲਾਨਾ ਦੁੱਧ ਹੀ ਵਧਾ ਦਈਏ ਤਾਂ ਜਾਨਵਰ ਦੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਉਹ ਘਟ ਜਾਂਦੀ ਹੈ। ਡਰਾਈ ਪੀਰੀਅਡ ਦੇ ਵਿੱਚ ਜਿਹੜਾ ਹੈਗਾ ਆਪਾਂ ਦੇਖਿਆ ਹੋਣਾ ਕਿ ਅਸੀਂ ਜਿਹੜਾ ਹੈਗਾ 1.8 ਤੋਂ ਲੈ ਕੇ 2% ਤੋਂ ਡਰਾਈ ਮੈਟਰ ਜਿਹੜਾ ਹੈਗਾ ਪੂਰਾ ਕਰ ਦਿੰਦੇ ਹਾਂ।
ਉਹਦੇ ਬੋਡੀ weight ਦਾ। ਹੁਣ ਜੇ ਆਪਣੇ ਕੋਲ ਜਾਨਵਰ ਦਾ ਬੋਡੀ weight ਹੀ ਨਹੀਂ ਤਾਂ ਆਪਾਂ ਉਸਦਾ ਜਿਹੜਾ ਡਰਾਈਵ ਮੈਟਰ ਕਿਵੇਂ ਪੂਰਾ ਕਰਾਂਗੇ। ਸੋ ਇਸ ਕਰਕੇ ਜਾਨਵਰ ਦਾ ਬੋਡੀ weight ਇੰਡੀਵਿਜੂਅਲ ਕਰਨਾ ਬਹੁਤ ਹੀ ਜ਼ਰੂਰੀ ਆ। ਫਾਰਮਰ ਨੂੰ ਕਨਵਿੰਸ ਕਰਨਾ ਕਿ ਤੂੰ ਜਾਨਵਰ ਦਾ ਬੋਡੀ weight ਦੇ, ਉਸ ਤੋਂ ਬਾਅਦ ਉਹਦਾ ਡਰਾਈਵ ਮੈਟਰ ਬਣੇਗਾ, ਉਸ ਤੋਂ ਬਾਅਦ ਉਹਦੀ ਰਿਕੁਆਇਰਮੈਂਟ ਬਣੇਗੀ। ਇਸ ਤਰ੍ਹਾਂ ਜਿਹੜੀ ਫੀਡ ਸੈਲੇਜ ਆ, ਮੈਂ ਦੱਸਿਆ ਪਹਿਲਾਂ ਕਿ ਉਹਦਾ ਸਾਈਜ਼ ਵੱਡਾ ਹੋਣਾ ਚਾਹੀਦਾ, ਕੈਲਸ਼ੀਅਮ ਤੇ ਪੋਟਾਸ਼ੀਅਮ ਵਿੱਚ ਘੱਟ ਹੋਣਾ ਚਾਹੀਦਾ। ਇਹ ਆਪਾਂ ਨੂੰ ਦੱਸਣ ਦੀ ਲੋੜ ਪੈਣੀ ਆ। ਇਹ ਗੱਲ ਅਸੀਂ ਦੇਖਿਆ ਕਰਕੇ ਤਜਰਬੇ ਨਾਲ, ਜਿਹੜਾ ਕਿ ਬਹੁਤ ਵੱਡਾ ਗੈਪ ਆ ਹਰ ਪੰਜਾਬ ਦੇ ਵਿੱਚ ਕੀ ਸਾਰੇ ਇੰਡੀਆ ਦੇ ਵਿੱਚ ਜਿਹੜਾ ਗੱਭਣ ਜਾਨਵਰ ਨੇ ਉਹਨਾਂ ਦੀ ਫਾਰਮਰ ਸੇਵਾ ਨਹੀਂ ਕਰਦਾ। ਇਸ ਕਰਕੇ ਨਹੀਂ ਕਰਦਾ ਕਿ ਉਹ ਜਾਨਵਰ ਦਾ ਬੱਚਾ ਭਾਰਾ ਹੋ ਜਾਏਗਾ ਤੇ ਬੱਚਾ ਡਿਲੀਵਰ ਕਿਵੇਂ ਹੋਵੇਗਾ। ਸੋ ਇਸ ਕਰਕੇ ਇਹਦੇ ਵੱਲ ਆਪਾਂ ਨੂੰ ਕਨਵਿੰਸ ਕਰਨ ਦੀ ਲੋੜ ਆ ਕਿ ਫਾਰਮਰ ਜਾਨਵਰ ਨੂੰ ਜਿਹੜਾ ਹੈਗਾ ਉਹਦੀ ਜੋ ਰਿਕੁਆਇਰਮੈਂਟ ਆ ਡਰਾਈ ਫੀਡ ਦੇ ਵਿੱਚ, ਜਿਸ ਤਰ੍ਹਾਂ ਉਹਦੀ ਪ੍ਰੋਟੀਨ ਆ 12% ਤੋਂ ਉੱਪਰ ਰੱਖਾਂਗੇ, ਫਿਰ ਜਿਹੜਾ ਉਹਦਾ ਜਿਹੜੀ ਵੌਲੀ ਆ ਕੋਲੈਸਟਰਮ ਆ ਉਹਦੀ ਕੁਆਲਿਟੀ ਬਹੁਤ ਵਧੀਆ ਬਣਦੀ ਆ, ਜੇਰ ਵੀ ਨਹੀਂ ਫਸਦੀ ਅਤੇ ਜਾਨਵਰ ਨੂੰ ਜਿਹੜਾ ਸੂਣ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਉਂਦੀ। ਸੋ ਇਸ ਕਰਕੇ ਫਾਰਮਰ ਨੂੰ ਇਹ ਵੀ ਕਨਵਿੰਸ ਕਰਨ ਦੀ ਲੋੜ ਆ, ਜੋ ਅਸੀਂ ਕੀਤਾ ਜਿੱਥੇ ਸਾਡੇ ਰਿਜ਼ਲਟ ਬੜੇ ਵਧੀਆ ਆਏ ਨੇ, ਕਿ ਉਹਦੇ ਜਿਹੜੇ ਡਰਾਈ ਫੀਡ ਦੇ ਵਿੱਚ ਆ, ਡਰਾਈ ਕੋ ਦੇ ਵਿੱਚ ਉਹਦੀ ਜਿਹੜੀ TMR ਆ ਉਹਦੀ ਪ੍ਰੋਟੀਨ 12+ ਰੱਖੀ ਅਤੇ ਟੋਟਲ ਉਹਦੀ ਨਿਊਟ੍ਰੀਸ਼ਨ ਜਿਹੜੀ ਆ ਉਹਦੇ ਵਿਟਾਮਿਨ ਮਿਨਰਲ ਉਹ ਅਸੀਂ ਬੈਲੈਂਸ ਕੀਤਾ ਤੇ ਬਹੁਤ ਵਧੀਆ ਰਿਜ਼ਲਟ ਜਿਹੜੇ ਨੇ ਪੰਜਾਬ ਦੇ ਵਿੱਚ ਸਾਡੇ ਕੋਲ ਇਹ ਆਏ ਨੇ। ਸੋ ਦੂਜੀ ਗੱਲ ਆਪਾਂ ਦੇਖਿਆ ਜਾਵੇ ਕਿ ਜਿਸ ਤਰ੍ਹਾਂ ਜੇ 12% ਤੋਂ ਪ੍ਰੋਟੀਨ ਘੱਟ ਹੋਵੇਗੀ ਤਾਂ ਜਿਹੜੀ ਕੋਲੈਸਟਰੋਲ ਦੀ ਕੁਆਲਿਟੀ ਆ ਪੂਰ ਹੋਵੇਗੀ। ਸੂਣ ਤੋਂ ਬਾਅਦ ਜਾਨਵਰ ਦਾ ਫੀਡ ਇਨਟੇਕ ਘੱਟ ਹੋਵੇਗੀ ਅਤੇ ਆਪਾਂ ਨੂੰ ਜਿਹੜਾ ਹੈਗਾ ਜਾਨਵਰ ਆ ਉਹ ਦੁੱਧ ਅਗਲੇ ਸੂਣ ਤੋਂ ਬਾਅਦ ਦੁੱਧ ਘੱਟ ਦਿੰਦਾ। ਬਹੁਤ ਵੱਡਾ ਨੁਕਸਾਨ ਆ ਜੇ ਆਪਾਂ ਡਰਾਈ ਆਫ ਦੇ ਵਿੱਚ ਕਾਵਾਂ ਨੂੰ ਜਿਹਦੀ ਉਹਦੀ ਆ ਰਿਕੁਆਇਰਮੈਂਟ ਪੂਰੀ ਨਹੀਂ ਕਰਦੇ। ਇਹ ਬਹੁਤ ਵੱਡਾ ਗੈਪ ਆ ਇੰਡੀਆ ਦੇ ਵਿੱਚ, ਜਿਹੜਾ ਕਿ ਜਾਨਵਰ ਗੱਭਣ ਜਾਨਵਰ ਦੀ ਫਾਰਮਰ ਸੇਵਾ ਨਹੀਂ ਕਰਦੇ। ਸੋ ਦੂਜੀ ਗੱਲ ਦੇਖਿਆ ਜਾਵੇ ਟ੍ਰਾਂਜੈਕਸ਼ਨ ਫੇਜ਼ ਕਲੋਜ਼ਅਪ ਦੇ ਵਿੱਚ, ਇੱਥੇ ਵੀ ਫਾਰਮਰ ਜਿਹੜੇ ਨੇ ਬਹੁਤ ਗਲਤ ਪ੍ਰੈਕਟਿਸ ਆ, ਬਹੁਤ ਵੱਡਾ ਗੈਪ ਆ। ਇਹ ਤੁਹਾਡੀ ਰਿਸਰਚ ਦਾ ਤੇ ਉੱਥੇ ਇੰਪਲੀਮੈਂਟ ਦਾ। ਆਮ ਤੌਰ ਤੇ ਫਾਰਮਰ ਦੇਖਿਆ ਕਿ ਤੇਲ ਪਾਈ ਜਾਂਦੇ ਨੇ, ਘਿਓ ਖਿਲਾਈ ਜਾਂਦੇ ਨੇ, ਜਾਨਵਰ ਨੂੰ ਕੈਲਸ਼ੀਅਮ ਐਕਸਟਰਾ ਦੇਈ ਜਾਂਦੇ ਨੇ, ਜੋ ਤੁਹਾਡੀ ਰਿਸਰਚ ਨਹੀਂ ਕਹਿੰਦੀ। ਇਸ ਕਰਕੇ ਆਪਾਂ ਨੂੰ ਇਹ ਵੀ ਇੰਪਲੀਮੈਂਟ ਕਰਨ ਦੀ ਲੋੜ ਆ ਕਿ ਜਿਸ ਤਰ੍ਹਾਂ ਜਾਣਦੇ ਨੇ ਕਿ ਫਾਰਮਰ ਜਿਹੜਾ ਹੈਗਾ ਜਾਨਵਰ ਆ ਉਹ 21 ਦਿਨ ਪਹਿਲਾਂ ਉਹਦੀ 5% ਭੁੱਖ ਘਟਦੀ ਆ, 3 ਹਫ਼ਤੇ ਪਹਿਲਾਂ, ਤੇ ਜਾਨਵਰ ਜਦੋਂ ਸੂਣ ਦੇ ਵਿੱਚ 4 ਤੋਂ 5 ਦਿਨ ਰਹਿ ਜਾਂਦੇ ਨੇ ਉਹਦੀ 30% ਜਿਹੜਾ ਡਰਾਈ ਮੈਟਰ ਘਟ ਜਾਂਦਾ। ਫਾਰਮਰ ਇਹ ਗੱਲ ਨੂੰ ਫੋਲੋ ਨਹੀਂ ਕਰਦਾ। ਬਹੁਤ ਵੱਡਾ ਗੈਪ ਆ, ਬਹੁਤ ਵੱਡਾ ਨੁਕਸਾਨ ਆ ਫਾਰਮਰ ਦਾ ਇੱਥੇ। ਸੋ ਇਸ ਕਰਕੇ ਇਹ ਅਸੀਂ ਫਾਰਮਰ ਨੂੰ ਕਨਵਿੰਸ ਕਰਦੇ ਆ ਕਿ ਟ੍ਰਾਂਜੈਕਸ਼ਨ ਫੇਜ਼ ਦੇ ਵਿੱਚ ਜਿਹੜੀ ਉਹਦੀ ਡਰਾਈ ਮੈਟਰ ਇਨਟੇਕ ਘਟਦੀ ਆ, ਆਪਾਂ ਨੂੰ ਉਹਦੇ ਜਾਨਵਰ ਨੂੰ ਬਹੁਤ ਸੰਭਾਲ ਦੀ ਲੋੜ ਆ। ਉੱਥੇ ਉਹਦੀ ਵਧੀਆ ਫੀਡ, ਵਧੀਆ ਹਰਾ ਚਾਰਾ, ਕਬਜ਼ ਨਾ ਹੋਵੇ, ਇਸ ਤਰ੍ਹਾਂ ਦੀ ਜਿਹੜੀ ਰਾਸ਼ਨਾਂ ਨੂੰ ਦੇਣ ਦੀ ਲੋੜ ਹੈਗੀ ਆ, ਤਾਂ ਜੋ ਜਾਨਵਰ ਸੌਣ ਤੋਂ ਬਾਅਦ ਉਹਨੂੰ ਕੋਈ ਮੈਟਾਬੋਲਾਈਟ ਪ੍ਰੋਬਲਮ ਨਾ ਆਵੇ, ਮੈਟਾਬੋਲਿਕ ਪ੍ਰੋਬਲਮ ਨਾ ਆਵੇ ਅਤੇ ਕੋਈ ਆਰਓਪੀ ਦਾ ਕੇਸ ਨਾ ਆਵੇ, ਡਿਸਟੋਕੇ ਦਾ ਕੇਸ ਨਾ ਆਵੇ ਉਹਦੇ ਬੱਚਾ ਪੈਦਾ ਕਰਨ ਵੇਲੇ। ਸੋ ਇਸ ਕਰਕੇ ਜੇ ਆਪਾਂ ਉਹਦੀ ਟ੍ਰਾਂਜੈਕਸ਼ਨ ਫੇਜ਼ ਦੇ ਵਿੱਚ ਜਿਹੜੀ ਉਹਦੀ ਫੀਡ ਆ ਉਹਨੂੰ ਬੈਲੈਂਸ ਕਰ ਦੇਵਾਂਗੇ, ਹਰਾ ਚਾਰਾ ਨੂੰ ਠੀਕ ਕਰ ਦੇਵਾਂਗੇ, ਫਾਈਬਰ ਦੀ ਲੈਂਥ ਠੀਕ ਰੱਖ ਲਾਂਗੇ, ਤਾਂ ਇਹ ਪ੍ਰੋਬਲਮ ਜਿਹੜੀ ਆ ਨਹੀਂ ਆਉਂਦੀ ਤੇ ਜਾਨਵਰ ਸੌਣ ਤੋਂ ਬਾਅਦ ਦੁੱਧ ਜਿਹੜਾ ਪੂਰਾ ਦਿੰਦਾ ਹੈਗਾ। ਸੋ ਡਰਾਈ ਮੈਟਰ ਜਿਹੜਾ ਹੈਗਾ ਤਕਰੀਬਨ 2 ਤੋਂ ਲੈ ਕੇ 2.2% ਉਹਦਾ ਬੋਡੀ weight ਦਾ ਅਸੀਂ ਕਰਕੇ ਦਿੰਨੇ ਆ। ਜਿਹੜਾ ਹਾਈ ਕੁਆਲਿਟੀ ਫੋਰੇਜ ਜਿਹੜਾ ਕਲੋਜ਼ਅਪਸ ਦੇ ਵਿੱਚ ਸਾਨੂੰ ਦੇਣ ਦੀ ਲੋੜ ਹੈਗੀ ਆ। ਆਮ ਤੌਰ ਤੇ ਦੇਖਿਆ ਕਿ ਫਾਰਮਰ, ਇੱਥੇ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਜੋੜਦਾ ਵਾਂ, ਪੰਜਾਬ ਦੇ ਵਿੱਚ ਕੀ ਸਾਰੇ ਇੰਡੀਆ ਦੇ ਵਿੱਚ ਜਦੋਂ ਜਾਨਵਰ ਟ੍ਰਾਂਜੈਕਸ਼ਨ ਫੇਜ਼ ਦੇ ਵਿੱਚ ਹੁੰਦਾ ਤਾਂ ਉਹਨੂੰ ਫਾਡਰ ਜਿਹੜਾ ਹੈਗਾ ਉਹ ਉਸ ਨੂੰ ਚਰੀ ਪਾਤੀ, ਬਾਜਰਾ ਪਾਤਾ ਜਾਂ ਕੱਚੇ ਹਰੇ ਪਾਉਂਦੇ ਨੇ, ਜਿਹਦੇ ਵਿੱਚ ਜਿਹੜਾ ਪੋਟਾਸ਼ੀਅਮ ਤੇ ਜਿਹੜਾ ਹੈਗਾ ਸੋਡੀਅਮ ਜ਼ਿਆਦਾ ਹੁੰਦਾ, ਜਿਹਦੇ ਨਾਲ ਜਾਨਵਰ ਨੂੰ ਸੂਣ ਤੋਂ ਬਾਅਦ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਇਹ ਤੁਹਾਡੀ ਰਿਸਰਚ ਦੱਸਦੀ ਹੈ, ਤੁਹਾਡੇ ਵੱਲੋਂ ਅਸੀਂ ਸਿੱਖਿਆ ਗੱਲਾਂ ਹੀ ਦੱਸ ਰਹੇ ਹਾਂ। ਸੋ ਇਹ ਪੰਜਾਬ ਦੇ ਵਿੱਚ 90% ਜਿਹੜੇ ਫਾਰਮਰ ਨੇ ਉਹ ਤਕਰੀਬਨ ਸੂਣ ਤੋਂ ਪਹਿਲਾਂ ਹਰਾ ਚਾਰਾ ਕੱਚਾ ਪਾਉਂਦੇ ਨੇ, ਜਿਹਦੇ ਕਰਕੇ ਜਾਨਵਰ ਦੇ ਵਿੱਚ ਸੂਣ ਤੋਂ ਬਾਅਦ ਪ੍ਰੋਬਲਮ ਬਹੁਤ ਆਉਂਦੀ ਹੈਗੀ ਆ। ਸੋ ਜਿਹੜਾ ਫਾਈਬਰ ਦੀ ਲੈਂਥ ਆ ਉਹ ਵੀ ਬਹੁਤ ਲੋੜ ਹੈ, ਐਜੂਕੇਟ ਰੱਖਣ ਦੀ ਲੋੜ, ਤਾਂ ਜੋ ਆਪਣੇ ਜਾਨਵਰ ਦੀ ਜੁਗਾਲੀ ਪੂਰੀ ਹੋਵੇ। ਫੋਰੇਜ ਲੈਵਲ ਜਿਹੜਾ ਹੈਗਾ ਤਕਰੀਬਨ 60%। ਇੱਥੇ ਬਹੁਤ ਵੱਡੀ ਗੱਲ ਦੇਖਿਆ ਗਿਆ ਕਿ ਜ਼ਿਮੀਂਦਾਰ ਜਿਹੜੇ ਨੇ ਸੌਣ ਤੋਂ ਪਹਿਲਾਂ ਵੀ ਉਹਦਾ ਰਾਸ਼ਨ ਪੂਰਾ ਨਹੀਂ ਪਾਉਂਦੇ। ਆਪਣੇ ਵੱਲੋਂ ਕਨਵਿੰਸਿੰਗ ਕਰਾਉਣ ਦੀ ਬਹੁਤ ਵੱਡੀ ਲੋੜ ਆ, ਫਾਰਮ ਨੂੰ ਸਮਝਾਉਣ ਦੀ ਲੋੜ ਆ ਕਿ ਜੇ ਫਾਰਮ ਜਾਨਵਰ ਜਿਹੜਾ ਜਿਨ੍ਹਾਂ ਦਾ ਡਰਾਈ ਮੈਟਰ ਪੂਰਾ ਕਰਨਾ 60% ਹਰੇ ਚਾਰੇ ਤੋਂ ਪੂਰਾ ਕੀਤਾ ਜਾਵੇ, ਉਹਦੀ ਭੁੱਖ ਜਿਹੜੀ ਆ 40% ਜਿਹੜੀ ਆ ਉਹ ਜਿਹੜੀ ਫੀਡ ਤੋਂ ਰਾਸ਼ਨ ਤੋਂ ਪੂਰੀ ਕੀਤੀ ਜਾਵੇ। ਜਿਹੜਾ ਹੁਣ ਇੱਥੇ ਫੀਡ ਹੈਗੀ ਆ, ਇੱਥੇ ਫਿਰ ਫੀਡ ਚੇਂਜ ਹੁੰਦੀ ਆ। ਤਕਰੀਬਨ ਜਿਹੜੀ ਟ੍ਰਾਂਜੈਕਸ਼ਨ ਫੇਜ਼ ਦੇ ਵਿੱਚ ਫੀਡ ਪੈਂਦੀ ਆ ਉਹ 14.5% ਪ੍ਰੋਟੀਨ ਹੋਣੀ ਚਾਹੀਦੀ ਆ ਤੇ NDF-ADP ਦੀ ਪੂਰੀ ਮੇਜਰਮੈਂਟ ਹੋਣੀ ਚਾਹੀਦੀ ਆ। ਉਹਦੇ ਵਿੱਚ ਫੈਟ ਜਿਹੜੀ ਆ 4.5 ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਕੈਲਸ਼ੀਅਮ ਫਾਸਫੋਰਸ ਦਾ ਲੈਵਲ ਪੂਰਾ ਹੋਣਾ ਚਾਹੀਦਾ ਤਾਂ ਜੋ ਜਾਨਵਰ ਦੀ ਜਿਹੜੀ ਰਿਕੁਆਇਰਮੈਂਟ ਆ ਤੁਹਾਡੇ TMR ਤੋਂ ਪੂਰੀ ਹੋਣੀ ਚਾਹੀਦੀ ਆ। ਫਿਰ ਹੀ ਜਾਨਵਰ ਸੌਣ ਤੋਂ ਬਾਅਦ ਉਹ ਪੂਰੀ ਪੀਕ ਤੇ ਜਾਏਗਾ, ਫਿਰ ਉਸ ਦੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਆ ਉਹ ਘੱਟ ਹੋਵੇਗੀ। ਮੈਂ ਦੱਸਿਆ ਜਿਹੜਾ ਰਾਸ਼ਨ ਦਾ ਮੋਇਸਚਰ ਕੰਟੈਂਟ ਆ ਉਹ 50% ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, 50-55 ਤੋਂ। ਜਿੰਨਾ ਮੋਇਸਚਰ ਕੰਟੈਂਟ ਜ਼ਿਆਦਾ ਹੋਵੇਗਾ ਉਨੀ ਜਾਨਵਰ ਦਾ ਡਰਾਈ ਮੈਟਰ ਘਟੇਗਾ।
ਸੋ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਆ ਉਹਦੀ ਮੇਨਟੇਨ ਰੱਖਣ ਲਈ। ਇਸ ਤਰ੍ਹਾਂ ਦੇ ਜਾਨਵਰ ਪੰਜਾਬ ਦੇ ਵਿੱਚ ਕੀ ਸਾਰੇ ਇੰਡੀਆ ਦੇ ਵਿੱਚ ਦੇਖਿਆ ਜਾ ਕੇ ਜੋ ਵੱਡੇ ਫਾਰਮ ਨੇ ਉਹ ਤਾਂ ਓਪਨ ਦੇ ਵਿੱਚ ਛੱਡਿਆ, ਖੁੱਲੇ ਛੱਡੇ ਆ, ਲੇਕਿਨ ਜਿਹਦੇ ਕੋਲ 2 4 5 ਐਨੀਮਲ ਨੇ ਉਹ ਬੰਨ ਕੇ ਰੱਖਦੇ ਨੇ, ਪ੍ਰੋਬਲਮ ਉੱਥੇ ਜ਼ਿਆਦਾ ਆਉਂਦੀ ਹੈਗੀ ਆ। ਸੋ ਜਿਹੜੇ ਐਕਸਰਸਾਈਜ਼ ਕਾਵਾਂ ਨਹੀਂ ਕਰਦੀਆਂ ਉੱਥੇ ਮੈਸਟਾਈਟਿਸ ਦਾ ਤੇ ਲੈਗ ਪ੍ਰੋਬਲਮ ਦੀ ਜਿਹੜੀ ਪ੍ਰੋਬਲਮ ਆ ਉਹ ਜ਼ਿਆਦਾ ਆਉਂਦੀ ਹੈਗੀ ਆ। ਲੌਂਗ ਟਰਮ ਮਿਲਕ ਪ੍ਰੋਡਕਸ਼ਨ ਦੇ ਲੈਣ ਲਈ ਆਪਾਂ ਨੂੰ ਜਿਹੜਾ ਹੈਗਾ ਵੈਲ ਮੈਨੇਜ ਪ੍ਰੋਗਰਾਮ ਦੇ ਵਿੱਚ ਡਰਾਈ ਕਾਲ ਦਾ ਜਿਹੜਾ ਹੈਗਾ 3 ਹਫ਼ਤੇ ਪਹਿਲਾਂ ਉਹਦੀ ਸੇਵਾ ਕਰਨੀ ਬਹੁਤ ਜ਼ਰੂਰੀ ਆ। ਜੋ ਪੰਜਾਬ ਦੇ ਵਿੱਚ ਮੈਂ ਫਿਰ ਦੱਸ ਦਵਾਂ, ਵੱਡੇ ਫਾਰਮ ਜਿਹੜੇ ਡੇਅਰੀ ਫਾਰਮ ਨੇ, ਕਮਰਸ਼ੀਅਲ ਡੇਅਰੀ ਫਾਰਮ ਨੇ, ਉਹਦਾ ਕਰਦੇ ਨੇ। ਮੋਸਟਲੀ 90% ਫਾਰਮਰ ਜਿਹੜੇ ਨੇ ਉਹ ਸੌਣ ਤੋਂ ਪਹਿਲਾਂ ਉਹ ਸੇਵਾ ਨਹੀਂ ਕਰਦੇ ਜਿੰਨੀ ਜਾਨਵਰ ਦੀ ਰਿਕੁਆਇਰਮੈਂਟ ਆ, ਜਿੱਥੇ ਬਹੁਤ ਵੱਡਾ ਨੁਕਸਾਨ ਪਸ਼ੂ ਨੂੰ ਹੁੰਦਾ ਸੌਣ ਤੋਂ ਬਾਅਦ। ਸੋ ਇਸ ਕਰਕੇ ਸੌਣ ਤੋਂ ਪਹਿਲਾਂ ਸੇਵਾ ਕਰਨੀ, ਉਹਦੀ ਫੀਡਿੰਗ ਕਰਨੀ, ਉਹਦਾ ਸੈਲੇਜ ਦੇਣਾ, ਫਾਡਰ ਦੇਣਾ, ਉਹ ਆਪਾਂ ਨੂੰ ਪੂਰਾ ਦੇਣ ਦੀ ਲੋੜ ਹੈਗੀ ਆ। ਸੋ ਪ੍ਰਾਇਮਰੀ ਮੈਨੇਜਮੈਂਟ ਦੇ ਵਿੱਚ ਗੋਲ ਦੇ ਵਿੱਚ ਜਿਹੜਾ ਹੈਗਾ ਸਬ ਕਲੀਨਿਕ ਹਾਈਪੋਕੈਲਸੀਮੀਆ ਆਮ ਤੁਸੀਂ ਦੇਖਿਆ ਬਹੁਤ ਵੱਡਾ ਇਹਦਾ ਨੁਕਸਾਨ ਆ। ਮੋਸਟਲੀ 88% ਜਾਨਵਰ ਅਸੀਂ ਦੇਖੇ ਨੇ ਜਿਹੜੇ ਕਿ ਕਲੀਨਿਕਲ ਹਾਈਪੋਕੈਲਸੀਮੀਆ ਦੇ ਵਿੱਚ ਆਉਂਦੇ ਨੇ ਸਬ ਕਲੀਨਿਕ ਦੇ ਵਿੱਚ ਸੌਣ ਤੋਂ ਬਾਅਦ। ਇਹ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਉਹ ਡਿਕੇਡ ਜਿਹੜਾ ਇਹਨੂੰ ਬੈਲੈਂਸ ਨਹੀਂ ਕਰਦੇ। ਸੋ ਵੈਲਮੇਡ ਪ੍ਰੋਗਰਾਮ ਵਿੱਚ ਦੇਖਿਆ ਜੇ ਤੁਸੀਂ ਡਰਾਈ ਪੀਰੀਅਡ ਦੇ ਵਿੱਚ ਗਾਂ ਨੂੰ ਦੀ ਸੇਵਾ ਕਰ ਦਿੱਤੀ ਜੋ ਤੁਹਾਡੀ ਪੈਕੇਜਿੰਗ ਪ੍ਰੈਕਟਿਸ ਦੇ ਵਿੱਚ ਆ, ਅਤੇ ਟ੍ਰਾਂਜੈਕਸ਼ਨ ਫੇਸ ਦੇ ਵਿੱਚ ਉਹਦੀ ਪੂਰੀ ਸੰਭਾਲ ਕਰ ਲਈ, ਉਹਨੂੰ ਪੂਰਾ TMR ਦੇ ਵਿੱਚ ਜਿਹਦੀ ਉਹਦੀ ਪ੍ਰੋਟੀਨ ਦੀ ਰਿਕੁਆਇਰਮੈਂਟ ਆ, ਉਹਦੀ ਵਿਟਾਮਿਨ ਦੀ ਰਿਕੁਆਇਰਮੈਂਟ ਆ, ਮਿਨਰਲ ਦੀ ਰਿਕੁਆਇਰਮੈਂਟ ਆ, ਪੂਰੀ ਕਰ ਦਾਂਗੇ ਤਾਂ ਉਹ ਗਾਂ ਜਿਹੜੀ ਆ ਸਾਲ ਦੇ ਵਿੱਚ 1100 ਤੋਂ ਲੈ ਕੇ 2200 ਲੀਟਰ ਦੁੱਧ ਜ਼ਿਆਦਾ ਦਿੰਦੀ ਹੈ ਐਜ਼ ਕੰਪੇਅਰ ਉਹ ਗਾਵਾਂ ਨਾਲੋਂ ਜਿਨ੍ਹਾਂ ਦੀ ਪੂਰੀ ਸੰਭਾਲ ਨਹੀਂ ਹੁੰਦੀ। ਸੋ 2200 ਲੀਟਰ ਨੂੰ ਆਪਾਂ ਜੇ ਅੱਜ ਦੇ ਰੇਟ ਨਾਲ 30 ਰੁਪਏ ਨਾਲ ਗੁਣਾ ਕਰ ਲਈਏ ਤਾਂ ਤਕਰੀਬਨ 66000 ਰੁਪਇਆ 60-62 ਹਜ਼ਾਰ ਰੁਪਇਆ ਉਹਨੂੰ ਜਿਹੜਾ ਹੈਗਾ ਲਾਸ ਹੁੰਦਾ ਹੈਗਾ। ਹੁਣ 60-62 ਹਜ਼ਾਰ ਨੂੰ ਆਪਾਂ ਜੇ ਉਹਨੂੰ ਮਲਟੀਪਲਾਈ ਕਰੀਏ ਸਾਲ ਦੇ 360 ਦਿਨਾਂ ਤੇ ਤਾਂ ਤਕਰੀਬਨ 1 ਲੀਟਰ ਦਾ ਖਰਚਾ ਦੇਖੋ ਕਿੰਨਾ ਫਾਰਮਰ ਨੇ ਵਧਾ ਲਿਆ। ਸੋ ਇਸ ਕਰਕੇ ਜੇ ਵੈਲ ਮੈਨੇਜ ਉਹਦੀ ਡਰਾਈ ਫੀਡ ਦੇ ਵਿੱਚ ਜਾਂ ਉਹਦੇ ਟ੍ਰਾਂਜੈਕਸ਼ਨ ਫੇਜ਼ ਦੇ ਵਿੱਚ ਉਹਦੀ ਸੰਭਾਲ ਪੂਰੀ ਕਰਾਵਾਂਗੇ ਤੁਹਾਡੀ ਜਿਹੜੀ ਪ੍ਰੈਕਟਿਸ ਦੇ ਵਿੱਚ, ਤਾਂ ਮੂਮਲਾ ਜਿਹੜਾ ਹੈਗਾ ਉਹ 1100 ਲੀਟਰ ਤੋਂ ਲੈ ਕੇ 2200 ਲੀਟਰ ਦੁੱਧ ਜ਼ਿਆਦਾ ਲੈ ਲਾਂਗੇ ਤਾਂ ਕਾਸਟ ਆਫ ਪ੍ਰੋਡਕਸ਼ਨ ਇੱਥੇ ਘਟ ਜਾਣੀ ਹੈ। ਸੋ ਜੇ ਆਪਾਂ ਦੇਖੀਏ ਰੋਲ ਆਫ ਫਾਡਰ ਦਾ ਡਿਕੇਡ ਦੇ ਬੈਲੈਂਸ ਦੇ ਵਿੱਚ ਗ੍ਰੀਨ ਫਾਡਰ ਪਲੇ ਵਿਟਾਇਲ ਡਿਕੇਡ ਪੋਜ਼ਿਟਿਵ ਟੂ ਨੈਗੇਟਿਵ। ਜੇ ਦੇਖਿਆ ਜਾਵੇ ਆਪਾਂ ਜਿੰਨੇ ਵੀ ਗ੍ਰੀਨ ਫਾਡਰ ਨੇ, ਜਿਸ ਤਰ੍ਹਾਂ ਸਰਗਮ ਆ ਗਈ, ਜਵਾਰ ਆ ਗਈ, ਬਰਸਮ ਆ ਗਿਆ, ਅਲਫਾ ਆ ਗਿਆ, ਡਰਾਈ ਫਾਡਰ, ਬੀਟ ਸਟਾਰ ਆ ਗਿਆ, ਇਹ ਸਾਰੇ ਜਿਹੜੇ ਨੇ ਇਹਨਾਂ ਵਿੱਚ ਸੋਡੀਅਮ ਤੇ ਪੋਟਾਸੀਅਮ ਜ਼ਿਆਦਾ ਹੁੰਦਾ। ਇਹ ਜਾਨਵਰ ਦੀ ਪਰਫਾਰਮੈਂਸ ਤੇ ਬਹੁਤ ਮਾੜਾ ਅਸਰ ਪਾਉਂਦੇ ਨੇ ਟ੍ਰਾਂਜੈਕਸ਼ਨ ਫੇਜ਼ ਦੇ ਵਿੱਚ। ਸੋ ਇਸ ਕਰਕੇ ਸੈਲੇਜ ਹੀ ਪ੍ਰੋਵਾਈਡ ਕੀਤਾ ਜਾਵੇ, ਅਸੀਂ ਸੈਲੇਜ ਹੀ ਪਾਉਂਦੇ ਆ ਜਿੱਥੇ ਜਾਨਵਰ ਦਾ ਰਿਜ਼ਲਟ ਜਿਹੜੇ ਸਾਨੂੰ ਬੜੇ ਵਧੀਆ ਮਿਲੇ ਨੇ। ਇਹ ਆਮ ਪੰਜਾਬ ਦੇ ਵਿੱਚ ਕੀ ਸਾਰੇ ਇੰਡੀਆ ਦੇ ਵਿੱਚ ਵੀ ਬੇਸਿਕਲੀ ਸੌਣ ਤੋਂ ਪਹਿਲਾਂ ਕੱਚੀ ਜਵਾਰ, ਕੱਚਾ ਬਾਜਰਾ ਜਾਂ ਬਰਸੀਮ ਇਹ ਜ਼ਿਆਦਾ ਪਾਇਆ ਜਾਂਦਾ, ਜਿਹਦੇ ਕਰਕੇ ਜਾਨਵਰ ਦੇ ਵਿੱਚ ਪ੍ਰੋਬਲਮ ਕ੍ਰੀਏਟ ਹੁੰਦੀ ਆ ਅਤੇ ਜਾਨਵਰ ਦੁੱਧ ਘੱਟ ਦਿੰਦਾ ਤੇ ਦੁੱਧ ਮਹਿੰਗਾ ਪੈਦਾ ਹੁੰਦਾ। ਇੱਥੇ ਬਹੁਤ ਵੱਡਾ ਗੈਪ ਹੈਗਾ। ਸੋ ਹੈਲਥ ਸਟੇਟ ਦੇ ਵਿੱਚ ਇਹਦਾ ਕੀ ਰੋਲ ਹੈਗਾ? ਅਡਰਡੀਮਾ ਤੁਸੀਂ ਜਾਣਦੇ ਹੋ ਤਾਂ ਸਾਰਾ ਤੌਰ ਤੇ ਪੜਿਆ ਸੀ, ਰਿਟੈਂਸ਼ਨ ਆਫ ਪਰਸੈਂਟ ROP ਅਤੇ ਟੀਟ ਬਲੀਡਿੰਗ ਜਿਹੜਾ ਆਮ ਤੌਰ ਤੇ ਅੱਜ ਕੱਲ੍ਹ ਦੇਖਿਆ ਕਿ ਦੁੱਧ ਦੇ ਵਿੱਚ ਖੂਨ ਬਹੁਤ ਆਉਂਦਾ। ਸੋ ਇਹ ਜੇ ਡਿਕੇਡ ਪੋਜ਼ਿਟਿਵ ਆਉਂਦਾ ਤਾਂ ਇਹ ਪ੍ਰੋਬਲਮ ਜ਼ਿਆਦਾ ਆਉਂਦੀਆਂ ਹੈਗੀਆਂ ਨੇ। ਸੋ ਕਾਰਨ ਸੈਲੇਜ ਦੇ ਮੇਜ ਗ੍ਰੀਨ ਤੇ ਜੇ ਕੰਸੈਂਟਰੇਟ ਪਾਵਾਂਗੇ ਤਾਂ ਅਸੀਂ ਦੇਖਿਆ ਉੱਥੇ ਫਾਰਮਾਂ ਦੇ ਵਿੱਚ ਰਿਜ਼ਲਟ ਬੜੇ ਵਧੀਆ ਆਏ ਨੇ। ਸੋ ਬਹੁਤ ਵੱਡਾ ਗੈਪ ਆ ਤੁਹਾਡੀ ਰਿਸਰਚ ਦੇ ਤੇ ਫਾਰਮ ਦੀ ਪ੍ਰੈਕਟਿਸ ਦੇ ਵਿੱਚ। ਸੋ ਆਪਾਂ ਨੂੰ ਇਹ ਗੱਲ ਬਾਰੇ ਸੋਚਣ ਦੀ ਲੋੜ ਆ ਕਿ ਇੱਥੇ ਕਾਰਨ ਸੈਲੇਜ ਤੇ ਮੇਜ ਗ੍ਰੀਨ ਜਾਂ ਕੰਸੈਂਟਰੇਟ ਦੇ ਕੇ ਹੀ ਟ੍ਰਾਂਜੈਕਸ਼ਨ ਫੇਜ਼ ਦੇ ਵਿੱਚ ਆਪਾਂ ਜਾਨਵਰ ਤੋਂ ਪੂਰਾ ਦੁੱਧ ਲੈ ਸਕਦੇ ਹਾਂ। ਸੋ ਯੂਰਿਨ ਪੀਐਚ ਫਾਰਮਰ ਨਹੀਂ ਚੈੱਕ ਕਰਦਾ ਆਮ ਤੌਰ ਤੇ, ਜਿਵੇਂ ਤੁਸੀਂ ਦੱਸਿਆ ਹੁੰਦਾ ਸਾਨੂੰ ਕਿ ਯੂਰਿਨ ਪੀਐਚ ਜਿਹੜੀ ਆ ਕਲੋਜ਼ ਅਪ ਦੇ ਵਿੱਚ ਟ੍ਰਾਂਜੈਕਸ਼ਨ ਫੇਜ਼ ਦੇ ਵਿੱਚ 5.5 ਤੋਂ 6.5 ਰਹਿਣੀ ਚਾਹੀਦੀ ਆ। ਅਸੀਂ ਦੇਖਿਆ ਤਕਰੀਬਨ 45-50% ਫਾਰਮਰ ਦਾ ਸੀ ਜੋ ਉਹਨਾਂ ਦੇ ਐਨੀਮਲ ਨੇ ਉਹਨਾਂ ਦਾ ਯੂਰਿਨ ਟੈਸਟ ਕੀਤਾ, ਉਹ ਬਿਲੋ 5.5 ਤੋਂ ਹੀ ਉਹਦੀ ਪੀਐਚ ਆ ਰਹੀ ਹੈ। ਸੋ ਕਈ ਵਾਰੀ ਸਾਨੂੰ 7.2 ਤੇ ਵੀ ਆ ਰਹੀ ਹੈ। ਸੋ ਜੇ ਟ੍ਰਾਂਜੈਕਸ਼ਨ ਫੇਜ਼ ਦੇ ਵਿੱਚ ਯੂਰਿਨ ਪੀਐਚ ਮੇਨਟੇਨ ਰੱਖ ਲਈਏ ਤਾਂ ਬਹੁਤ ਵਧੀਆ ਰਿਜ਼ਲਟ ਜਿਹੜੇ ਹੈਗਾ ਉਹ ਆਉਂਦੇ ਹੈਗੇ। ਸੋ ਇਸ ਵੱਲ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਕਿ ਤੁਹਾਨੂੰ ਬੜਾ ਪੜਾਈਆਂ ਹਨ, ਗੱਲਾਂ ਪੜਾਈਆਂ ਗਈਆਂ ਨੇ, ਸਾਨੂੰ ਵੀ ਇਹ ਵਾਸਤੇ ਦੱਸਿਆ ਗਿਆ ਕਿ ਸਲਫਰ ਤੇ ਕਲੋਰੀਨ ਜਿਹੜਾ ਹੈਗਾ ਡਾਇਟ ਆ ਹੁਣ ਆਪਾਂ ਜੇ ਵਧਾ ਦਈਏ, ਜੇ ਪੀਐਚ ਘੱਟ ਆ, ਜੇ ਆਪਣੇ ਪੀਐਚ ਜ਼ਿਆਦਾ ਆ ਤਾਂ ਆਪਾਂ ਜਿਹੜੀ ਹੈਗੀ ਆ ਉਹਨੂੰ ਪੀਐਚ ਘੱਟ ਆ ਤਾਂ ਆਪਾਂ ਨੂੰ ਇਹ ਜਿਹੜਾ ਡਾਇਟ ਚਾਰਟ ਨੂੰ ਕੰਟਰੋਲ ਕਰਨਾ ਪੈਣਾ। ਜਿਵੇਂ ਡਾਇਟ ਪੋਟਾਸ਼ੀਅਮ ਆ ਅਤੇ ਸੋਡੀਅਮ ਆ ਉਹਨੂੰ ਕੰਟਰੋਲ ਕਰਨਾ ਪੈਣਾ। ਇਸੇ ਤਰ੍ਹਾਂ ਹੀ ਜੇ ਪੀਐਚ ਜਿਹੜੀ ਆ ਲੋਅਰ ਆ ਤਾਂ ਆਪਣੇ ਜਿਹੜੇ ਸਲਫਰ ਤੇ ਕਲੋਰਾਈਡ ਨੇ ਇਹਨਾਂ ਨੂੰ ਆਪਾਂ ਨੂੰ ਘਟਾਉਣਾ ਪੈਣਾ, ਇਹਦੀ ਡੋਜ਼ ਘਟਾਉਣੀ ਪੈਣੀ ਤਾਂ ਜੋ ਪੀਐਚ ਜਿਹੜੀ ਆ ਥੱਲੇ ਨਾ ਜਾਵੇ। ਫੀਡਿੰਗ ਫ੍ਰੈਸਕਾ ਉਹਦੇ ਵਿੱਚ ਦੇਖਿਆ ਗਿਆ ਕਿ ਆਮ ਤੌਰ ਤੇ ਫਾਰਮਰ ਜਿਹੜੇ ਨੇ ਉਹ ਯਕਦਮ ਜਿਹੜਾ ਉਹ ਦਲੀਆ ਪਾਉਣਾ ਸ਼ੁਰੂ ਕਰ ਦਿੰਦੇ ਨੇ। ਬਹੁਤ ਵੱਡਾ ਇਹ ਰੋਲ ਆ ਪੰਜਾਬ ਦੇ ਵਿੱਚ ਜਾਨਵਰ ਨੂੰ ਲੇਬਰ ਐਬਸੈਸ ਕਰਨ ਦੇ ਵਿੱਚ, ਬਹੁਤ ਵੱਡਾ ਗੈਪ ਹੈ।
ਸੋ ਇਸ ਕਰਕੇ ਉਹ ਦਲੀਆ ਸ਼ੁਰੂ ਪਹਿਲਾਂ ਹੀ ਕਰ ਦਿੰਦੇ ਨੇ ਜਾਂ ਬਾਅਦ ਚ ਦਲੀਆ ਪਾਈ ਜਾਂਦੇ ਨੇ, ਪ੍ਰੋਟੀਨ ਉਹਦੀ ਪੂਰੀ ਨਹੀਂ ਕਰਦੇ, ਜਿਹਦੇ ਵਿੱਚ ਜਾਨਵਰ ਜਿਹੜਾ ਲੀਵਰ ਐਬਸੈਸ ਵਿੱਚ ਜਾਂਦਾ, ਜਾਨਵਰ ਦੀ ਕੈਜੂਅਲਟੀ ਕਾਫੀ ਹੁੰਦੀ ਦੇਖੀ ਅਸੀਂ। ਸੋ ਰੀਮਨ ਐਸੀਡੋਸਿਸ ਦੇ ਵਿੱਚ ਹੁੰਦਾ ਇਨਫੈਕਸ਼ਨ ਜਿਹੜੀ ਆ ਗ੍ਰੇਨ ਫੈਡ ਕੈਟਲ ਦੇ ਵਿੱਚ, ਜੇ ਆਪਾਂ ਦਈਏ ਗ੍ਰੇਨ ਜ਼ਿਆਦਾ ਦਿੰਦੇ ਆ ਤਾਂ ਉੱਥੇ ਰੀਮਨ ਐਸੀਡੋਸਿਸ ਹੁੰਦਾ, ਇਹ ਤੁਹਾਡੇ ਵੱਲੋਂ ਸਾਨੂੰ ਪੜਾਇਆ ਗਿਆ। ਸੋ ਫਾਰਮਰ ਤਕਰੀਬਨ ਬਹੁਤ ਵੱਡਾ ਰੋਲ ਆ ਇਹ ਫਾਰਮਰ ਜਿਹੜਾ ਇਹ ਬਿਮਾਰੀ ਨੂੰ ਵਧਾਉਣ ਦੇ ਵਿੱਚ। ਸੋ ਇਹ ਆਪਾਂ ਨੂੰ ਸਮਝਾਉਣ ਦੀ ਲੋੜ ਆ ਕਿ ਜਿਹੜਾ ਜ਼ਿਆਦਾ ਗ੍ਰੇਨ ਪਸ਼ੂ ਨੂੰ ਦੇਣਾ ਟ੍ਰਾਂਜੀਸ਼ਨ ਫੇਜ਼ ਦੇ ਵਿੱਚ ਜਾਂ ਡਰਾਈ ਆਫ ਦੇ ਵਿੱਚ ਹੈਗਾ ਉਹ ਨੁਕਸਾਨ ਹੀ ਪੈਦਾ ਕਰਦਾ। ਜੇ ਬੈਲੈਂਸ ਕਰਕੇ ਦੇਵਾਂਗੇ ਤਾਂ ਆਪਾਂ ਫਾਰਮਰ ਤੋਂ ਉਸਦਾ ਕਾਸਟ ਆਫ ਪ੍ਰੋਡਕਸ਼ਨ ਦੁੱਧ ਦੀ ਘਟਾ ਸਕਦੇ ਹਾਂ ਤੇ ਦੁੱਧ ਜ਼ਿਆਦਾ ਲੈ ਸਕਦੇ ਹਾਂ। ਸੋ ਕੈਲਸ਼ੀਅਮ ਆਮ ਤੌਰ ਤੇ ਦੇਖਿਆ ਕਿ ਫਾਰਮਰ ਸੂਣ ਤੋਂ ਪਹਿਲਾਂ ਕੈਲਸ਼ੀਅਮ ਵੀ ਕਾਫੀ ਦਿੰਦੇ ਨੇ, ਇਹਨੂੰ ਬਈ ਰੋਕਣ ਦੀ ਤੁਹਾਡੇ ਵੱਲੋਂ ਲੋੜ ਹੈਗੀ ਆ। ਤੁਸੀਂ ਜਦੋਂ ਇਹ ਗੱਲਾਂ ਜਾ ਕੇ ਫਾਰਮਰ ਨੂੰ ਦੱਸੋਗੇ, ਤੁਹਾਡੇ ਵੱਲੋਂ ਗੱਲਾਂ ਦੱਸੀਆਂ ਜ਼ਿਆਦਾ ਸਮਝ ਆਉਂਦੀਆਂ ਨੇ ਡਾਕਟਰ ਵੱਲੋਂ। ਸੋ ਇਸ ਕਰਕੇ ਜਿਹੜਾ ਕੈਲਸ਼ੀਅਮ ਆ ਇਹ ਵੀ ਜਿਹੜਾ ਹੈਗਾ ਐਸੀਡੋਸਿਸ ਦਾ ਵਧਾਉਣ ਦੇ ਵਿੱਚ ਬਹੁਤ ਵੱਡਾ ਰੋਲ ਹੈਗਾ। ਸੋ ਲੀਵਰ ਐਸੈਸ ਜਿਹੜਾ ਹੈਗਾ ਉਹ ਕਾਫੀ ਜ਼ਿਮੀਦਾਰ ਦੇਖੇ ਨੇ ਕਿ ਹਰਾ ਚਾਰਾ ਘੱਟ ਪਾਉਂਦੇ ਨੇ ਪੰਜਾਬ ਦੇ ਵਿੱਚ, ਆਲ ਇੰਡੀਆ ਦੇ ਵਿੱਚ, ਤੇ ਉਹ ਜ਼ਿਆਦਾ ਤੂੜੀ ਤੇ ਰੱਖਦੇ ਨੇ। ਇਸ ਕਰਕੇ ਜਿੱਥੇ ਰਫੇਜ ਘੱਟ ਆਉਂਦਾ ਹੈਗਾ ਉੱਥੇ ਇਹ ਪ੍ਰੋਬਲਮ ਜਿਹੜੀਆਂ ਆਏ ਨੇ ਸਾਨੂੰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਆਈਆਂ ਨੇ। ਸੋ ਹਾਲਸਟਨ ਫਰੀਜ਼ਨ ਦੀ ਜਿਹੜੀ ਆ DMA ਜ਼ਿਆਦਾ, ਇਸ ਕਰਕੇ ਇਹ ਬਿਮਾਰੀਆਂ ਉਹਨਾਂ ਪਸ਼ੂਆਂ ਦੇ ਵਿੱਚ ਜ਼ਿਆਦਾ ਆਉਂਦੀਆਂ ਨੇ ਜੋ ਤੁਹਾਨੂੰ ਸਾਨੂੰ ਦੱਸਿਆ ਗਿਆ। ਜਿਹੜਾ ਇੰਪੈਕਟ ਆਫ ਸਮਰ ਆ ਇਹ ਬਹੁਤ ਵੱਡਾ ਰੋਲ ਆ ਪਸ਼ੂਆਂ ਨੂੰ ਫੰਡਰ ਕਰਨ ਦੇ ਵਿੱਚ, ਅਵਰਸ਼ਨ ਕਰਨ ਦੇ ਵਿੱਚ, ਦੁੱਧ ਘੱਟ ਕਰਨ ਦੇ ਵਿੱਚ, ਦੁੱਧ ਦਾ ਪੈਦਾਵਾਰੀ ਖਰਚਾ ਵਧਾਉਣ ਦੇ ਵਿੱਚ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਜੇ 75 ਕਿਲੋ ਦਾ ਇੱਕ ਪਰਸਨ ਹੈਗਾ ਤਕਰੀਬਨ 100 ਵਾਟ ਦੀ ਬਲਬ ਜਿੰਨੀ ਉਹ એનર્ਜੀ ਜਨਰੇਟ ਕਰਦਾ ਹੈਗਾ। ਸੋ ਗਾਂ ਜੇ 550 ਕਿਲੋ ਦੀ ਆ ਤਾਂ 100 ਵਾਟ ਦੇ 7 ਬਲਬ ਜਿਹੜੇ ਨੇ ਉਹ ਚਲਾਉਂਦੀ ਆ। 15 ਲੀਟਰ ਦੁੱਧ ਜੇ ਦਿੰਦੀ ਆ ਜਾਨਵਰ ਤਾਂ 5 ਲੀਟਰ ਦੁੱਧ ਮਗਰ 100 ਵਾਟ ਦਾ ਬਲਬ ਹੋਰ ਚੱਲਦਾ। ਤਾਂ ਜੇ 550 ਕਿਲੋ ਦੀ ਗਾਂ ਹੈਗੀ ਆ ਤੇ 15 ਲੀਟਰ ਦੁੱਧ ਦਿੰਦੀ ਆ, ਅਸੀਂ ਫਾਰਮ ਨੂੰ ਸਮਝਾਉਂਦੇ ਆ ਤੇ ਤਕਰੀਬਨ ਉਹ 1 ਕਿਲੋ ਵਾਟ ਜਿਹੜਾ ਹੈਗਾ ਹੀਟਰ ਆ ਉਹ ਜਿਹੜੇ ਹੈਗੇ ਆ 10 ਬਲਬ ਚੱਲ ਪਏ ਤਾਂ 1 ਕਿਲੋ ਵਾਟ ਜਿਹੜਾ ਹੈਗਾ ਉਹ ਹੀਟ ਜਨਰੇਟ ਕਰਦੀ। ਇਸ ਕਰਕੇ ਅਸੀਂ ਕਹਿੰਦੇ ਆ ਜਿਹੜੇ ਕਾਓ ਆ ਇਹ ਲਾਈਕ ਰੂਮ ਹੀਟਰ ਆ। ਸੋ ਪੰਜਾਬ ਦੇ ਵਿੱਚ ਬਹੁਤ ਵੱਡਾ ਇਹ ਜਿਹੜਾ ਹੈਗਾ ਗੈਪ ਹੈ ਇਸ ਗੱਲ ਦਾ ਕਿ ਉਹ ਆਪਣੇ ਜਾਨਵਰ ਨੂੰ ਵੈਂਟੀਲੇਸ਼ਨ ਨਹੀਂ ਕਰਦੇ, ਸ਼ੈੱਡ ਨੀਵੇਂ ਰੱਖੇ ਹੋਏ ਨੇ, ਸ਼ੈੱਡ ਦੇ ਵਿੱਚ ਗਰਮੀ ਬਹੁਤ ਆ, ਹਵਾ ਕ੍ਰਾਸ ਨਹੀਂ ਕਰਦੀ ਤੇ ਗਾਵਾਂ ਉਹਨਾਂ ਨੇ ਜਿਹੜੀ ਉਹਦੀ ਜੈਨੇਟਿਕ ਪਿਓਰਿਟੀ ਆ ਉਹ ਜ਼ਿਆਦਾ ਵਧਾਈਆਂ ਨੇ। ਮੱਝਾਂ ਜ਼ਿਆਦਾ ਦੁੱਧ ਵਾਲੀਆਂ ਨੇ, ਗਾਵਾਂ ਜ਼ਿਆਦਾ ਦੁੱਧ ਵਾਲੀਆਂ। ਜਿੱਥੇ ਜਾਨਵਰ ਦਾ ਗਰਮੀ ਨੂੰ ਸਹਿਣ ਸ਼ਕਤੀ ਘਟਦੀ ਹੈ ਤੇ ਜਾਨਵਰ ਦੁੱਧ ਘੱਟ ਦਿੰਦਾ, ਉਹਦਾ ਜਾਨਵਰ ਕੰਸੈਪਸ਼ਨ ਰੇਟ ਘੱਟ ਹੈਗਾ, ਮੈਸਟੈਟਿਸ ਇੰਸੀਡੈਂਟ ਜ਼ਿਆਦਾ ਆ, ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ। ਸੋ ਇਸ ਕਰਕੇ ਦੁੱਧ ਮਹਿੰਗਾ ਪੈਦਾ ਹੁੰਦਾ। ਜੇ ਆਪਾਂ ਉਹਨੂੰ ਫਾਰਮਰ ਨੂੰ ਆਪਾਂ ਜਾਗਰੂਕ ਕਰ ਦਈਏ ਤਾਂ ਆਟੋਮੈਟਿਕਲੀ ਫਾਰਮਰ ਦਾ ਜਿਹੜਾ ਹੈਗਾ ਜਾਨਵਰ ਦਾ ਦੁੱਧ ਆਏਗਾ ਉਹ ਜ਼ਿਆਦਾ ਪੈਦਾ ਹੋਵੇਗਾ ਅਤੇ ਖਰਚਾ ਘੱਟ ਆਵੇਗਾ ਤੇ ਫਾਰਮਰ ਜਿਹੜਾ ਹੈਗਾ ਉਹ ਪ੍ਰੋਫਿਟ ਜਾਵੇਗਾ। ਮੈਂ ਫਿਰ ਇੱਥੇ ਰਿਵਾਈਜ਼ ਕਰਦਾ, ਫਾਰਮਰ ਜੇ ਪ੍ਰੋਫਿਟ ਜਾਵੇਗਾ ਤਦ ਹੀ ਉਹ ਜਾਨਵਰ ਰੱਖੇਗਾ, ਜੇ ਜਾਨਵਰ ਰੱਖੇਗਾ ਤਦ ਹੀ ਆਪਣਾ ਬਿਜ਼ਨਸ ਚੱਲੇਗਾ। ਸੋ ਆਪਣਾ ਬਿਜ਼ਨਸ ਜਿਹੜਾ ਹੈਗਾ ਉਹ ਜਾਨਵਰ ਦੇ ਜਿਉਂਦਾ ਰਹਿਣ ਤੇ, ਹਰ ਸਾਲ ਬੱਚਾ ਲੈਣ ਤੇ, ਵੱਧ ਤੋਂ ਵੱਧ ਦੁੱਧ ਲੈਣ ਤੇ ਵੱਧ ਤੋਂ ਵੱਧ ਫੈਟ ਤੇ ਡਿਵੈਲਪ ਹੋਣਾ। ਜੇ ਜਾਨਵਰ ਘੱਟ ਹੋਣਗੇ, ਦੁੱਧ ਘੱਟ ਹੋਵੇਗਾ ਤੇ ਬਿਜ਼ਨਸ ਵੀ ਡਿਵੈਲਪ ਨਹੀਂ ਹੋਣਾ। ਸੋ ਰਾਸ਼ਨ ਮੈਨੇਜਮੈਂਟ ਵਿੱਚ ਆਪਾਂ ਜਿਹੜਾ ਹੈਗਾ ਬੈਲੈਂਸ ਕਰਕੇ ਜਿਹੜਾ ਗਰਮੀ ਦਾ ਪੈਸਾ ਉਹ ਵੀ ਆਪਾਂ ਘਟਾਦੇ ਆ। ਬਫਰ ਦੇ ਵਿੱਚ ਈਸਟ ਜਾਂ ਐਡ ਮਿਨਰਲ ਦੇ ਕੇ ਵੀ ਆਪਾਂ ਜਿਹੜਾ ਸਟ੍ਰੈਸ ਆ ਉਹ ਘਟਾ ਸਕਦੇ। ਅਸੀਂ ਕੰਮ ਕਰਕੇ ਦੇਖੇ ਨੇ, ਬੜੇ ਵਧੀਆ ਰਿਜ਼ਲਟ ਸਾਡੇ ਕੋਲ ਆਏ ਨੇ। ਆਮ ਤੌਰ ਤੇ ਜਦੋਂ ਤੁਸੀਂ ਫੀਲਡ ਜਾਣਾ ਹੈਗਾ ਤਾਂ ਫਾਰਮ ਦਾ THI ਥਰਮਲ ਹਿਊਮਿਡਿਟੀ ਇੰਡੈਕਸ ਉਹਨੂੰ ਨਾਪਣਾ ਬਹੁਤ ਹੀ ਜ਼ਰੂਰੀ ਆ। ਸੋ ਆਮ ਤੌਰ ਤੇ ਪੰਜਾਬ ਦੇ ਵਿੱਚ ਜਿਹੜਾ THI ਆ ਉਹ ਨੀਅਰ ਅਬਾਊਟ 89 ਪਲੱਸ ਹੀ ਫਿਰਦਾ ਹੈਗਾ। ਸੋ ਆਪਾਂ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਕਿ ਉਹ 72 ਤੋਂ 78 ਤੱਕ ਰਹਿ ਜਾਵੇ ਤਾਂ ਉਹ ਬੈਟਰ ਆ। ਤਦੇ ਜਾਨਵਰ ਦੀ ਪਰਫਾਰਮੈਂਸ ਜਿਹੜੀ ਹੈਗੀ ਆ ਉਹ ਵਧੀਆ ਆਉਂਦੀ ਆ ਤੇ ਦੁੱਧ ਸਸਤਾ ਪੈਦਾ ਹੁੰਦਾ ਹੈਗਾ। ਕਾਫ ਕੇਅਰ ਪ੍ਰੋਗਰਾਮ ਵਿੱਚ ਬਹੁਤ ਵੱਡਾ ਗੈਪ ਆਮ ਤੌਰ ਤੇ ਫਾਰਮਰ ਜਿਹੜੇ ਨੇ ਉਹ ਉਹਨਾਂ ਨੂੰ ਇਹ ਨਹੀਂ ਪਤਾ ਵਿਚਾਰਿਆਂ ਨੂੰ ਕਿ ਦੁੱਧ ਜਿਹੜਾ ਬੱਚੇ ਨੂੰ ਕਿਵੇਂ ਪਿਲਾਉਣਾ ਚਾਹੀਦਾ। ਆਪਾਂ ਜੇ ਰਲ ਕੇ ਹੰਬਲਾ ਮਾਰੀਏ ਕਿ ਬੱਚਾ ਜਿਹੜਾ ਹੈਗਾ ਦੁੱਧ ਆ ਉਹਨੂੰ ਉੱਪਰ ਰੱਖ ਕੇ ਮੂੰਹ ਰੱਖ ਕੇ ਪਿਲਾਈਏ ਤੇ ਜਿਹੜਾ ਹੈਗਾ ਉਹਦਾ ਐਬੋਮੈਸ਼ਨ ਦੁੱਧ ਜਾਵੇਗਾ ਤਾਂ ਆਮ ਤੌਰ ਤੇ ਜਾਨਵਰ ਦਾ ਪੇਟ ਨਹੀਂ ਵੱਧਦਾ, ਡੈਰੀ ਲੱਗਦਾ। ਸੋ ਇਸ ਕਰਕੇ ਇਹ ਪ੍ਰੈਕਟਿਸ ਜਿਹੜੀ ਆ ਸਭ ਤੋਂ ਵਧੀਆ ਪ੍ਰੈਕਟਿਸ ਆ। ਆਮ ਤੌਰ ਤੇ ਪੰਜਾਬ ਜਿਹੜੇ ਕਮਰਸ਼ੀਅਲ ਡੈਰੀ ਫਾਰਮ ਨੇ ਉਹ ਤਾਂ ਇਸ ਪ੍ਰੈਕਟਿਸ ਨੂੰ ਇੰਪਲੀਮੈਂਟ ਕਰ ਲਿਆ, ਪਰ ਜਿਹੜੇ ਦੂਸਰੇ ਫਾਰਮ ਨੇ ਛੋਟੇ ਜਿਨ੍ਹਾਂ ਕੋਲ 2, 4, 5 ਮੱਝਾਂ ਨੇ ਉਹ ਦੁੱਧ ਹਾਲੇ ਵੀ ਥੱਲੇ ਰੱਖ ਕੇ ਪਿਲਾਉਂਦੇ ਨੇ, ਜਿਹਦੇ ਕਰਕੇ ਜਾਨਵਰ ਦਾ ਬੱਚੇ ਦੀ ਗਰੋਥ ਨਹੀਂ ਹੁੰਦੀ ਹੈ। ਇਹ ਗੱਲ ਵੀ ਆਪਾਂ ਨੂੰ ਫਾਰਮਰ ਨੂੰ ਦੱਸਣ ਦੀ ਲੋੜ ਹੈਗੀ ਆ। ਸੋ ਬੱਚਿਆਂ ਦੇ ਵਿੱਚ ਦੇਖਿਆ ਕਿ ਜਿਹੜੇ ਬੱਚਿਆਂ ਨੂੰ ਆਮ ਤੌਰ ਤੇ ਪੰਜਾਬ ਦੇ ਵਿੱਚ ਬੜਾ ਵੱਡਾ ਇਹ ਵੀ ਗੈਪ ਆ ਕਿ ਉਹ ਬੱਚੇ ਨੂੰ ਦੁੱਧ ਉਨਾ ਚਿਰ ਨਹੀਂ ਪਿਲਾਉਂਦੇ ਜਿੰਨਾ ਚਿਰ ਉਹਦੀ ਗਾਂ ਮੱਝ ਦੀ ਜੇਰ ਨਹੀਂ ਪੈਂਦੀ। ਸੋ ਇਹ ਵੀ ਗਲਤ ਪ੍ਰੈਕਟਿਸ ਆ। ਆਮ ਤੌਰ ਤੇ ਦੇਖਿਆ ਗਿਆ ਜਿਹੜਾ ਬੱਚਾ 1 ਘੰਟੇ ਦੇ ਵਿੱਚ ਦੁੱਧ ਨਹੀਂ ਮਿਲਦਾ ਤਾਂ ਉਹਨੂੰ ਜਿਹੜਾ ਮੋਕ ਲੱਗਣ ਦੇ ਚਾਂਸਸ ਐਜ਼ ਕੰਪੇਅਰ ਦੂਜੇ ਬੱਚਿਆਂ ਨਾਲੋਂ ਜ਼ਿਆਦਾ ਆਉਂਦੇ ਨੇ। ਅਤੇ ਜਿਹੜਾ ਦੇਖਿਆ ਗਿਆ ਕਿ ਇਹੋ ਜਿਹੇ ਬੱਚੇ
ਤਕਰੀਬਨ ਜਿਨ੍ਹਾਂ ਨੂੰ ਦੁੱਧ 1 ਘੰਟੇ 'ਚ ਨਹੀਂ ਪਿਲਾਇਆ ਜਾਂਦਾ ਤਾਂ 21 ਦਿਨ ਦੇ ਵਿੱਚ 74 ਗੁਣਾ ਜਿਹੜੇ ਬੱਚਿਆਂ ਦੀ ਕੈਜੂਅਲਟੀ ਜ਼ਿਆਦਾ ਆਉਂਦੀ ਆ ਜਿਹੜੇ ਬੱਚਿਆਂ ਨੂੰ ਦੁੱਧ 1 ਘੰਟੇ ਵਿੱਚ ਪਿਲਾਇਆ ਜਾਂਦਾ। ਸੋ ਇਸ ਕਰਕੇ ਇਹ ਬਹੁਤ ਵੱਡਾ ਗੈਪ ਆ। ਕਮਰਸ਼ੀਅਲ ਡੇਅਰੀ ਫਾਰਮ ਤਾਂ ਇਹ ਗੱਲ ਨੂੰ ਮੰਨਦੇ ਨੇ, ਪਰ ਜਿਹੜੇ ਜਿਨ੍ਹਾਂ ਕੋਲ 2 4 5 ਪਸ਼ੂ ਨੇ ਉਹ ਗੱਲਾਂ ਨੂੰ ਇਹ ਫਾਰਮਰ ਨਹੀਂ ਇਹ ਗੱਲਾਂ ਸੁਣਦਾ। ਉੱਥੇ ਜਿਹੜੀ ਬੱਚਿਆਂ ਦੀ ਕੈਜੂਅਲਟੀ ਆ, ਮੋਰਟੈਲਿਟੀ ਆ, ਬਹੁਤ ਜ਼ਿਆਦਾ ਹੋ ਰਹੀ ਆ। ਸੋ ਪ੍ਰੀ ਵੇਟਿੰਗ ਅਸੀਂ ਦੇਖਿਆ ਕਿ 42 ਦਿਨ ਦੇ ਵਿੱਚ ਜਿਹੜਾ ਦੁੱਧ ਆ ਅਸੀਂ ਬੱਚੇ ਨੂੰ ਛੜਾਇਆ, ਪਰ ਬੱਚਾ ਦੁੱਧ ਅਸੀਂ ਉਦੋਂ ਛੜਾਇਆ ਜਦੋਂ ਬੱਚਾ 900 ਗ੍ਰਾਮ ਫੀਡ ਖਾਣ ਲੱਗ ਜਾਵੇ। ਸੋ ਇਸ ਕਰਕੇ 500 ਗ੍ਰਾਮ ਦੀ ਡੇਲੀ ਬੋਡੀ ਵੇਟ ਉਹਦਾ ਵਧਣਾ ਚਾਹੀਦਾ। ਤਾਂ ਜਦੋਂ ਦੇਖਿਆ ਕਿ ਜਾਨਵਰ ਦਾ ਜਿਹੜਾ ਬੱਚਾ ਕਾਫ ਆ ਜੇ ਉਹਦਾ ਬੋਡੀ ਵੇਟ 500 ਪਲੱਸ ਡੇਲੀ ਇਨਕਰੀਜ਼ ਕਰੇਗਾ ਤਾਂ ਉਹ ਫਸਟ ਲੈਕਟੇਸ਼ਨ ਦੇ ਵਿੱਚ 700 ਲੀਟਰ ਦੁੱਧ ਜ਼ਿਆਦਾ ਪੈਦਾ ਕਰੇਗਾ ਜੇ ਐਜ਼ ਕੰਪੇਅਰ ਉਸ ਬੱਚਾ ਜਿਹਦਾ ਬੋਡੀ ਵੇਟ 500 ਗ੍ਰਾਮ ਤੋਂ ਘੱਟ ਹੋਵੇਗਾ। ਸੋ ਇਹ ਬਹੁਤ ਵੱਡਾ ਰੋਲ ਹੈ ਪੰਜਾਬ ਨੂੰ ਕਾਮਯਾਬ ਕਰਨ ਦੇ ਵਿੱਚ। ਤੁਹਾਡੀ ਪ੍ਰੈਕਟਿਸ ਦੇ ਵਿੱਚ ਜਿਹੜੇ ਬੱਚਿਆਂ ਦਾ ਬੋਡੀ ਵੇਟ ਆ ਉਹ ਡੇਲੀ 500 ਤੋਂ ਲੈ ਕੇ 800 ਗ੍ਰਾਮ ਤੱਕ ਹੋਣਾ ਚਾਹੀਦਾ, ਤਦੇ ਜਾ ਕੇ ਉਹ ਜਿਹੜੇ ਆ ਫਸਟ ਲੈਕਟੇਸ਼ਨ ਦੇ ਵਿੱਚ ਦੁੱਧ ਜ਼ਿਆਦਾ ਦੇਵੇਗਾ। ਜਿੰਨਾ ਦੁੱਧ ਜ਼ਿਆਦਾ ਦੇਵੇਗਾ ਉਨਾ ਹੀ ਉਹਦੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਆ ਉਹ ਘੱਟ ਆਵੇਗੀ। ਸੋ ਕੰਪਲਸਰੀ ਆ ਕਿ ਜਿਹੜਾ ਕਾਫ ਆ 56 ਦਿਨ ਦੇ ਵਿੱਚ ਉਹਦਾ ਬੋਡੀ ਵੇਟ ਜਿਹੜਾ ਹੈਗਾ ਡਬਲ ਹੋਣਾ ਚਾਹੀਦਾ। ਅਸੀਂ ਇਹ ਕਰਕੇ ਦਿਖਾਇਆ ਕਿ ਜਿੰਨਾ ਬੱਚਾ 40 ਕਿਲੋ ਦਾ ਪੈਦਾ ਹੋਇਆ ਤਾਂ 56 ਦਿਨ ਦੇ ਬਾਅਦ ਬੱਚੇ ਦਾ ਬੋਡੀ ਵੇਟ ਜਿਹੜਾ ਹੈਗਾ ਉਹ ਤਕਰੀਬਨ 80 ਕਿਲੋ ਦਾ ਹੋ ਗਿਆ। ਜੇ ਬੱਚਾ 56 ਦਿਨ ਤੇ ਡਬਲ ਹੋ ਜਾਂਦੇ ਆ ਤਾਂ ਸਮਝ ਲਓ ਕਿ ਬੱਚਾ ਉਹ ਆਪਦੀ ਜਿਹੜੇ ਫਸਟ ਲੈਕਟੇਸ਼ਨ ਦੇ ਵਿੱਚ ਦੁੱਧ ਆ ਉਹ ਜ਼ਿਆਦਾ ਦੇਵੇਗਾ। ਸੋ ਕਾਫ ਜਿਹੜੇ ਨੇ ਆਮ ਤੌਰ ਤੇ ਦੇਖਿਆ ਫਾਰਮਰ ਜਿਹੜੇ ਹੈਗਾ ਸੰਭਾਲ ਨਹੀਂ ਕਰਦੇ, ਉਹ ਨਹੀਂ ਕਿਉਂਕਿ ਟਾਈਮ ਤੇ ਉਹਨੂੰ ਵੋਲੇ ਨਹੀਂ ਪਿਲਾਉਂਦੇ, ਟਾਈਮ ਤੇ ਦੀ ਡਿਵਰਮਿੰਗ ਨਹੀਂ ਕਰਦੇ। ਸੋ ਬੱਚਾ ਜਿਹੜਾ ਹੈਗਾ ਐਂਟੀਬਾਇਓਟਿਕ ਜਿਹੜਾ ਲੱਗ ਗਿਆ ਉਹਨੂੰ ਪਹਿਲੇ 21 ਦਿਨਾਂ ਦੇ ਵਿੱਚ। ਆਮ ਤੌਰ ਤੇ ਜਿਹੜਾ ਬੱਚਾ ਬਿਮਾਰ ਹੋ ਗਿਆ 21 ਦਿਨ ਵਿੱਚ ਉਹਨੂੰ ਕੋਈ ਆਪਾਂ ਐਂਟੀਬਾਇਓਟਿਕ ਲਾ ਦਿੱਤਾ, ਬੱਚਾ ਬਚਾਤਾ ਲਿਆ, ਪਰ 490 ਲੀਟਰ ਦੁੱਧ ਉਹ ਸਾਲਾਨਾ ਘੱਟ ਦਿੰਦਾ ਹੈਗਾ। 500 ਲੀਟਰ ਆਪਾਂ ਲੈ ਕੇ ਚੱਲੀਏ, ਹੁਣ ਆਪਾਂ ਜੇ ਇਹਨੂੰ ਕੰਪੈਰੀਜ਼ਨ ਕਰੀਏ 30 ਰੁਪਏ ਨਾਲ ਤਾਂ ਤਕਰੀਬਨ 15,000 ਦਾ ਜਿਹੜਾ ਰੁਪਈਆ ਉਹਨੇ ਨੁਕਸਾਨ ਕਰ ਲਿਆ। ਸੋ ਇਸ ਕਰਕੇ ਇਹ ਵੀ ਕਾਸਟ ਆਫ ਪ੍ਰੋਡਕਸ਼ਨ ਤਾਂ ਉਹਦੇ ਵਿੱਚ ਵੱਡਾ ਰੋਲ ਹੈ ਕਿ ਉਹ ਬੱਚੇ ਦੀ ਪੂਰੀ ਪ੍ਰੋਪਰ ਕੇਅਰ ਨਹੀਂ ਕਰਦੇ। ਆਪਾਂ ਨੂੰ ਕੇਅਰ ਜਿਹੜੀ ਬੱਚੇ ਦੀ ਕੇਅਰ ਆ ਇਹਦੇ ਵੱਲ ਵੀ ਬਹੁਤ ਵਧੀਆ ਐਡਵਾਈਸ ਕਰਨ ਦੀ ਲੋੜ ਹੈਗੀ ਹੈ, ਸਮਝਾਉਣ ਦੀ ਲੋੜ ਹੈਗੀ ਆ। ਸੋ ਜਿਹੜਾ ਬੱਚੇ ਦੀ ਏਜ ਆ ਉਹ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਉਹਨੂੰ ਵੀਨਿੰਗ ਕਰ ਲਈ। ਬੱਚਾ ਜਦੋਂ ਮਤਲਬ 56 ਕਿਲੋ 56 ਦਿਨ ਤੇ ਉਹ ਡਬਲ ਹੋ ਗਿਆ ਤਾਂ ਆਪਾਂ ਦੇਖਣਾ ਕਿ ਉਹ ਬੱਚਾ ਗਰੋਥ ਪੂਰੀ ਠੀਕ ਕਰ ਰਿਹਾ, 800 ਗ੍ਰਾਮ ਫੀਡ ਜਿਹੜੀ ਆ ਡੇਲੀ ਖਾ ਰਿਹਾ, ਤਾਂ ਆਪਾਂ ਨੂੰ 42 ਦਿਨ ਤੇ ਦੁੱਧ ਜਿਹੜਾ ਸਰਾ ਦੇਣਾ ਚਾਹੀਦਾ। ਸੋ ਇਸ ਕਰਕੇ ਉਹਦੇ ਬੋਡੀ ਵੇਟ ਦਾ ਜਦੋਂ ਬੱਚਾ 1.3 ਤੋਂ 1.5 ਬੋਡੀ ਵੇਟ ਦਾ ਡਰਾਈਮੈਂਟ ਖਾਣ ਲੱਗ ਜਾਵੇ ਅਪਰੋਕਸੀਮੇਟਲੀ, ਤਾਂ ਆਪਾਂ ਨੂੰ ਜਿਹੜਾ ਹੈਗਾ ਤੇ ਉਹਦਾ ਉਹਨੂੰ ਵੀਨਿੰਗ ਕਰਾ ਦੇਣਾ ਚਾਹੀਦਾ। 900 ਗ੍ਰਾਮ ਫੀਡ ਜਿਹੜੀ ਆ ਉਹ ਡੇਲੀ ਗੇਨ ਕਰਨ ਲੱਗ ਜਾਂਦਾ। ਤਾਂ ਜਿਹੜਾ 3 ਮਹੀਨੇ ਤੋਂ ਲੈ ਕੇ 9 ਮਹੀਨੇ ਤੱਕ ਉਹਨੂੰ ਬੈਲੈਂਸ ਕਰਕੇ ਦਿੰਦੇ ਆ। 9 ਮਹੀਨੇ ਤੱਕ 9 ਮਹੀਨੇ ਤੋਂ ਲੈ ਕੇ 13 ਮਹੀਨੇ ਤੱਕ ਅਸੀਂ ਹਾਈਫਰ ਫੀਡ ਜਿਹੜੀ ਆ ਉਹ ਪ੍ਰੋਵਾਈਡ ਕਰਦੇ ਆ। ਬਿਜ਼ਨਸ ਦਾ ਸਾਡਾ ਮਾਡਲ ਤਿਆਰ ਕੀਤਾ ਹੋਇਆ। ਮੈਂ ਇਹ ਗੱਲ ਦੱਸਣ 'ਚ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਆ ਕਿ ਮੈਂ ਡਾਇਰੈਕਟਰ ਮਾਰਕੀਟਿੰਗ ਤੇ ਸੀ, ਸਾਰੇ ਇੰਡੀਆ ਦਾ ਹੈਡ ਸੀ ਮੈਂ। ਜਿੰਨਾ ਮੈਨੂੰ ਪੇਮੈਂਟ ਉੱਥੋਂ ਆਉਂਦੀ ਸੀ ਉਦੋਂ ਡਬਲ ਪੇਮੈਂਟ ਜਿਹੜੀ ਆ ਮੈਂ ਇਸ ਬਿਜ਼ਨਸ ਨੂੰ ਜੋ ਸ਼ੁਰੂ ਕੀਤਾ ਮੈਨੂੰ ਪੈਸਾ ਬਣਨ ਲੱਗ ਗਿਆ। ਸੋ ਤੁਹਾਡੇ ਲਈ ਤਾਂ ਇਹ ਬਹੁਤ ਵਧੀਆ ਫਿਊਚਰ ਆ, ਤੁਹਾਡੇ ਕੋਲ ਤਾਂ ਡਿਗਰੀਆਂ ਨੇ। ਸੋ ਇਸ ਕਰਕੇ ਤੁਸੀਂ ਤਾਂ ਜਦੋਂ ਇਹ ਡਿਗਰੀ ਕਰਨ ਤੋਂ ਬਾਅਦ ਇਸ ਕੰਮ 'ਚ ਆਵੋਗੇ ਤੁਹਾਡਾ ਫਿਊਚਰ ਬਹੁਤ ਸ਼ਾਰਪ ਆ, ਬਹੁਤ ਵਧੀਆ ਇਹ ਰੋਲ ਅਦਾ ਕਰ ਸਕਦੇ ਹੋ। ਇੱਕ ਤੇ ਫਾਰਮਰ ਦੀ ਸੇਵਾ, ਦੂਸਰਾ ਤੁਸੀਂ ਆਪਣੀ ਇਨਕਮ ਵੀ ਵਧਾ ਸਕਦੇ ਹੋ ਮਾਡਲ ਨੂੰ ਅਸੈਪਟ ਕਰਕੇ। ਸੋ ਆਡਿਟ ਫਾਰਮ ਜੇ ਕਰਾਂਗੇ ਤਦੇ ਹੀ ਰਿਜ਼ਲਟ ਜਿਹੜੇ ਵਧੀਆ ਆਉਂਦੇ ਨੇ। ਫਾਰਮਰ ਦੇ ਹਿਸਾਬ ਨਾਲ ਹੀ ਫੀਡ ਬਣੇ, ਫਾਰਮਰ ਦੇ ਹਿਸਾਬ ਨਾਲ ਹੀ ਪ੍ਰੀਮਿਕਸ ਬਣੇ, ਫਾਰਮਰ ਦੇ ਹਿਸਾਬ ਨਾਲ ਹੀ ਉਹਦਾ TMR ਬਣੇ, ਫਿਰ ਜਾ ਕੇ ਜਿਹੜਾ ਹੈਗਾ ਰਿਜ਼ਲਟ ਉਹ ਵਧੀਆ ਆਉਂਦੇ ਨੇ, ਜੋ ਅਸੀਂ ਕਰਕੇ ਦਿਖਾਇਆ ਹੈਗਾ। ਸੋ ਫਾਡਰ ਮੈਨੇਜਮੈਂਟ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਫਾਰਮਰ ਆਪਦੇ 1 ਏਕੜ ਦੇ ਵਿੱਚ 30,000 ਪਲਾਂਟ ਲਗਾਉਂਦੇ ਆ, ਉੱਥੇ ਡਾਈਜੈਸਟੀਬਿਲਿਟੀ ਵੀ ਜ਼ਿਆਦਾ ਆ, NDF ਵੀ ਜ਼ਿਆਦਾ ਆ, ਤੇ ਐਸਟੀਮੇਟ ਮਿਲਕ ਜਿਹੜਾ ਹੈਗਾ ਪ੍ਰਤੀ ਏਕੜ ਉਹ ਵੀ ਜ਼ਿਆਦਾ ਆਇਆ ਐਜ਼ ਕੰਪੇਅਰ ਜਿੱਥੇ 42,000 ਬੂਟਾ ਲਾਇਆ 24,000 ਬੂਟਾ ਜਿਹਨੇ ਲਾਇਆ ਘੱਟ ਵੱਧ ਲਾਇਆ। ਸੋ ਇਸ ਕਰਕੇ ਇਹ ਆਪਾਂ ਨੂੰ ਵੀ ਦੱਸਣ ਦੀ ਲੋੜ ਆ ਕਿ ਜੇ ਫਾਡਰ ਦੀ ਕੁਆਲਿਟੀ ਪੈਦਾ ਕਰਨੀ ਆ ਤਾਂ ਜੇ ਬੂਟਿਆਂ ਦੀ ਜਿਹੜੀ ਉਹਦੀ ਗਿਣਤੀ ਆ ਉਹ 30,000 ਤੋਂ ਵੱਧ ਨਹੀਂ ਹੋਣੀ ਚਾਹੀਦੀ। ਜਦੋਂ ਸੈਲੇਜ ਪਾਉਣਾ ਇਹ ਪੰਜਾਬ ਦੇ ਵਿੱਚ ਬਹੁਤ ਵੱਡਾ, ਜਿੰਨੇ ਅਸੀਂ ਸੈਲੇਜ ਟੈਸਟ ਕੀਤੇ ਆ ਤਕਰੀਬਨ 250 ਸੈਂਪਲ ਵਿੱਚ ਸੈਲ ਟੈਸਟ ਕੀਤੇ ਆ, ਜਿਹਦੇ ਵਿੱਚ ਸਾਨੂੰ ਸਿਰਫ 3 ਤੋਂ 4% ਸੈਲੇਜ ਹੀ ਵਧੀਆ ਮਿਲੇ ਜਿਹੜੇ ਕਿ ਜਾਨਵਰ ਦੇ ਪਾਉਣ ਦੇ ਲਾਇਕ ਸੀ। ਬਾਕੀ ਕਿਸ ਦੇ ਵਿੱਚ ਸਟਾਰਚ ਘੱਟ ਸੀ, ਕਿਸ ਦੇ ਵਿੱਚ ਪ੍ਰੋਟੀਨ ਘੱਟ ਸੀ, ਕਿਸ ਦੇ ਵਿੱਚ ਅਫਲਾਟੋਕਸਿਨ ਸੀ। ਜਿਹੜਾ ਮੱਕੀ ਆ, ਜਦੋਂ ਕਈ ਜ਼ਿਮੀਂਦਾਰ ਅਸੀਂ ਦੇਖਿਆ ਕਿ ਉਹ ਮੱਕੀ ਜਦੋਂ ਵੱਢਣੀ ਆ ਅਚਾਰ ਪਾਉਣਾ
ਤਾਂ ਉਹਦੀ ਵਾਈਟ ਲਾਈਨ ਨੂੰ ਚੈੱਕ ਨਹੀਂ ਕਰਦੇ। ਸੋ ਜ਼ਿਆਦਾ ਸੈਲਜ ਜੋ ਕੱਚਾ ਪਾਉਂਦੇ ਆ ਜਾਂ ਸੈਲਜ ਪੱਕਾ ਪਾਉਂਦੇ ਆ, ਇਸ ਕਰਕੇ ਫਾਰਮਰ ਜਿਹੜਾ ਜਾਨਵਰ ਆ ਉਹ ਪੂਰਾ ਦੁੱਧ ਨਹੀਂ ਦਿੰਦਾ। ਉਸਨੇ ਪ੍ਰਤੀ ਏਕੜ ਖਰਚਾ ਤਾਂ ਕਰ ਲਿਆ, ਪ੍ਰਤੀ ਏਕੜ 250 ਕੁਇੰਟਲ ਨੇ ਸੈਲਜ ਸਟੋਰ ਕਰ ਲਿਆ, ਲੇਕਿਨ ਉਹ ਸੈਲਜ ਵਿੱਚੋਂ ਡਰਾਈ ਮੈਟਰ ਕਿੰਨਾ ਆਇਆ ਪ੍ਰਤੀ ਏਕੜ ਉਹਦੇ ਵਿੱਚੋਂ ਸਟਾਰਚ ਕਿੰਨਾ ਆਇਆ, ਪ੍ਰੋਟੀਨ ਕਿੰਨੀ ਆਈ, ਫੈਟ ਕਿੰਨੀ ਆਈ, ਉਹਦੇ ਬਾਰੇ ਉਹ ਕਰ ਦਿਓ। ਇਸ ਕਰਕੇ ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਆ ਉਹ ਵੱਧਦੀ ਹੈ। ਆਪਾਂ ਨੂੰ ਇਹ ਗੱਲ ਵੀ ਜਿਹੜੀ ਆ ਉੱਥੇ ਇਹ ਇੰਪਲੀਮੈਂਟ ਕਰਨੀ ਪੈਣੀ ਆ ਕਿ ਸੈਲਜ ਦੀ ਕੁਆਲਿਟੀ ਨੂੰ ਇੰਪਰੂਵ ਕਰਨ ਦੀ ਲੋੜ ਹੈਗੀ ਆ। ਸੋ ਆਮ ਤੌਰ ਤੇ ਦੇਖਿਆ ਜਿਹੜਾ ਫਾਈਬਰ ਆ ਸੈਲਜ ਦੀ ਲੈਂਥ ਆ ਉਹ 2.5 ਸੈਂਟੀਮੀਟਰ ਤੋਂ ਵੱਧ ਹੋਣੀ ਚਾਹੀਦੀ, ਜਿਹਦੇ ਨਾਲ ਉਹਦੀ ਜਿਹੜੀ ਚਿਊਂਗ ਆ ਜੁਗਾਲੀ ਆ ਵਧੀਆ ਹੁੰਦੀ ਆ, ਰੂਮੀਨੇਟੇਸ਼ਨ ਆ ਵਧੀਆ, ਸਲੈਬ ਆ ਉਹ ਵੀ ਵਧੀਆ ਬਣਦਾ। ਸਭ ਤੋਂ ਵੱਡੀ ਗੱਲ ਆ ਕਿ ਜਾਨਵਰ ਜਿਹੜਾ ਹੈਗਾ ਜਗਾਲੀ ਵਧੀਆ ਕਰਦਾ। ਸੋ ਅਸੀਂ ਦੇਖਿਆ ਕਿ ਜਿਹੜਾ ਮੈਂ ਦਿਖਾਇਆ ਸੀਗਾ ਪਹਿਲਾ ਪਾਰਟ ਤੁਹਾਨੂੰ 18 mm ਦਾ 5% ਜਿਹੜਾ ਹੋਣਾ ਚਾਹੀਦਾ ਟੋਟਲ weight ਦਾ, 40% ਜਿਹੜਾ ਹੈਗਾ ਉਹ 8 mm ਦਾ ਹੋਣਾ ਚਾਹੀਦਾ, 20% ਜਿਹੜਾ ਹੈਗਾ ਉਹ 4 mm ਦਾ ਹੋਣਾ ਚਾਹੀਦਾ ਤੇ 35% ਜਿਹੜਾ ਹੈਗਾ ਉਹ ਫਾਈਬਰ ਦੀ ਲੈਂਥ ਜਿਹੜੀ ਹੈਗੀ ਆ 1.8 mm ਹੋਣੀ ਚਾਹੀਦੀ ਹੈ। ਸੋ ਜੇ ਸੈਲਜ ਦੀ ਕੁਆਲਿਟੀ ਇਸ ਰੂਪ ਚ ਹੋਵੇਗੀ ਤਦੇ ਫਾਰਮਰ ਜਿਹੜਾ ਹੈਗਾ ਉਹਦਾ ਦੁੱਧ ਜਿਹੜਾ ਜਾਨਵਰ ਦਾ ਦੁੱਧ ਹੈਗਾ ਉਹ ਸਸਤਾ ਪੈਦਾ ਹੋਵੇਗਾ। ਸੈਲਜ ਬਣਾਉਣ ਲੱਗੇ ਵੀ ਦੇਖਿਆ ਆਮ ਤੌਰ ਤੇ ਪਿੱਟ ਤੋਂ ਭਰਦੇ ਨੇ ਜ਼ਿਮੀਦਾਰ, ਉਹ ਸਿਰੇ ਤੋਂ ਟਰਾਲੀ ਅਨਲੋਡ ਕਰਨਾ ਸ਼ੁਰੂ ਕਰ ਦਿੰਦੇ ਆ, ਅੱਗੇ ਤੱਕ ਲਈ ਜਾਂਦੇ ਆ, ਇਹ ਗਲਤ ਪ੍ਰੈਕਟਿਸ ਹੈਗਾ। ਸੋ ਜੇ ਆਪਾਂ ਉਹਦੀ ਟੌਪ ਉਹਦੇ ਐਂਡ ਤੋਂ ਪਾਰਟ ਤੋਂ ਭਰਦੇ ਜਾਵਾਂਗੇ ਇਸ ਤਰ੍ਹਾਂ, ਤਾਂ ਇਸ ਤਰ੍ਹਾਂ ਸੈਲਜ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਟੌਪ ਦੀ ਬਣਦੀ ਆ। ਅਤੇ ਜਾਨਵਰ ਜਦੋਂ ਸੈਲਜ ਦੀ ਟੈਸਟਿੰਗ ਆਪਾਂ ਕਰਾਂਗੇ, ਡਰਾਈ ਮੈਟਰ ਕਰਾਂਗੇ, ਪ੍ਰੋਟੀਨ ਕਰਾਂਗੇ, ਤਾਂ ਇਹਦੀ ਬਿਲਕੁਲ ਇਕੁਅਲ ਜਿਹੜੀ ਇਹਦੀ ਕੈਮੀਕਲ ਕੰਪੋਜੀਸ਼ਨ ਹੋਊ, ਇੱਥੇ ਵੇਰੀਏਸ਼ਨ ਹੋਊਗਾ, ਇੱਥੇ ਫਰਕ ਹੁੰਦਾ। ਸੋ ਇਸ ਕਰਕੇ ਜੇ ਆਪਾਂ ਦੁੱਧ ਸਸਤਾ ਲੈਣਾ, ਜ਼ਿਆਦਾ ਦੁੱਧ ਲੈਣਾ, ਤਾਂ ਸੈਲਜ ਜਿਹੜੀ ਪ੍ਰਪੇਅਰ ਕਰਨਾ, ਸੈਲਜ ਨੂੰ ਬਣਾਉਣਾ, ਇਹਦੇ ਵਿੱਚ ਵੀ ਆਪਾਂ ਨੂੰ ਫਾਰਮਰ ਦੀ ਬਹੁਤ ਵੱਡੀ ਮਦਦ ਕਰਨ ਦੀ ਲੋੜ ਹੈਗੀ ਆ। ਸੋ ਸੈਲਜ ਦੀ ਲੈਂਥ ਮੈਂ ਦਿਖਾਇਆ, ਤੇ ਆਮ ਤੌਰ ਤੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜਿਹੜਾ ਹਰਾ ਚਾਰਾ ਉਹ ਬਹੁਤ ਬਰੀਕ ਪੱਧਰ ਤੇ ਹੈ, ਤੇ ਸੈਲਜ ਜਿਹੜੀ ਕੁਆਲਿਟੀ ਆ ਉਹਦੀ ਲੈਂਥ ਆ ਉਹ ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਮੈਨੇਜਮੈਂਟ ਦੇ ਵਿੱਚ ਦੇਖਿਆ ਕਿ ਫਾਰਮਰ ਜਿਹੜੇ ਨੇ ਉਹ ਆਪਣੇ ਸੈੱਡ ਵੱਲ ਬਹੁਤ ਹੀ ਧਿਆਨ ਨਹੀਂ ਦਿੰਦੇ, ਉੱਥੇ ਤਰੇੜਾਂ ਹੁੰਦੀਆਂ ਨੇ, ਇੱਥੇ ਚਿਚੜੀ ਬੈਠ ਕੇ ਜਿਹੜੀ ਆ ਉਹ ਆਪਦੀ ਜਨਰੇਸ਼ਨ ਨੂੰ ਵਾਧਾ ਕਰਦੀਆਂ ਨੇ, ਇਸ ਕਰਕੇ ਚਿਚੜੇ ਦਾ ਕੰਟਰੋਲ ਨਹੀਂ ਹੁੰਦਾ। ਸੋ ਇਸ ਕਰਕੇ ਜਾਨਵਰ ਦਾ ਜਿਹੜਾ ਜਿਸ ਤਰ੍ਹਾਂ ਕਾਫੀ ਬਿਮਾਰੀਆਂ ਤੁਹਾਡੇ ਆਪਣੇ ਪੜੀਆਂ ਨੇ, ਐਨਾਪਲਾਜ਼ਮੋਸਿਸ, ਥੈਲੇਰੀਓਸਿਸ ਤੇ ਬਵੇਸੀਆ, ਉਹ ਇਹਨਾਂ ਦੀ ਦੇਣ ਆ। ਜਿੱਥੇ ਖੱਡਾਂ ਜ਼ਿਆਦਾ ਹੋਣਗੀਆਂ ਉੱਥੇ ਗਾਵਾਂ ਜਿਹੜੀਆਂ ਨੇ ਪ੍ਰੋਪਰ ਦੁੱਧ ਨਹੀਂ ਦਿੰਦੀਆਂ, ਜਿੱਥੇ ਜਾਨਵਰ ਦੇ ਵਿੱਚ ਇਹ ਪ੍ਰੋਬਲਮ ਆਉਣਗੀਆਂ ਉੱਥੇ ਦੁੱਧ ਸਸਤਾ ਪੈਦਾ ਨਹੀਂ ਹੋਣਾ, ਮਹਿੰਗਾ ਦੁੱਧ ਪੈਦਾ ਹੋਵੇਗਾ ਤੇ ਮੈਡੀਸਨ ਐਕਸਪੈਂਸਿਸ ਜਿਹੜੇ ਨੇ ਉਹ ਜ਼ਿਆਦਾ ਹੋਣਗੇ। ਦੂਸਰਾ, ਪਾਣੀ ਦੇ ਵੱਲ ਫਾਰਮਰ ਬਹੁਤਾ ਧਿਆਨ ਨਹੀਂ ਦਿੰਦਾ। ਅਸੀਂ ਦੇਖਿਆ ਕਿ ਜਾਨਵਰ ਪਾਣੀ ਆ ਉਹਦੇ ਮਿਲਕ ਪ੍ਰੋਡਕਸ਼ਨ ਲਈ 25 ਤੋਂ 35% ਪੀਣਾ ਫਾਰਮਰ ਨਹੀਂ ਦਿੰਦਾ। ਗੋਬਰ ਕਰਨ ਲਈ 30 ਤੋਂ 35% ਆ, 15 ਤੋਂ 21% ਪਿਸ਼ਾਬ ਦੇ ਵਿੱਚ ਉਹ ਖਪਤ ਕਰਦਾ, ਤੇ ਕੁਛ ਉਹ ਜਿਹੜਾ ਫੇਫੜੇ 'ਚ ਹਵਾ ਜਾਂਦੀ ਆ, ਸਾਹ ਲੈਂਦਾ, ਉਹਦੇ ਵਿੱਚ ਉਹ ਵੇਸਟ ਹੁੰਦਾ। ਆਮ ਤੌਰ ਤੇ ਜਿਹੜਾ ਪਾਣੀ ਦਾ ਅਸੀਂ ਕਰਕੇ ਦਿਖਾਇਆ ਤਜਰਬਾ ਫਾਰਮਰ ਦੇ, ਕਿ ਅਸੀਂ ਸਮਝਾਇਆ ਕਿ ਜਿਹੜਾ ਪਾਣੀ ਆ ਜਾਨਵਰ ਨੇ ਜਿੰਨਾ 24 ਘੰਟੇ 'ਚ ਪਾਣੀ ਪੀਣਾ, 30 ਤੋਂ 50% ਪਾਣੀ ਜਿਹੜਾ ਹੈਗਾ ਉਹਨੇ ਧਾਰ ਚੋਣ ਤੋਂ, ਦੁੱਧ ਦੇਣ ਤੋਂ 1 ਘੰਟੇ ਦੇ ਵਿੱਚ ਵਿੱਚ ਪੀਣਾ। ਕੋਈ ਫਾਰਮਰ ਨਹੀਂ ਦਿੰਦਾ। ਬਹੁਤ ਘੱਟ ਫਾਰਮਰ ਨੇ ਜਿਹੜੇ ਕਿ ਜਾਨਵਰ ਨੂੰ ਸੌਣ ਤੋਂ, ਦੁੱਧ ਦੇਣ ਤੋਂ ਬਾਅਦ ਉਹਨੂੰ ਪਾਣੀ ਪਿਲਾਉਂਦੇ ਨੇ। ਸੋ 4 ਤੋਂ ਲੈ ਕੇ 15 ਲੀਟਰ ਪਾਣੀ 1 ਮਿੰਟ 'ਚ ਪਸ਼ੂ ਪੀ ਲੈਂਦਾ, ਜੋ ਅਸੀਂ ਦੇਖਿਆ ਗਿਆ। ਤੇ 20 ਗਾਵਾਂ ਲਈ, 15 ਤੋਂ 20 ਗਾਵਾਂ ਲਈ ਇੱਕ ਜਿਹੜਾ ਹੈਗਾ ਟੈਂਕ ਪਾਣੀ ਦਾ ਹੋਣਾ ਚਾਹੀਦਾ। ਆਮ ਤੌਰ ਤੇ ਦੇਖਿਆ ਸੀ ਜਿੱਥੇ ਫਾਰਮਰ ਨੇ ਪਾਰਲਰ ਲਾਇਆ, ਉਹਦੇ ਪਾਰਲਰ ਦੇ ਬਾਅਦ ਅਸੀਂ ਪਾਣੀ ਵਾਲਾ ਜਿਹੜਾ ਟੈਂਕ ਆ ਛੋਟਾ, ਉਹਦੀ ਹੌਦੀ ਬਣਾ ਦਿੱਤੀ, ਉੱਥੇ ਉਹਦੇ ਪਾਣੀ ਪ੍ਰੋਵਾਈਡ ਕਰ ਦਿੱਤਾ। ਅਸੀਂ ਦੇਖਿਆ ਕਿ ਉੱਥੇ ਉਸੇ ਜਾਨਵਰਾਂ ਦਾ ਜਦੋਂ ਆਫਟਰ ਮਿਲਕਿੰਗ ਉਹ ਪਾਣੀ ਦੇਣਾ ਸ਼ੁਰੂ ਕਰ ਦਿੱਤਾ, ਤਾਂ ਉਹਨਾਂ ਦੁੱਧ 1 ਲੀਟਰ ਤੋਂ ਲੈ ਕੇ 5 ਲੀਟਰ ਤੱਕ ਦੁੱਧ ਫਾਰਮਾਂ ਤੇ ਵੱਧਦਾ ਅਸੀਂ ਦੇਖਿਆ। ਸੋ ਧਾਰ ਚੋਣ ਤੋਂ ਤੁਰੰਤ ਬਾਅਦ ਪਾਣੀ ਪ੍ਰੋਵਾਈਡ ਕਰਨਾ ਬਹੁਤ ਜ਼ਰੂਰੀ ਹੈ। ਇੱਥੇ ਬਹੁਤ ਵੱਡਾ ਗੈਪ ਆ, ਇਹ ਫਾਰਮਰ ਇਹਨੂੰ ਪਾਣੀ ਧਾਰ ਚੋਣ ਤੋਂ ਬਾਅਦ ਉਹ ਨਹੀਂ ਦਿੰਦਾ। ਉਹਨਾਂ ਦੇ ਦਿਮਾਗ 'ਚ ਗੱਲ ਬੜੀ ਆ ਕਿ ਧਾਰ ਚੋਣ ਤੋਂ ਬਾਅਦ ਜੇ ਪਾਣੀ ਪਿਲਾਵਾਂਗੇ ਪਸ਼ੂ ਗਰਮ ਸਰਦ ਹੋ ਜਾਏਗਾ ਤੇ ਪਸ਼ੂ ਨੂੰ ਕੋਈ ਪ੍ਰੋਬਲਮ ਆ ਜਾਏਗੀ। ਸੋ ਇਹ ਜਿਹੜਾ ਫੋਬੀਆ ਹੈਗਾ ਇਹ ਉਹਦੇ ਦਿਮਾਗ ਤੋਂ ਕੱਢਣ ਦੀ ਬਹੁਤ ਵੱਡੀ ਲੋੜ ਹੈਗੀ ਆ। ਸੋ ਵਾਟਰ ਟੈਂਕ ਆਮ ਤੌਰ ਤੇ ਦੇਖਿਆ ਪੰਜਾਬ ਦੇ ਵਿੱਚ ਜਾਂ ਸਾਰੇ ਇੰਡੀਆ 'ਚ ਆਪਾਂ ਗੱਲ ਕਰੀਏ ਤੇ ਐਲਗੀ ਬਹੁਤ ਹੈਗੀ ਆ, ਜਿਹੜਾ ਕਿ ਮੈਸਟੈਟਸ ਜਾਂ ਵਾਰਸਨ ਨੂੰ ਜਾਂ ਹੋਰ ਬਿਮਾਰੀਆਂ ਨੂੰ ਪੈਦਾ ਕਰਨ ਵਿੱਚ ਇਹਦਾ ਬਹੁਤ ਵੱਡਾ ਰੋਲ ਆ। ਇੱਥੇ ਆਪਾਂ ਜੇ ਕਲੀ ਕਰਵਾ ਕੇ ਫਾਰਮਰ ਨੂੰ ਇਹ ਸਮਝਾਈਏ ਤਾਂ ਫਾਰਮਰ ਨੂੰ ਆਟੋਮੈਟਿਕਲੀ ਬਿਮਾਰੀਆਂ ਤੋਂ ਬਚਾ ਰਹਿਣਾ ਤੇ ਉਹਦਾ ਦੁੱਧ ਜਿਹੜਾ ਹੈਗਾ ਸਸਤਾ ਪੈਦਾ ਹੋਣਾ। ਸੋ ਰਾਸ਼ਟਰਾ ਕਾਫੀ ਜ਼ਿਮੀਂਦਾਰ ਪਾਉਂਦੇ ਆ, ਜਿਹੜਾ ਕਿ ਉੱਲੀ ਦਾ ਕਾਰਨ ਆ, ਇਹ ਵੱਲ ਵੀ ਆਪਾਂ ਨੂੰ ਰੋਕਣ ਦੀ ਲੋੜ ਆ। ਤੂੜੀ ਜਿਹੜੀ ਆ, ਮੈਂ ਹੁਣ ਤੂੜੀ ਦੇ ਸੈਂਪਲ ਟੈਸਟ ਕੀਤੇ ਨੇ, 17 ਤੋਂ 18% ਮੋਇਸਚਰ ਆ ਰਿਹਾ ਤੂੜੀ ਦੇ ਵਿੱਚ। ਬਰਸੀਨ ਦੇ ਵਿੱਚ 87% ਪਾਣੀ ਆ, ਤੂੜੀ ਦੇ ਵਿੱਚ 18% ਪਾਣੀ ਆ। ਸੋ ਜਾਨਵਰ ਦਾ ਡਰਾਈ ਮੈਟਰ ਪੂਰਾ ਨਹੀਂ ਹੋ ਰਿਹਾ। ਇਹ ਬਹੁਤ ਵੱਡਾ ਗੈਪ ਆ, ਬਹੁਤ ਸਮਝਾਉਣ ਦੀ ਲੋੜ ਆ ਕਿ ਜੇ ਧੁੱਪਾਂ ਨਿਕਲਦੀਆਂ ਤੂੜੀ ਨੂੰ ਵੀ ਸੁਕਾਉਣ ਦੀ ਲੋੜ ਆ, ਤੇ ਜਿਹੜਾ ਹਰਾ ਚਾਰਾ ਬਰਸੀਮ ਆ
ਜਾਂ ਰਾਈ ਘਾਹ ਪਸ਼ੂ ਫਾਰਮਰ ਲੈ ਕੇ ਪਾਉਂਦੇ ਨੇ, ਉਹਨੂੰ ਵੀ ਕੁਝ ਟਾਈਮ ਧੁੱਪ ਲਵਾਉਣ ਦੀ ਬਹੁਤ ਲੋੜ ਆ, ਤਾਂ ਜੋ ਵਿੱਚ ਪਾਣੀ ਦੀ ਮਾਤਰਾ ਘਟ ਜਾਵੇ, ਜਾਨਵਰ ਦਾ ਡਰਾਈ ਮੈਟਰ ਜਿਹੜਾ ਉਹ ਪੂਰਾ ਹੋ ਜਾਵੇ। ਕੈਟਲ ਫੀਡ ਆ ਜਿਹੜੀ, ਇਹਨੂੰ ਬੈਲੈਂਸ ਕਰਨਾ, ਉਹਦੇ ਵਿੱਚ ਕਿੰਨੀ ਪ੍ਰੋਟੀਨ ਆ, ਕਿੰਨੀ ਫੈਟ ਆ, ਕਿੰਨਾ NDF ਆ, ਕਿੰਨੀ IDF ਹੈਗਾ, NFC ਕਿੰਨਾ, ਉਹਦੇ TMR ਨੂੰ ਬਣਾ ਕੇ ਹੀ ਕੈਟਲ ਫੀਡ ਜਿਹੜੀ ਆ ਆਪਾਂ ਨੂੰ ਇਹਦਾ ਰਾਸ਼ਨ ਬੈਲੈਂਸ ਕਰਨਾ ਚਾਹੀਦਾ ਹੈ। ਸੋ ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ, ਤੁਸੀਂ ਲੈਕਚਰ ਅਟੈਂਡ ਕੀਤਾ। ਮੈਨੂੰ ਆਸ ਆ ਕਿ ਕਾਫੀ ਗੱਲਾਂ ਤੁਸੀਂ ਮੈਨੂੰ ਵੀ ਦੱਸੋਗੇ, ਮੈਂ ਉਹਨਾਂ ਨੂੰ ਵੀ ਸੁਣ ਕੇ ਆਪਦੇ ਕੰਮ ਦੇ ਵਿੱਚ ਐਕਟੀਵੇਟ ਕਰਾਂਗਾ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਸਰ। ਬਹੁਤ ਹੀ ਵਧੀਆ ਸਰਦਾਰ ਅਵਤਾਰ ਸਿੰਘ ਜੀ ਨੇ ਆਪਣੇ ਜਿਹੜੇ ਐਕਸਪੀਰੀਅੰਸ ਸ਼ੇਅਰ ਕੀਤੇ ਸਟੂਡੈਂਟ ਦੇ ਨਾਲ। ਸਰ ਕੁਝ ਸਟੂਡੈਂਟ ਤੁਹਾਨੂੰ ਸਵਾਲ ਪੁੱਛ ਰਹੇ ਨੇ ਚੈਟ ਦੇ ਵਿੱਚ ਵੀ, ਜਿਹੜੀ ਤੁਸੀਂ ਪਿੱਛੇ ਐਕਸਰਸਾਈਜ਼ ਦੀ ਗੱਲ ਦੱਸੀ ਆ ਵੀ ਕਿਸ ਤਰ੍ਹਾਂ ਦੀ ਐਕਸਰਸਾਈਜ਼ ਤੁਸੀਂ ਰਿਕਮੈਂਡ ਕਰਦੇ ਹੋ। ਇੱਕ ਨੇ ਸਵਾਲ ਪੁੱਛਿਆ ਵੀ ਕਿ ਜੇ ਤੁਹਾਡਾ ਡਾਟਾ ਅਸੀਂ ਜਾਂ ਤੁਹਾਡੀਆਂ ਸਕਸੈਸ ਸਟੋਰੀ ਅਸੀਂ ਰੀਡ ਕਰਨੀ ਹੋਵੇ ਤਾਂ ਕਿੱਥੋਂ ਕਰ ਸਕਦੇ ਹਾਂ, ਜਾਂ ਇਹ ਡਾਟਾ ਕਿੱਥੋਂ ਮਿਲੇਗਾ। ਤੇ ਇੱਕ ਸਟੂਡੈਂਟ ਮਿਲਕ ਕੋਆਗੂਲੇਸ਼ਨ, ਆਈ ਥਿੰਕ ਉਹ ਮੈਸਟਾਈਟਸ ਤੇ ਪੁੱਛਣਾ ਚਾਹ ਰਿਹਾ ਕੁਐਸਚਨ ਵੀ ਫੀਡ ਦੇ ਨਾਲ ਕਿੱਦਾਂ ਮੈਸਟਾਈਟਸ ਰੋਕ ਸਕਦੇ ਆ। ਵੀ ਇਸ ਮਾਮਲੇ ਤੇ ਵੀ ਤੁਸੀਂ ਜੇ ਆਪਣੇ ਵਿਚਾਰ ਸ਼ੇਅਰ ਕਰੋ ਤਾਂ ਸਰ ਬਹੁਤ ਵਧੀਆ ਹੋਏਗਾ। ਹਾਂ, 1 by 1 ਡਾਕਟਰ ਸਾਹਿਬ ਦੱਸ ਦਿਓ, ਮੈਂ ਉਹਦਾ ਜਵਾਬ ਦੇ ਦਾਂਗਾ। ਪਹਿਲਾਂ ਤਾਂ ਉਹਨਾਂ ਨੇ ਪੁੱਛਿਆ ਸਰ ਐਕਸਰਸਾਈਜ਼ ਕਿਸ ਤਰ੍ਹਾਂ ਦੀ ਸੁਜੈਸਟ ਕਰਦੇ ਹੋ। ਐਕਸਰਸਾਈਜ਼ ਇਹ ਨਹੀਂ ਹੈਗਾ ਕਿ ਆਪਾਂ ਨੂੰ ਜਿਮ 'ਚ ਲੈ ਕੇ ਜਾਣਾ, ਬਟ ਇਹ ਹੈ ਵੀ ਐਕਸਰਸਾਈਜ਼ ਦਾ ਮਤਲਬ ਉਹਨੂੰ ਜਾਨਵਰ ਨੂੰ ਮੂਵ ਕਰਾਉਣਾ। ਜੇ 20-25 ਮਿੰਟ ਆਪਾਂ ਸਵੇਰੇ ਘੁਮਾ ਦਈਏ ਤੇ 20-25 ਮਿੰਟ ਉਹਨੂੰ ਸ਼ਾਮ ਨੂੰ ਘੁਮਾ ਦਈਏ, ਉਹਦੇ ਸਾਈਡ ਦੇ ਅੰਦਰ ਹੀ ਮੰਨ ਲਓ ਉਹਨੂੰ ਜਾਨਵਰ ਨੂੰ ਘੁਮਾਉਣਾ, ਜਾਂ ਜਾਨਵਰ ਖੁੱਲਾ ਰਹਿ ਜਾਵੇ ਤਾਂ ਬੈਟਰ ਆ। ਨਹੀਂ ਖੁੱਲਾ ਜਗ੍ਹਾ ਹੈਗਾ ਤਾਂ ਜਾਨਵਰ ਨੂੰ ਸੰਗਲ ਫੜ ਕੇ ਉਹਨੂੰ ਘੁਮਾਉਣਾ, ਜੇ 20-25 ਮਿੰਟ ਸਵੇਰੇ 20-25 ਮਿੰਟ ਸ਼ਾਮ ਨੂੰ, ਤਾਂ ਉਹ ਜਾਨਵਰ ਜਿਹੜਾ ਹੈਗਾ ਉਹਦੀ ਪਰਫਾਰਮੈਂਸ ਬਹੁਤ ਵਧੀਆ ਆਉਂਦੀ ਹੈ। ਅਸੀਂ ਕਰਕੇ ਇਹ ਪਿੰਡਾਂ ਦੇ ਵਿੱਚ ਫਾਰਮਰ ਨੂੰ ਦਿਖਾਇਆ ਹੈ। ਸਰ ਦੂਜਾ ਉਹਨਾਂ ਨੇ ਕਿਹਾ ਵੀ ਜੇ ਐਕਚੁਅਲੀ ਸਟੂਡੈਂਟ ਜਿਹੜਾ IDP ਦੇ ਵਿੱਚ ਸੀਗਾ, ਤੁਹਾਡੀਆਂ ਵਿਜ਼ਿਟ ਸੀਗੀਆਂ ਨਾ ਕੁਝ ਸਕਸੈਸਫੁਲ ਇੰਟਰਪ੍ਰੀਨਰ ਦੇ ਫਾਰਮ ਦੇ ਉੱਪਰ, ਬਟ ਹੁਣ ਕਰੋਨਾ ਕਰਕੇ ਅਸੀਂ ਇਹ ਵਿਜ਼ਿਟ ਜਿਹੜੀਆਂ ਐਗਜ਼ੀਕਿਊਟ ਨਹੀਂ ਕਰ ਪਾ ਰਹੇ। ਸੋ ਲੈਕਚਰ ਹੈ ਜੀ ਥੋੜਾ ਜਿਹਾ ਕਰੋਨਾ ਤੋਂ ਠੀਕ ਹੋ ਜਾਂਦਾ, ਕਰੋਨਾ ਪੈਂਡੈਮਿਕ, ਤਾਂ ਵੀ ਕੈਨ ਪਲਾਨ ਅ ਵਿਜ਼ਿਟ। ਸੋ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਡਾ ਜੇ ਸਕਸੈਸ ਸਟੋਰੀ ਪੜ੍ਹਨੀ ਹੋਵੇ ਤਾਂ, ਜਾਂ ਡਾਟਾ ਪੜ੍ਹਨਾ ਹੋਵੇ ਤਾਂ ਕਿੱਥੋਂ ਮਿਲ ਸਕਦਾ ਸਰ ਕੁਝ। ਡਾਟਾ ਤਾਂ ਹਾਲੇ ਅਸੀਂ ਲੋਡ ਨਹੀਂ ਕੀਤਾ, ਇਨ ਫਿਊਚਰ ਅਸੀਂ ਡਾਟਾ ਲੋਡ ਕਰ ਰਹੇ ਹਾਂ, ਸਾਡੀ ਵੈਬਸਾਈਟ ਵੀ ਬਣ ਰਹੀ ਹੈ, ਉਹਦੇ ਵਿੱਚ ਅਸੀਂ ਸਾਰੇ ਸਕਸੈਸ ਸਟੋਰੀ ਐਂਡ ਡਾਟਾ ਅਸੀਂ ਲੋਡ ਕਰਾਂਗੇ। ਬਸ ਬੇਸਿਕਲੀ ਜੇ 2-4 ਸਟੂਡੈਂਟ ਜੋ ਕੋਈ 5-10 ਸਟੂਡੈਂਟ ਹੁਣ ਮੇਰੇ ਕੋਲ ਆਉਣਾ ਵੀ ਚਾਹੁੰਦੇ ਨੇ ਤਾਂ ਮੋਸਟ ਵੈਲਕਮ। ਮੈਂ ਉਹਨਾਂ ਨੂੰ, ਜਿੱਥੇ ਸਾਡੇ ਫਾਰਮ ਟੌਪ ਤੇ ਚੱਲ ਰਹੇ, ਜਿੱਥੇ ਹੁਣ ਵੀ 60-62 ਲੀਟਰ ਦੁੱਧ ਡੇਲੀ ਅਸੀਂ ਆ ਰਹੇ ਆ, ਤੇ ਜਾਨਵਰ ਵੀ ਕਨਸੀਵ ਕਰਕੇ 60 ਦਿਨ ਦੇ ਵਿੱਚ 60 ਲੀਟਰ ਦੁੱਧ ਦੇ ਕੇ ਉਹ ਫਾਰਮਾਂ ਤੇ ਮੈਂ 2-3 ਫਾਰਮਾਂ ਤੇ ਤੁਹਾਡੇ ਟੂਰ ਟਾਈਮ ਮੈਂ ਵਿਜ਼ਿਟ ਕਰਵਾ ਸਕਦਾ। ਨੋ ਡਾਊਟ ਮੇਰੇ ਕੋਲ 7-8 ਫਾਰਮ ਵਧੀਆ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਹਾਈ ਯੀਲਡ ਆ ਰਿਹਾ, ਉੱਥੇ ਮੈਂ ਵਿਜ਼ਿਟ ਕਰਵਾ ਸਕਦਾ। ਉੱਥੋਂ ਸਾਰਾ ਫਾਰਮਰ ਖੁਦ ਵੀ ਦੇਖ ਸਕਦਾ ਕਿ ਅਸੀਂ TMR ਨੂੰ ਕਿਸ ਤਰ੍ਹਾਂ ਮੈਨੇਜ ਕੀਤਾ, ਉਹਦੀ ਫੀਡ ਫਾਰਮੂਲੇਸ਼ਨ ਕਿਸ ਤਰ੍ਹਾਂ ਮੈਨੇਜ ਕੀਤਾ, ਤੇ ਉਹ ਜਾਨਵਰ ਨੂੰ ਕਿਸ ਤਰ੍ਹਾਂ ਫੀਡਿੰਗ ਕਰਦੇ ਤੇ ਉਹਦੀ ਮਿਲਕਿੰਗ ਕਿਸ ਤਰ੍ਹਾਂ ਕਰਦੇ ਨੇ। ਟੋਟਲ ਜਿਹੜਾ ਹੈਗਾ ਮੈਂ ਸਾਰਾ ਉਹ ਦਿਖਾ ਸਕਦਾ। ਸਰ ਇੱਕ ਚੀਜ਼ ਇਹ ਦੱਸੋ, ਜਿਹੜਾ ਤੁਸੀਂ TMR, ਇੱਕ ਸਵਾਲ ਪੁੱਛ ਰਹੇ ਨੇ ਸਟੂਡੈਂਟ ਵੀ TMR ਦੇ ਵਿੱਚ ਫਾਈਬਰ ਦੀ ਤੁਸੀਂ ਕਿੰਨੀ ਰਿਕਮੈਂਡ ਕਰਦੇ ਹੋ, ਜਿਹਦੇ ਨਾਲ ਰਿਕਮੈਂਡ TMR ਦੇ ਵਿੱਚ। TMR ਵਿੱਚ ਫਾਈਬਰ ਦਾ ਨਹੀਂ ਹੁੰਦਾ, NDF ਤੇ ADF ਨੂੰ ਮੇਜਰ ਕੀਤਾ ਜਾਂਦਾ ਹੈਗਾ। ਜਿਹੜਾ TMR ਦਾ ਅਰਲੀ ਲੈਕਟੇਸ਼ਨ ਵਿੱਚ ਜਿਹੜਾ ADF ਹੈਗਾ ਉਹ ਤਕਰੀਬਨ 18% 19% ਰੱਖਣਾ ਹੁੰਦਾ। ਜਿਹੜਾ NDF ਹੈ ਨਿਊਟ੍ਰੀਐਂਟ ਫਾਈਬਰ ਆ ਉਹ ਤਕਰੀਬਨ 27-28% ਜਿਹੜਾ ਰੱਖਣਾ ਹੁੰਦਾ। ਸੋ ਨਾਨ ਫਾਈਬਰ ਕਾਰਬੋਹਾਈਡਰੇਟ ਜਿਹੜਾ ਹੈਗਾ ਤਕਰੀਬਨ 35% ਰੱਖਣਾ ਹੁੰਦਾ। ਜਿਹੜਾ ਸ਼ੂਗਰ ਕੰਟੈਂਟ ਹੈ ਉਹ 5% ਰੱਖਣਾ ਹੁੰਦਾ। ਜਿਹੜੀ TMR ਦੀ ਪ੍ਰੋਟੀਨ ਆ ਜੇ ਹਾਈ ਯੀਲਡ ਆ ਤਾਂ 17% ਤੱਕ ਰੱਖਣੀ ਹੁੰਦੀ ਆ। ਕੈਲਸ਼ੀਅਮ ਜਿਹੜਾ ਹੈਗਾ 0.75% ਰੱਖਣਾ ਹੁੰਦਾ। ਫਾਸਫੋਰਸ ਜਿਹੜਾ ਹੈਗਾ 0.45% ਤੱਕ ਰੱਖਣਾ ਹੁੰਦਾ। ਮੈਗਨੀਸ਼ੀਅਮ 0.35 ਤੱਕ ਰੱਖਣਾ ਹੁੰਦਾ। ਇਸ ਤਰ੍ਹਾਂ ਸੋਡੀਅਮ ਜਿਹੜਾ ਹੈਗਾ 0.35 ਤੱਕ ਸੋਡੀਅਮ ਰੱਖਣਾ ਹੁੰਦਾ। ਕਲੋਰਾਈਡ ਜਿਹੜਾ ਹੈਗਾ ਉਹ 0.28 ਤੱਕ ਰੱਖਣਾ ਹੁੰਦਾ। ਇਸੇ ਤਰ੍ਹਾਂ ਜਿਹੜਾ ਪੋਟਾਸ਼ੀਅਮ ਆ ਉਹ 1.7 ਤੱਕ ਜਿਹੜਾ ਹੈਗਾ ਉਹ ਰੱਖਣਾ ਹੁੰਦਾ। ਸੋ ਇਹ ਪੂਰਾ ਬੈਲੈਂਸ ਕਰਕੇ ਸਾਡੇ ਕੋਲ ਸੌਫਟਵੇਅਰ ਨੇ, ਸਾਡੇ ਕੋਲ ਅਸੀਂ ਸੌਫਟਵੇਅਰ ਪਰਚੇਜ ਕੀਤੇ, ਉਹਦੇ ਵਿੱਚ ਅਸੀਂ ਪਾ ਕੇ ਪਹਿਲਾਂ ਅਸੀਂ ਕੀ ਕਰਦੇ ਹਾਂ ਕਿ ਜਾਨਵਰ ਦਾ ਬੋਡੀ ਵੇਟ ਲੈਂਦੇ ਹਾਂ, ਉਸ ਤੋਂ ਬਾਅਦ ਜਾਨਵਰ ਦਾ ਦੁੱਧ ਲੈਂਦੇ ਹਾਂ, ਉਸ ਦੇ ਜਾਨਵਰ ਦੀ ਫੈਟ ਕਿੰਨਾ ਲੈ ਕੇ ਫਿਰ ਅਸੀਂ ਉਹਦਾ ਜਿਹੜਾ ਹੈਗਾ ਸੌਫਟਵੇਅਰ 'ਚ ਪਾ ਕੇ ਉਹਨੂੰ ਜਿਹੜਾ ਹੈਗਾ ਬੈਲੈਂਸ ਕਰਦੇ ਹਾਂ। ਸੋ ਜਿਹੜੀ ਫਾਈਬਰ ਆ ਇਕੱਲਾ ਫਾਈਬਰ ਨਾਲ ਕੋਈ ਰਿਲੇਸ਼ਨ ਨਹੀਂ। ਅੱਜ ਕੱਲ੍ਹ ਤਾਂ ਉਹਦੇ ਵਿੱਚ ADF TMR ਦੀ ਕਿੰਨੀ ਆ ਤੇ NDF ਕਿੰਨੀ ਆ, ਇਹਨੂੰ ਆਪਾਂ ਮੇਜ਼ਰ ਕਰਨਾ ਹੁੰਦਾ ਹੈ। ਰਾਈਟ ਸਰ, ਇੱਕ ਹੋਰ ਸਵਾਲ ਆ ਰਹੇ ਨੇ ਸਰ ਵੀ ਜਿਹੜਾ ਤੁਸੀਂ ਕੈਲਸ਼ੀਅਮ ਨੂੰ ਕਦੋਂ ਸੁਜੈਸਟ, ਤੁਹਾਡੇ ਲੈਵਲ ਤੇ ਕੈਲਸ਼ੀਅਮ ਕਦੋਂ ਸੁਜੈਸਟ ਕੀਤਾ ਜਾਂਦਾ ਵੀ ਟ੍ਰਾਂਜੀਸ਼ਨ ਫੇਸ ਦੇ ਵਿੱਚ ਕਦੋਂ ਕੈਲਸ਼ੀਅਮ ਦੇਣਾ ਚਾਹੀਦਾ, ਤੁਸੀਂ ਕਿੱਦਾਂ ਸੁਜੈਸਟ ਕਰਦੇ ਹੋ?
ਕੈਲਸ਼ੀਅਮ ਤਾਂ ਸਾਰੀ ਜ਼ਿੰਦਗੀ ਹੀ ਲੋੜ ਆ, ਬੰਦ ਤਾਂ ਹੋ ਹੀ ਨਹੀਂ ਸਕਦਾ, ਘੱਟ ਵੱਧ ਹੋ ਸਕਦਾ, ਪਰ ਟ੍ਰਾਂਜੈਕਸ਼ਨ ਦੇ ਵਿੱਚ ਇਹ ਡਿਕੇਡ ਤੇ ਆਪਾਂ ਰੱਖੇ ਨੇ, ਮੰਨ ਲਓ ਡਿਕੇਡ ਬੈਲੈਂਸ ਕੀਤਾ ਹੈਗਾ, ਨੈਗੇਟਿਵ ਤੇ ਰੱਖਿਆ, ਫਿਰ ਆਪਾਂ ਨੂੰ ਕੈਲਸ਼ੀਅਮ ਲੈਵਲ ਵਧਾਉਣਾ ਪੈਂਦਾ। ਪਰ ਜੇ ਆਪਾਂ ਡਿਕੇਡ ਬੈਲੈਂਸ ਨਹੀਂ ਕੀਤਾ ਤਾਂ ਕੈਲਸ਼ੀਅਮ ਆਪਾਂ ਨੂੰ ਜਾਨਵਰ ਨੂੰ ਸੌਣ ਤੋਂ ਪਹਿਲਾਂ ਨਹੀਂ ਦੇਣਾ ਚਾਹੀਦਾ। ਇਹ ਤਾਂ ਤੁਹਾਡੇ ਕੋਲੋਂ ਅਸੀਂ ਪੜ੍ਹਿਆ, ਤੁਸੀਂ ਸਾਨੂੰ ਪੜ੍ਹਾਇਆ। ਸੋ ਅਸੀਂ ਉਹਨੂੰ ਜਿਹੜਾ ਕੈਲਸ਼ੀਅਮ ਹੈਗਾ ਟ੍ਰਾਂਜੈਕਸ਼ਨ ਫੇਜ਼ ਦੇ ਵਿੱਚ ਉਹ 0.52 ਤੇ ਰੱਖਦੇ ਆ ਤੇ ਰਿਜ਼ਲਟ ਸਾਡੇ ਬੜੇ ਵਧੀਆ ਆਉਂਦੇ ਨੇ TMR ਦੇ ਵਿੱਚ। ਅੱਛਾ ਸਰ, ਤੁਸੀਂ ਦੁੱਧ ਤਾਂ ਆਪਾਂ ਚਲੋ ਰੀਟ ਫੈਟ ਕੰਟੈਂਟ ਦੇ ਵੀ ਕਿਤੇ ਸਰ ਕੁਝ ਸਰਵੇ ਕੀਤਾ ਵੀ ਫੈਟ ਕੰਟੈਂਟ ਵਧੀ? ਹਾਂਜੀ ਡਾਕਟਰ ਸਾਹਿਬ, ਫੈਟ ਕੰਟੈਂਟ ਮੈਂ ਸਲਾਈਡਾਂ ਪਾਉਣੀਆਂ ਭੁੱਲ ਗਿਆ। ਸਾਡੇ ਕੋਲ ਇੱਕ ਫਾਰਮ ਚੱਲਦਾ, ਬੱਦੀ ਫਾਰਮ ਆ ਹਿਮਾਚਲ ਦੇ ਵਿੱਚ, ਉੱਥੇ 200 ਗਾਂ ਹੈਗੀ ਆ ਤੇ ਉੱਥੇ 1600 ਲੀਟਰ ਦੁੱਧ ਆ ਤੇ ਸਾਰੇ ਦੁੱਧ ਦੀ ਜਿਹੜੀ ਐਵਰੇਜ ਫੈਟ ਆ ਉਹ ਤਕਰੀਬਨ 4.6 ਆ ਰਹੀ ਹੈ। ਤੇ ਸਾਰੇ ਮਤਲਬ ਫੈਟ ਜਿਹੜਾ ਤੁਹਾਡਾ ਤਦੇ ਵਧੇਗਾ ਜੇ ਤੁਹਾਡੇ ਫਾਈਬਰ ਦੀ ਡਾਈਜੈਸਟੀਬਿਲਿਟੀ ਠੀਕ ਹੋਵੇਗੀ, ਤੁਹਾਡੇ ਜਾਨਵਰ ਦਾ ਵਫਰ ਤੁਹਾਡੇ ਰਾਸ਼ਨ ਦਾ ਵਫਰ ਠੀਕ ਹੋਵੇਗਾ। ਹੁਣ ਆਮ ਤੌਰ ਤੇ ਦੇਖਿਆ ਕਿ ਕਈ ਫਾਰਮਰ ਜਿਹੜੇ ਨੇ ਉਹ ਮਿੱਠਾ ਸੋਡਾ ਬਹੁਤ ਜ਼ਿਆਦਾ ਪਾਉਂਦੇ ਆ, ਕਈ ਜਾਨਵਰ ਫਾਰਮਰ ਜਿਹੜੇ ਨੇ ਨਮਕ ਜ਼ਿਆਦਾ ਪਾਉਂਦੇ ਆ। ਹੁਣ ਨਮਕ ਦੇ ਵਿੱਚ ਸੋਡੀਅਮ ਆ ਤੇ ਮਿੱਠੇ ਸੋਡੇ ਦੇ ਵਿੱਚ ਸੋਡੀਅਮ ਆ, ਸੋ ਸੋਡੀਅਮ ਕੰਟੈਂਟ ਵਧਣ ਦੇ ਨਾਲ ਫੈਟ ਜਿਹੜਾ ਆ ਉਹ ਨਹੀਂ ਵੱਧਦੀ। ਇਸ ਕਰਕੇ ਜੇ ਆਪਾਂ ਸੋਡੀਅਮ ਕਲੋਰਾਈਡ ਤੇ ਪਲੱਸ ਸੋਡੀਅਮ ਬਾਈਕਾਰਬੋਨੇਟ ਨੂੰ ਬੈਲੈਂਸ ਕਰਕੇ ਰੱਖਾਂਗੇ ਤਾਂ ਨੋ ਡਾਊਟ ਫੈਟ ਤੇ ਗ੍ਰੈਵਿਟੀ ਜਿਹੜੀ ਦੋਨੇ ਵਧਦੀਆਂ ਨੇ। ਇਸ ਕਰਕੇ ਤਾਂ ਕਾਸਟ ਆਫ ਪ੍ਰੋਡਕਸ਼ਨ ਘਟਦੀ ਹੈ। ਇੱਕ ਚੀਜ਼ ਹੋਰ ਸਰ, ਜਿਹੜੀ ਤੁਸੀਂ ਫੀਡ ਬੈਲੈਂਸਿੰਗ ਕਰਦੇ ਹੋ ਵੀ ਫਾਰਮਰ ਲੈਵਲ ਤੇ ਜਿਹੜਾ ਫੀਡ ਦਾ ਹੈਗਾ ਕੈਟਲ ਤੇ ਬਫਲੋ ਦੇ ਵਿੱਚ ਸੇਮ ਯੂਜ਼ ਕਰਦੇ ਹੋ ਜਾਂ ਡਿਫਰੈਂਟ ਯੂਜ਼ ਕਰਦੇ ਹੋ ਸਰ? ਨਹੀਂ ਡਾਕਟਰ ਸਾਹਿਬ, ਬੈਫਲੋ ਦੇ ਵਿੱਚ ਜਿਹੜਾ ਅਲੱਗ ਆ, ਕੈਟਲ ਦੇ ਵਿੱਚ ਅਲੱਗ ਆ। ਹਾਂਜੀ, ਬੈਫਲ ਦੇ ਵਿੱਚ ਤਾਂ ਉਹਦੀ ਫੈਟ ਕੰਟੈਂਟ ਜ਼ਿਆਦਾ ਹੁੰਦਾ ਦੁੱਧ ਦੇ ਵਿੱਚ, ਐਸਟਰਮ ਜ਼ਿਆਦਾ ਆ, ਇਸ ਕਰਕੇ ਉਹਦਾ ਬੋਡੀ weight ਵੀ ਜ਼ਿਆਦਾ ਆ ਤੇ ਸਿਸਟਮ ਗਾਂ ਨੂੰ ਫਰਕ ਆ। ਗਾਂ ਦੇ ਤੇ ਮੱਝਾਂ ਦੋਨੋਂ ਅਸੀਂ ਦੋਨਾਂ ਦਾ ਬੈਲੈਂਸਿੰਗ ਅਲੱਗ-ਅਲੱਗ ਕਰਦੇ ਹਾਂ। ਰਾਈਟ ਸਰ। ਇੱਕ ਆਦਲਜੀਤ ਸਵਾਲ ਪੁੱਛ ਰਹੇ ਨੇ, ਯੂਟਰਸ ਪ੍ਰੋਲੈਪਸ ਇਜ਼ ਆਲਸੋ ਕਨੈਕਟਡ ਵਿਦ ਫੀਡ। ਮੇਰੇ ਖਿਆਲ ਚ ਆਦਲ ਤੁਸੀਂ ਜੇ ਨਿਊਟ੍ਰੀਸ਼ਨ ਪੜ੍ਹ ਕੇ ਹੋਵੋਗੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਪਰ ਮੈਂ ਫਿਰ ਵੀ ਪੁੱਛਦਾ ਸਰ, ਕੋਈ ਤੁਸੀਂ ਇਦਾਂ ਦਾ ਕੀਤਾ ਵੀ ਆਪਣਾ ਬੈਲੈਂਸ ਫੀਡ ਪਾਉਣ ਦੇ ਨਾਲ, ਸਪੈਸ਼ਲੀ ਸਰਦੀਆਂ ਦੇ ਵਿੱਚ ਜਦੋਂ ਆਪਾਂ ਬਰਸੀਮ ਪਾ ਰਹੇ ਹਾਂ ਤਾਂ ਜਾਂ ਥੋੜੀ ਫੀਡ ਦੇ ਨਾਲ ਪ੍ਰੋਲੈਪਸ ਘਟ ਗਈ ਹੋਵੇ? ਪ੍ਰੋਲੈਪਸ ਦਾ ਕੇਸ ਡਾਕਟਰ ਸਾਹਿਬ ਬੇਸਿਕਲੀ ਤਾਂ ਈਸਟ੍ਰੋਜਨ ਕਰਕੇ ਆਉਂਦਾ ਹੈਗਾ ਜ਼ਿਆਦਾ। ਅੱਜ ਕੱਲ ਬਹੁਤ ਆਉਂਦੇ ਨਾ ਸਰਦੀਆਂ ਚ ਡਿਊ ਟੂ ਬਰਸੀਮ ਕਰਕੇ, ਬਰਸੀਮ ਦੇ ਵਿੱਚ ਬਹੁਤ ਹੁੰਦਾ ਸਰ। ਬਰਸੀਮ ਕਰਕੇ ਆਉਂਦਾ ਹੈਗਾ। ਸਾਡੇ ਕੋਲ ਜਿਹੜੇ ਡਾਕਟਰ ਸਾਹਿਬ ਡੈਰੀ ਫਾਰਮ ਨੇ ਉਹ ਸਾਰੇ ਗਾਵਾਂ ਦੇ ਜ਼ਿਆਦਾ ਨੇ, ਮੱਝਾਂ ਦੇ ਵੀ ਹੈਗੇ ਨੇ, ਪਰ ਜਿੱਥੇ ਅਸੀਂ ਫੀਡ ਬੈਲੈਂਸ ਕਰਕੇ ਪਾਉਂਦੇ ਆ ਉੱਥੇ ਸਾਡੇ ਪ੍ਰੋਬਲਮ ਬਿਲਕੁਲ ਨਹੀਂ ਆ ਰਹੀ, ਕਿਉਂਕਿ ਅਸੀਂ ਸੈਲੇਜ ਨੂੰ ਪ੍ਰਮੋਟ ਕਰਦੇ ਹਾਂ। ਬਰਸੀਮ ਅਸੀਂ ਨਹੀਂ ਪਾਉਣ ਦਿੰਦੇ ਉੱਥੇ, ਕਿਉਂਕਿ ਬਰਸੀਮ ਦੇ ਵਿੱਚ ਮੋਇਸਚਰ ਕੰਟੈਂਟ ਜ਼ਿਆਦਾ, ਫਾਈਬਰ ਹੈ ਨਹੀਂ ਤੇ એનર્ਜੀ ਹੈ ਨਹੀਂ। ਇਸ ਕਰਕੇ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਆ ਉਹ ਮਹਿੰਗੀ ਹੁੰਦੀ ਆ। ਬਰਸੀਮ ਪਾ ਕੇ ਦੁੱਧ ਮਹਿੰਗਾ ਪੈਦਾ ਹੁੰਦਾ ਐਜ਼ ਕੰਪੇਅਰ ਆਪਣੇ ਸੈਲੇਜ ਪਾਵਾਂਗੇ। ਰਾਈਟ ਸਰ। ਇੱਕ ਸਟੂਡੈਂਟ ਮੈਂ ਇੱਥੇ ਤੁਹਾਨੂੰ ਸ਼ਾਇਦ ਤੁਸੀਂ ਪੜ੍ਹਿਆ ਹੋਣਾ ਸਾਰਿਆਂ ਨੇ ਵੀ ਜਿਹੜੀ ਡੇਅਰੀ ਦੇ ਉੱਤੇ 70% ਜਿਹੜੀ ਕਾਸਟ ਹੁੰਦੀ ਹੈ, ਮੋਰ ਦੈਨ 70% ਉਹ ਫੀਡ ਤੇ ਆਉਂਦੀ ਹੈ ਤੇ ਆਲਮੋਸਟ ਇੰਨੇ ਪਰਸੈਂਟੇਜ ਦੀ ਜਿਹੜੀਆਂ ਡਿਜ਼ੀਜ਼ ਹੁੰਦੀਆਂ ਨੇ ਉਹ ਡਿਊ ਟੂ ਜਿਹੜੀ ਇੰਬੈਲੈਂਸ ਫੀਡਿੰਗ ਕਰਕੇ ਆਉਂਦੀਆਂ ਨੇ, ਚਾਹੇ ਤੁਸੀਂ ਓਵਰ ਫੀਡਿੰਗ ਕਰ ਰਹੇ ਹੋ ਚਾਹੇ ਤੁਸੀਂ ਅੰਡਰ ਫੀਡਿੰਗ ਕਰ ਰਹੇ ਹੋ। ਸੋ ਇਹ ਇਵਨ ਕਿ ਯੂਟਰਸ ਪ੍ਰੋਲੈਪਸ ਹੋ ਗਿਆ ਜਾਂ ਜਿਹੜਾ ਵੀ ਫੈਟ ਕੰਟੈਂਟ ਹੈ, ਰੂਮੀਨਲ ਐਸਿਡੋਸਿਸ ਹੈ, ਮੈਟਾਬੋਲਿਕ ਡਿਜ਼ੀਜ਼, that all linked with the nutrition. So any other question if your student want to ask, please? So if some student directly want to contact Sardar Avtar Singh ji, so I can share the mobile number. Sure, no doubt, sir. Right, sir. Thank you, sir. So mobile number is 76961 35969. So I repeat, 76961 35969. Sardar Avtar Singh ji, Ratol, village Sarod, Malerkotla, Sangrur. So we can plan a visit after this corona pandemic. I can even talk to Dean sir if they allow us, so we can go in a batch manner, so in a small group, so we can definitely, I think we should plan a visit. Okay, so I'm highly thankful to Sardar Avtar Singh ji who spare his valuable time to share his experience with the student, and I'm sure students have learned more than they have learned from their nutrition course. So once again, thank you all. Thank you. Thank you, sir. Thank you so much. Thank you. Okay, sir. Sorry, one question more, sir. One question more. Sure. One student is asking about role of biotin. Biotin. MNH. Yes, sir. Yeah.
ਬਾਇਓਟਿਨ ਦਾ ਰੋਲ ਬਹੁਤ ਵੱਡਾ ਰੋਲ ਹੈ, ਬਟ ਕਿਉਂਕਿ ਜੋ ਫਾਰਮਰ ਆ, ਜੋ ਆਪਾਂ ਫੀਡ ਦੇ ਵਿੱਚ ਮੱਕੀ ਜੋ ਮੇਜ਼ ਕੰਟੈਂਟ ਆ, ਕਾਰਨ ਦਾ ਕੰਟੈਂਟ ਆ, ਜੇ ਉਹ 35 ਪਲੱਸ ਤੋਂ ਐਕਸੈਸ ਕਰ ਦਾਂਗੇ ਤਾਂ ਮਾਈਕਰੋਬਸ ਨੇ ਜਿਹੜੇ ਰਿਊਮ ਦੇ ਵਿੱਚ ਉਹ ਬਾਇਓਟਿਨ ਉਹਨਾਂ ਨਹੀਂ ਬਣਾ ਸਕਦੇ ਜਿੰਨੀ ਉਹਦੀ ਰਿਕੁਆਇਰਮੈਂਟ ਹੈਗੀ ਹੈ। ਸੋ ਇਸ ਕਰਕੇ ਬਾਇਓਟਿਨ ਜਿਹੜਾ ਹੈਗਾ ਟ੍ਰਾਂਜੈਕਸ਼ਨ ਫੇਜ਼ ਦੇ ਵਿੱਚ ਤੇ ਆਫਟਰ ਪਾਚੂਰੇਸ਼ਨ ਆਪਾਂ ਨੂੰ ਪਹਿਲੇ 45 ਦਿਨ ਸੂਣ ਤੋਂ ਬਾਅਦ ਤੇ ਪਹਿਲੇ 60 ਦਿਨ ਸੂਣ ਤੋਂ ਪਹਿਲਾਂ ਆਪਾਂ ਨੂੰ ਡਰਾਈ ਹਾਊਸ ਦੇ ਵਿੱਚ ਪਾ ਦਈਏ ਤਾਂ ਉਹਦੀ ਹੂਫ ਹੈਲਥ ਬਹੁਤ ਵਧੀਆ ਰਹਿੰਦੀ ਆ। ਦੂਸਰਾ ਕਿ ਜਾਨਵਰ ਦਾ ਦੁੱਧ ਜਿਹੜਾ ਹੈਗਾ ਪਰ ਡੇ 1 ਤੋਂ ਲੈ ਕੇ 2 ਲੀਟਰ ਦੁੱਧ ਜਿਹੜਾ ਹੈਗਾ ਉਹ ਵੱਧ ਦਿੰਦੀ ਹੈ ਐਜ਼ ਕੰਪੇਅਰ ਜਿੱਥੇ ਬਾਇਓਟਿਨ ਨਹੀਂ ਦਿੱਤਾ ਜਾਂਦਾ। ਸੋ ਬਾਇਓਟਿਨ ਇਜ਼ ਮੋਸਟ ਕੰਪਲਸਰੀ ਇਨ अर्ਲੀ ਲੈਕਟੇਸ਼ਨ ਐਂਡ ਟ੍ਰਾਂਜੈਕਸ਼ਨ ਫੇਜ਼। So thank you, sir. I hope all the questions have been answered. And so once again, thank you all. Thank you, sir. Thank you, sir. Thank you. Okay, sir. Okay.